ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ। ਮੁਹਾਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਰਿਪੀਟ ਕਰਿਓ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ, ਜਿਵੇਂ ਕਿ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕੱਲ ਗੁਰੂ ਪਾਤਸ਼ਾਹ ਜੀ ਖੁਦ ਵਰਤ ਕੇ, ਖੁਦ ਵਸ ਕੇ ਆਪਣੇ ਸ਼ਬਦਾਂ ਦੀ, ਆਪਣੀ ਬਾਣੀ ਦੀ ਵਿਚਾਰ ਆਪ ਹੀ ਕਰਵਾਈ। ਕੱਲ ਅਸਾਂ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ 3 ਪੌੜੀਆਂ ਇਲਾਹੀ ਦਰਗਾਹੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀਆਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਿਚਾਰੀਆਂ। ਹੁਣੇ ਅਸਾਂ ਨੇ ਸ਼ਰਵਣ ਕੀਤਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਉਹ ਪਰਮੇਸ਼ਵਰ ਸੱਚਾ ਹੈ। ਸੱਚੇ ਦਾ ਅਰਥ ਜੋ ਕਦੀ ਵੀ ਨਾਸ਼ ਨਹੀਂ ਹੁੰਦਾ, ਸਦੀਵ ਕਾਲ ਵਾਸਤੇ ਟਿਕਿਆ ਹੋਇਆ। ਤੇ ਸਿਰਫ ਪਰਮੇਸ਼ਵਰ ਹੀ ਨਹੀਂ ਟਿਕਿਆ ਹੋਇਆ, ਪਰਮੇਸ਼ਵਰ ਦਾ ਨਾਮ ਵੀ ਸੱਚਾ ਹੈ। ਪਰਮੇਸ਼ਵਰ ਸਦੀਵ ਕਾਲ ਵਾਸਤੇ ਅਟੱਲ ਹੈ ਤੇ ਪਰਮੇਸ਼ਵਰ ਦਾ ਨਾਮ ਵੀ ਸਦੀਵ ਕਾਲ ਵਾਸਤੇ ਅਟੱਲ ਹੈ। ਤੇ ਹੁਣ ਸਾਡਾ ਜੋ ਅਸਲ ਵਿੱਚ ਮਕਸਦ ਹੈ ਉਹ ਹੈ ਪਰਮੇਸ਼ਵਰ ਤੱਕ ਪਹੁੰਚਣਾ, ਪਰਮੇਸ਼ਵਰ ਦੇ ਵਿੱਚ ਲੀਨ ਹੋਣਾ। ਤੇ ਜਿਹਦੇ ਵਿੱਚ ਲੀਨ ਹੋਣਾ ਹੋਵੇ, ਪਹਿਲਾਂ ਉਹਦਾ ਸੁਭਾਅ ਦੇਖਣਾ ਪੈਂਦਾ ਹੈ, ਉਹਦੀ ਬੋਲੀ ਦੇਖਣੀ ਪੈਂਦੀ ਹੈ। ਜਿੰਨਾ ਚਿਰ ਦੂਜੇ ਦੀ ਬੋਲੀ ਪਹਿਲਾ ਪਰਸਨ ਨਾ ਜਾਣਦਾ ਹੋਵੇ, ਦੱਸੋ ਆਪਸ ਵਿੱਚ ਰਿਸ਼ਤਾ ਕਿਵੇਂ ਬਣੇਗਾ? ਕੋਈ ਇੰਗਲਿਸ਼ ਬੋਲਦਾ ਪਿਆ, ਕੋਈ ਪੰਜਾਬੀ ਬੋਲਦਾ ਪਿਆ, ਨਾ ਪੰਜਾਬੀ ਬੋਲਣ ਵਾਲੇ ਨੂੰ ਇੰਗਲਿਸ਼ ਦੀ ਸਮਝ, ਨਾ ਇੰਗਲਿਸ਼ ਵਾਲੇ ਨੂੰ ਪੰਜਾਬੀ ਦੀ ਸਮਝ, ਰਿਸ਼ਤਾ ਨਹੀਂ ਬਣੇਗਾ। ਫਿਰ ਸੁਭਾਅ ਦੇਖਣਾ ਪਏਗਾ। ਇੱਕ ਠੇਕੇ ਤੇ ਬੈਠਾ ਹੈ, ਇੱਕ ਗੁਰੂ ਘਰ ਵਿੱਚ ਬੈਠਾ ਹੈ, ਸੁਭਾਅ ਨਹੀਂ ਮਿਲਦਾ ਪਿਆ। ਜਿੱਥੇ ਸੁਭਾਅ ਨਹੀਂ ਮਿਲਿਆ, ਜਿੱਥੇ ਬੋਲੀ ਨਹੀਂ ਮਿਲੀ, ਉੱਥੇ ਰਿਸ਼ਤਾ ਕੋਈ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਐਸੀ ਬਾਤ ਨਹੀਂ ਹੈ ਕਿ ਪਰਮੇਸ਼ਵਰ ਨਾਲ ਗੱਲ ਕਰਨ ਵਾਸਤੇ, ਪਰਮੇਸ਼ਵਰ ਨਾਲ ਪਿਆਰ ਪਾਉਣ ਵਾਸਤੇ ਸਾਨੂੰ ਸੰਸਕ੍ਰਿਤ ਸਿੱਖਣੀ ਪਏਗੀ। ਕਿਉਂਕਿ ਸੰਸਕ੍ਰਿਤ ਦੇ ਜਿੰਨੇ ਵੀ ਗ੍ਰੰਥ ਨੇ ਉਹ ਸਾਰੇ ਵੇਦ ਮੰਨੇ ਜਾਂਦੇ ਨੇ, ਵੇਦ ਸ਼ਾਸਤਰ ਸੰਸਕ੍ਰਿਤ ਵਿੱਚ ਨੇ। ਮਹਾਰਾਜ ਜੀ ਕਹਿੰਦੇ ਨੇ, ਦੇਖ ਤੂੰ ਪਹੁੰਚਣਾ ਪਰਮੇਸ਼ਵਰ ਤੱਕ, ਤੇਰਾ ਰਿਸ਼ਤਾ ਉਹਦੇ ਨਾਲ ਆਦਿ ਕਾਲ ਤੋਂ ਤੁਰਿਆ ਆ ਰਿਹਾ। ਉਹਦੀ ਬੋਲੀ ਕਿਹੜੀ ਆ? ਭਾਖਿਆ। ਭਾਖਿਆ ਕਹਿੰਦੇ ਨੇ ਭਾਸ਼ਾ ਨੂੰ। ਅੱਗੇ ਦੱਸਿਆ ਭਾਉ। ਭਾਉ ਕਹਿੰਦੇ ਨੇ ਪ੍ਰੇਮ ਨੂੰ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਨੂੰ ਪ੍ਰੇਮ ਨਹੀਂ ਕਹਿਣਾ। ਜੇ ਪ੍ਰੇਮ ਕਵਾਂਗੇ ਪੱਪਾ ਰਾਰੇ ਨੂੰ ਲਾਂ ਤੇ ਮੰਮਾ ਅੱਖਰ ਆ ਜਾਏਗਾ। ਇਹਨੂੰ ਕਹਿਣਾ ਜਿਨ ਪ੍ਰੇਮ ਕੀਓ। ਪ੍ਰੇਮ, ਪ੍ਰੇਮ ਦੇ ਵਿੱਚ ਰਾ ਰਾਧਾ ਆ ਜਾਏਗਾ। ਜਿਨ ਪ੍ਰੇਮ ਕੀਓ। ਤੇ ਜਿਸ ਪਰਮੇਸ਼ਵਰ ਤੱਕ ਕੋਈ ਵੀ ਪਹੁੰਚ ਨਹੀਂ ਸਕਦਾ, ਜਿਹਦਾ ਕੋਈ ਪਾਰਲਾ ਕੰਢਾ ਦਿਸਦਾ ਨਹੀਂ, ਉਸ ਪਰਮੇਸ਼ਵਰ ਦੇ ਨਾਲ ਜੇਕਰ ਅਸੀਂ ਰਿਸ਼ਤਾ ਪਾਉਣਾ ਹੈ ਤੇ ਸਾਨੂੰ ਪ੍ਰੇਮ ਦੀ ਬੋਲੀ ਬੋਲਣੀ ਪਏਗੀ। ਹੁਣ ਪ੍ਰੇਮ ਦੀ ਬੋਲੀ ਕੀ ਹੁੰਦੀ ਹੈ ਜੀ? ਦੱਸੋ ਕਿਹੜੀ ਯੂਨੀਵਰਸਿਟੀ ਦੇ ਵਿੱਚ, ਕਿਹੜੇ ਕਾਲਜ ਵਿੱਚ, ਕਿਹੜੀ ਸਟੇਟ ਵਿੱਚ, ਕਿਹੜੇ ਦੇਸ਼ ਦੇ ਵਿੱਚ ਜਾ ਕੇ ਸਿੱਖੀਏ? ਮਹਾਰਾਜ ਜੀ ਕਹਿੰਦੇ ਨੇ, ਇੱਕ ਛੋਟਾ ਜਿਹਾ ਬੱਚਾ ਜੋ ਹੁੰਦਾ ਹੈ ਨਾ, ਉਹਦੇ ਵੱਲ ਦੇਖ ਤੇ ਤੂੰ ਕਹਿ, ਰਾਮਈਆ, ਹੇ ਰਾਮ ਜੀ, ਹਉ ਬਾਰਕ ਤੇਰਾ। ਮੈਂ ਤੇਰਾ ਬੱਚਾ ਆ, ਕਾਹੇ ਨਾ ਖੰਡ ਸਵਗਨ ਮੇਰਾ। ਤੂੰ ਮੇਰੇ ਪਾਪਾਂ ਨੂੰ ਕਿਉਂ ਨਹੀਂ ਖੰਡਨ ਕਰੇਗਾ? ਤੂੰ ਮੇਰੇ ਪਾਪਾਂ ਨੂੰ ਕਿਉਂ ਨਹੀਂ ਨਾਸ਼ ਕਰੇਗਾ? ਮੈਨੂੰ ਪੂਰਾ ਭਰੋਸਾ ਹੈ। ਕੀ ਭਰੋਸਾ ਹੈ? ਸੁਤ ਅਪਰਾਧ ਕਰਤ ਹੈ ਜੇਤੇ ਜਨਨੀ, ਚੀਤ ਨਾ ਰਾਖਸ ਤੇਤੇ। ਮੈਂ ਮਾਂ ਨੂੰ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਤੂੰ ਵੀ ਮਾਂ ਆ। ਗੁਰਦੇਵ ਮਾਤਾ, ਗੁਰਦੇਵ ਪਿਤਾ। ਪ੍ਰੇਮ ਦਾ ਅਰਥ ਜਿਵੇਂ ਜਿਵੇਂ ਅਸੀਂ ਭਗਤੀ ਦੇ ਵਿੱਚ ਡੂੰਘੇ ਜਾਈ ਜਾਂਦੇ ਹਾਂ, ਸਾਡਾ ਸੁਭਾਅ ਬੱਚੇ ਵਰਗਾ ਬਣ ਜਾਂਦਾ ਆ। ਜਿਵੇਂ ਅਨਬੋਰਨ ਬੇਬੀ ਹੁੰਦਾ ਨੇ,
ਜਿਵੇਂ ਨਵ ਜੰਮਿਆ ਬੱਚਾ ਆ, ਉਹ ਸਿਰਫ ਮਾਂ ਦੇ ਆਸਰੇ ਹੁੰਦਾ ਤੇ ਭਗਤੀ ਕਰਨ ਵਾਲਾ ਹੌਲੀ ਹੌਲੀ ਪਰਮੇਸ਼ਵਰ ਦੇ ਆਸਰੇ ਹੋ ਜਾਂਦਾ। ਤੇ ਜਦੋਂ ਇੱਕ ਬੱਚਾ ਮਾਂ ਦੇ ਆਸਰੇ ਹੁੰਦਾ ਆ, ਫਿਰ ਉਹ ਬੱਚੇ ਨੂੰ ਫਿਕਰ ਕੋਈ ਨਹੀਂ ਕਿ ਠੰਡ ਆ ਗਈ, ਹੁਣ ਗਰਮ ਕੱਪੜੇ ਚਾਹੀਦੇ ਨੇ, ਹੁਣ ਗਰਮ ਸੌਕਸ ਚਾਹੀਦੀਆਂ ਨੇ, ਗਰਮ ਹੁਣ ਗਲਵਜ਼ ਚਾਹੀਦੇ ਨੇ, ਦਸਤਾਨੇ ਚਾਹੀਦੇ ਨੇ, ਸਿਰ ਦੇ ਉੱਤੇ ਵੀ ਟੋਪੀ ਚਾਹੀਦੀ, ਦਸਤਾਰ ਚਾਹੀਦੀ ਆ। ਮਾਂ ਨੂੰ ਫਿਕਰ ਆ। ਹੁਣ ਛੋਟੇ ਬੱਚੇ ਨੂੰ ਫਿਕਰ ਕੋਈ ਨਹੀਂ ਕਿ ਮੈਂ ਰਸੋਈ 'ਚ ਜਾਣਾ, ਪਹਿਲਾਂ ਮੈਂ ਗੈਸ ਚੁੱਲ੍ਹਾ ਔਨ ਕਰਨਾ ਆ, ਫਿਰ ਬਾਅਦ 'ਚੋਂ ਮੈਂ ਕੜਾਹੀ ਧੋਣੀ ਆ, ਫਿਰ ਉਹਨੂੰ ਮੈਂ ਥੋੜ੍ਹੀ ਜਿਹੀ ਗਰਮ ਕਰਕੇ ਉਹਦੇ ਵਿੱਚ ਘਿਓ ਪਾਉਣਾ ਆ, ਤੇਲ ਪਾਉਣਾ, ਫਿਰ ਮੈਂ ਸਬਜ਼ੀ ਕੱਟਣੀ, ਫਿਰ ਮੈਂ ਕਰਨਾ। ਮਾਂ ਨੂੰ ਫਿਕਰ ਆ। ਮਹਾਰਾਜ ਜੀ ਇਸੇ ਕਰਕੇ ਕਹਿੰਦੇ ਨੇ ਤੂੰ ਬੱਚਾ ਬਣ ਜਾ। ਇੱਥੇ ਸਿਆਣੇ ਬੰਦੇ ਡੁੱਬਦੇ ਦੇਖੇ ਨੇ। ਹਰ ਕੀ ਭਗਤ ਤੂੰ ਲੇਹ ਇਆਨੇ, ਇਆਣਾ ਬਣ ਜਾ, ਬੱਚਾ ਬਣ ਜਾ। ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਸਿਆਣੇ ਬੰਦੇ ਡੁੱਬ ਜਾਂਦੇ ਆ। ਰਾਵਣ ਬਹੁਤ ਸਿਆਣਾ ਸੀ, ਡੁੱਬ ਗਿਆ। ਮਹਾਰਾਜ ਜੀ ਕਹਿੰਦੇ ਨੇ ਜਿਵੇਂ ਇੱਕ ਬੱਚੇ ਨੂੰ ਭੁੱਖ ਲੱਗੇ ਤੇ ਉਹ ਰੋਣਾ ਸ਼ੁਰੂ ਕਰਦਾ, ਮਾਂ ਦੌੜੀ ਆਉਂਦੀ ਆ, ਇਸੇ ਤਰ੍ਹਾਂ ਹੀ ਤੂੰ ਬਸ ਉਹ ਰੋਣਾ ਸਿੱਖਣਾ ਆ ਜਿਹੜਾ ਰੋਣਾ ਤੂੰ ਭੁੱਲ ਗਿਆ ਹੈ। ਤੈਨੂੰ ਆਸਰਾ ਹੁਣ ਦੂਜਿਆਂ ਦਾ ਹੋ ਗਿਆ, ਤੈਨੂੰ ਰੱਬ ਭੁੱਲ ਹੀ ਗਿਆ। ਚਲੋ ਆਪਾਂ ਬਹੁਤਾ ਵਿਸਥਾਰ 'ਚ ਨਾ ਜਾਈਏ, ਕਿਉਂਕਿ ਆਪਾਂ ਟਿਊਕ ਮਾਤਰ ਹੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਪਾਣੀ ਦੇ ਵਿੱਚੋਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਵਰ ਸੱਚਾ ਆ ਤੇ ਉਹ ਸਾਹਿਬ ਆ। ਸਾਹਿਬ ਦਾ ਅਰਥ ਹੁੰਦਾ ਮਾਲਕ, ਤੇ ਮਾਲਕ ਦਾ ਅਰਥ ਕੀ ਹੁੰਦਾ ਜੀ? ਅਸੀਂ ਛੋਟੀ ਜਿਹੀ ਅਸੀਂ ਜ਼ਮੀਨ ਖਰੀਦੀ, ਨਿੱਕਾ ਜਿਹਾ ਟੁਕੜਾ ਖਰੀਦਿਆ, ਅਸੀਂ ਉੱਥੇ ਇੱਟਾਂ, ਰੇਤਾ, ਸੀਮਟ, ਪਾਣੀ, ਬਜਰੀ ਕਈ ਕੁਛ ਇਕੱਠਾ ਕਰਤਾ। ਆਪਾਂ ਫਿਰ ਕੀ ਕਹਿੰਦੇ ਆ ਵੀ ਆਪਾਂ ਹੁਣ ਘਰ ਬਣਾਉਣਾ ਆ, ਤੇ ਉੱਥੇ ਫਿਰ ਪੁੱਛਿਆ ਨਹੀਂ ਜਾਂਦਾ ਕਿ ਹੇ ਇੱਟੋ, ਹੇ ਬਜਰੀ, ਹੇ ਸੀਮਟ, ਹੇ ਪਾਣੀ, ਹੇ ਧਰਤੀ, ਆਰ ਯੂ ਰੈਡੀ? ਹੁਣ ਤੁਸੀਂ ਤਿਆਰ ਜੇ ਅਸੀਂ ਤੁਹਾਡਾ ਕੁਛ ਬਣਾ ਲਈਏ, ਘਰ ਬਣਾਉਣਾ ਹੈ। ਤੇ ਲਓ ਜੀ, ਇੱਟਾਂ ਨੇ ਜਵਾਬ ਦੇ ਦਿੱਤਾ ਅਸੀਂ ਨਹੀਂ। ਜ਼ਮੀਨ ਨੇ ਜਵਾਬ ਦਿੱਤਾ ਨਹੀਂ, ਮੇਰੇ ਉੱਤੇ ਕੁਝ ਨਾ ਬਣਾਵੀਂ, ਮੇਰਾ ਸੀਨਾ ਚੀਰ ਕੇ ਤੇ ਤੂੰ ਆਪਣਾ ਨੀਂਹ ਪੱਥਰ ਰੱਖੇਂਗਾ, ਨਹੀਂ ਮੈਨੂੰ ਪਰਵਾਹ ਨਹੀਂ। ਅਸੀਂ ਕਦੀ ਵੀ ਇੰਜ ਨਹੀਂ ਕਰਦੇ। ਕੋਈ ਅਸੀਂ ਕਾਰ ਵੀ ਲੈ ਲਈ ਆ ਜਾਂ ਫਿਰ ਕੋਈ ਵੀ ਚੀਜ਼ ਲੈਂਦੇ ਆ, ਅਸੀਂ ਫੋਨ ਯੂਜ਼ ਕਰਨ ਤੋਂ ਪਹਿਲਾਂ ਇਹ ਥੋੜ੍ਹਾ ਕਹਿੰਦੇ ਆ ਹੇ ਫੋਨ ਜੀ ਕਿਰਪਾ ਕਰਕੇ ਦੱਸੋ, ਆਗਿਆ ਬਖਸ਼ੋ ਤਾਂ ਹੀ ਤੁਹਾਨੂੰ ਯੂਜ਼ ਕਰੀਏ। ਇਹ ਬਾਤਾਂ ਹਾਸੋਹੀਣੀਆਂ ਹੁੰਦੀਆਂ। ਤੇ ਕੋਈ ਕਹੇ ਵੀ ਤੂੰ ਤੇ ਮਾਲਕ ਆ, ਤੂੰ ਖਰੀਦੀ ਹੋਈ ਹੈ ਧਰਤੀ, ਧਰਤੀ ਨੂੰ ਕਿਉਂ ਪੁੱਛਣਾ? ਤੂੰ ਖਰੀਦੀਆਂ ਇੱਟਾਂ, ਇੱਟਾਂ ਨੂੰ ਕੀ ਪੁੱਛਣਾ? ਕਾਰ ਨੂੰ ਕੀ ਪੁੱਛਣਾ? ਤੂੰ ਫੋਨ ਨੂੰ ਕੀ ਪੁੱਛਣਾ? ਇਸੇ ਤਰ੍ਹਾਂ ਪਰਮੇਸ਼ਵਰ ਪੁੱਛਦਾ ਨਹੀਂ, ਉਹ ਜ਼ਿੰਦਗੀ ਦੇ ਦਿੰਦਾ ਆ, ਜੀਵਨ ਦੇ ਦਿੰਦਾ ਆ, ਤੇ ਫਿਰ ਪਰਤ ਕੇ ਜਦੋਂ ਸਮਾਂ ਸੰਪੂਰਨ ਹੁੰਦਾ ਫਿਰ ਮੌਤ ਵੀ ਦੇ ਦਿੰਦਾ ਹੈ। ਉਹ ਪਰਮੇਸ਼ਵਰ ਮਾਲਕ ਆ, ਕਰੋੜਾਂ ਖੰਡਾਂ, ਅਰਬਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਭਰੋਸਾ ਹੋ ਜਾਏ, ਤੈਨੂੰ ਭਰੋਸਾ ਨਹੀਂ ਆ, ਜੇ ਹੋਵੇ ਬੰਦਗੀ ਵਿੱਚ ਨਾ ਬੈਠੇ, ਤੈਨੂੰ ਫਿਕਰ ਕਿਉਂ ਹੋਵੇ? ਫਿਰ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਤੇਰੀ ਚਿੰਤਾ ਦੱਸਦੀ ਆ ਕਿ ਤੈਨੂੰ ਅਜੇ ਭਰੋਸਾ ਨਹੀਂ ਹੋਇਆ ਕਿ ਉਹ ਸਾਹਿਬ ਆ। ਤੇ ਜਦੋਂ ਅਸੀਂ ਨਿਤਨੇਮ ਵਿੱਚ ਪੜ੍ਹਦੇ ਹਾਂ ਤੇ ਮਹਾਰਾਜ ਜੀ ਨੇ ਬਾਰ-ਬਾਰ ਕਿਉਂ ਕਿਹਾ ਕਿ ਭਾਈ ਰੋਜ਼ ਪੜ੍ਹਨਾ, ਰੋਜ਼ ਪੜ੍ਹਨਾ, ਰੋਜ਼ ਪੜ੍ਹਨਾ, ਨਿਤਨੇਮ ਰੋਜ਼ ਕਰਨਾ, ਰੋਜ਼ ਕਰਨਾ, ਕਿਤੇ ਤੈਨੂੰ ਭਰੋਸਾ ਪੈਦਾ ਹੋ ਜਾਏ। ਮੂਰਖ ਮਨਾ ਸਾਚਾ ਸਾਹਿਬ, ਉਹ ਸੱਚਾ ਵੀ ਆ, ਉਹ ਮਾਲਕ ਵੀ ਹੈ, ਉਹਨੇ ਆਪਣੀ ਸਾਰੀ ਸ਼ਕਤੀ ਆਪਣੇ ਨਾਮ 'ਚ ਟਿਕਾ ਦਿੱਤੀ ਹੈ। ਤੇ ਪ੍ਰੇਮ ਤੇਰੇ ਅੰਦਰ ਵਸਿਆ ਹੋਇਆ, ਕਿਉਂਕਿ ਤੇਰਾ ਅਸਲੀ ਸਵਰੂਪ ਹੈ ਹੀ ਪ੍ਰੇਮ ਸਵਰੂਪ ਆ। ਜੋ ਆਤਮਾ ਦਾ ਸਾਡਾ ਅਸਲੀ ਸੁਭਾਅ ਹੈ ਨਾ, ਪ੍ਰੇਮ ਸਵਰੂਪ ਆ। ਤੇ ਜਿਵੇਂ ਜਿਵੇਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਅੱਗੇ ਮਸਤਕ ਰੱਖੀ ਜਾਂਦੇ ਹਾਂ, ਤਿਵੇਂ ਤਿਵੇਂ ਸਾਨੂੰ ਆਪਣਾ ਸਵਰੂਪ ਸਮਝ ਆਉਣ ਲੱਗ ਪੈਂਦਾ ਕਿ ਸਾਡਾ ਸਵਰੂਪ ਤੇ ਬਹੁਤ ਪਿਆਰਾ ਆ, ਬੜਾ ਪ੍ਰਕਾਸ਼ਮਾਨ ਆ, ਬੜਾ ਦਇਆ ਨਾਲ ਭਰਿਆ ਹੋਇਆ ਆ। ਪਰ ਅਸੀਂ ਆਪਣੇ ਆਪ ਤੋਂ ਦੂਰ ਚਲੇ ਗਏ। ਅਸੀਂ ਤੇ ਇਸ ਖਾਡੇ ਚੰਮ ਵਾਲੇ ਸਰੀਰ ਨੂੰ ਹੀ ਮੰਨ ਕੇ ਬਹਿ ਗਏ। ਇਹ 5.5-6 ਫੁੱਟ ਦਾ ਸਰੀਰ ਆ, ਇਹਦਾ ਨਾਂ ਇਕਬਾਲ ਸਿੰਘ ਜੀ ਆ, ਇਹਦਾ ਨਾਮ ਹਰਪ੍ਰਤਾਪ ਸਿੰਘ ਜੀ ਆ। ਮਹਾਰਾਜ ਜੀ ਕਹਿੰਦੇ ਕਿਰਾਏ ਦਾ ਮਕਾਨ ਆ, ਪਤਾ ਨਹੀਂ ਕਿਹੜੇ ਵੇਲੇ ਆਵਾਜ਼ਾਂ ਵਾਜੇ ਨਾ, ਚੱਲ ਭਾਈ ਰੈਂਟ ਤੇਰਾ ਜਿੰਨਾ ਵੀ ਤੈਨੂੰ ਦਿੱਤਾ ਸੀ ਇਹ ਘਰ, ਹੁਣ ਰੈਂਟ ਤੇਰਾ ਖਤਮ ਹੋ ਗਿਆ ਵਾ, ਸਮਾਂ ਤੇਰਾ ਸੰਪੂਰਨ ਹੋ ਗਿਆ, ਹੁਣ ਚੱਲ ਕਰਮਾਂ ਅਨੁਸਾਰ ਅੱਗੇ। ਸੱਚੇ ਪਾਤਸ਼ਾਹ ਜੀ ਨੇ ਸਾਡੇ ਅੰਦਰ ਦੇ ਭਰੋਸੇ ਨੂੰ ਕਾਇਮ ਕਰਨ ਵਾਸਤੇ ਸ਼ਬਦ ਵਰਤਿਆ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਉਹ ਪਰਮੇਸ਼ਵਰ ਸੰਸਾਰ ਦੀਆਂ ਭਾਸ਼ਾਵਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਕਹਿੰਦਾ ਹੈ ਕਿ ਭਾਵੇਂ ਤੂੰ ਰਸਨਾ ਤੋਂ ਕੁਝ ਵੀ ਨਾ ਬੋਲ, ਤੇਰੇ ਅੰਦਰ ਪ੍ਰੇਮ ਹੋਵੇ, ਅੱਖਾਂ ਰਾਹੀਂ ਪ੍ਰੇਮ ਬਾਹਰ ਆ ਜਾਂਦਾ ਆ,
ਹੰਝੂ ਬਣ ਬਣ ਕੇ ਬਾਹਰ ਨੂੰ ਗਿਰਦੇ ਆ, ਅੰਦਰ ਦੀ ਮੈਲ ਧੁੱਪਦੀ ਆ। ਕਹਿੰਦੇ ਜਦੋਂ ਤੈਨੂੰ ਪ੍ਰੇਮ ਕਰਨਾ ਆ ਗਿਆ ਨਾ, ਤੇ ਪ੍ਰੇਮ ਤੈਨੂੰ ਦੇਣਾ ਹੈ ਗੁਰੂ ਕੀ ਬਾਣੀ ਨੇ, ਗੁਰੂ ਦੇ ਹੁਕਮ ਨੇ, ਸੰਗਤ ਨੇ। ਤੇ ਜਦੋਂ ਪ੍ਰੇਮ ਆ ਗਿਆ ਫਿਰ ਤੂੰ ਪਰਮੇਸ਼ਵਰ ਦੇ ਨਾਲ ਗੱਲਾਂ ਕਰ ਸਕਦਾ ਹੈ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸਾਡਾ ਸੁਭਾਅ ਦੱਸਿਆ, ਅਸੀਂ ਕੀ ਕਰਦੇ ਹਾਂ? ਆਖਿਆ ਹੈ, ਅਸੀਂ ਆਖਦੇ ਹਾਂ, ਬਾਰ-ਬਾਰ ਆਖਦੇ ਹਾਂ। ਤੇ ਕੀ ਆਖਦੇ ਹਾਂ? ਇਹ ਥੋੜਾ ਆਖਦੇ ਹਾਂ ਮਾਲਕ ਜੀ ਦਇਆ ਵਰਤਾਓ, ਕਿਤੇ ਹਿਰਦੇ ਦੇ ਵਿੱਚ ਵਸ ਬਸੋ, ਰਸੋ, ਸਮਾ ਜਾਓ ਪ੍ਰੇਮ ਸਰੂਪ ਬਣ ਕੇ, ਤੇ ਮੈਨੂੰ ਬਚਾ ਲਵੋ ਭਵ ਸਾਗਰ ਤੋਂ। ਅਸੀਂ ਕੀ ਮੰਗਦੇ ਹਾਂ? ਆਖਿਆ ਹੈ। ਆਖਦੇ ਕੀ ਆ? ਮੰਗਿਆ ਹੈ। ਅਸੀਂ ਮੰਗਦੇ ਹਾਂ। ਤੇ ਮੰਗਦੇ ਕਿਹੜੀ ਚੀਜ਼ ਆ? ਜਿਹੜੀ ਚੀਜ਼ ਸਾਨੂੰ ਕੀਮਤੀ ਲੱਗਦੀ ਆ। ਤੇ ਕੀਮਤੀ ਸਾਨੂੰ ਕਿਹੜੀ ਚੀਜ਼ ਲੱਗਦੀ ਆ? ਜੇ ਤੁਸੀਂ ਪ੍ਰਭਾਵਿਤ ਆ। ਤੇ ਕਿਹਦੇ ਤੋਂ ਅਸੀਂ ਪ੍ਰਭਾਵਿਤ ਆ? ਅਸੀਂ ਸੰਸਾਰ ਤੋਂ ਪ੍ਰਭਾਵਿਤ ਆ, ਨਿਰੰਕਾਰ ਤੋਂ ਪ੍ਰਭਾਵਿਤ। ਸਾਡਾ ਹਿਰਦਾ ਅਜੇ ਤੱਕ ਹੋਇਆ ਨਹੀਂ। ਜੇ ਹੋਇਆ ਹੁੰਦਾ ਫਿਰ 24 ਘੰਟੇ ਧਿਆਨ ਗੁਰੂ ਦੇ ਸ਼ਬਦ ਵਿੱਚ ਹੀ ਰਹਿਣਾ ਸੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਇਹ ਸਾਡੇ ਮਨ ਦੀ ਹਾਲਤ ਦੱਸਦੇ ਨੇ, ਸਾਰੀ ਸ੍ਰਿਸ਼ਟੀ ਦੀ ਹਾਲਤ। ਆਖਿਆ ਹੈ, ਇੱਥੇ ਵਿਸ਼ਰਾਮ ਆ। ਮੰਗਿਆ ਹੈ, ਇੱਥੇ ਵੀ ਵਿਸ਼ਰਾਮ ਆ, ਵੱਡਾ ਵਿਸ਼ਰਾਮ। ਤੇ ਅਸੀਂ ਆਖ ਕੇ ਕੀ ਮੰਗਦੇ ਆ? ਦੇਹ ਦੇਹ, ਇਹ ਵੀ ਦੇ ਦੇ, ਉਹ ਵੀ ਦੇ ਦੇ, ਘਰ ਵੀ ਦੇ ਦੇ, ਘਰ ਵਾਲੀ ਵੀ ਦੇ ਦੇ, ਬੱਚੇ ਵੀ ਦੇ ਦੇ। ਰੱਬਾ ਤੂੰ ਭੁੱਲ ਗਿਆ ਵਾ, ਹੁਣ ਕਾਰੋਬਾਰ ਵੀ ਦੇ ਦੇ। ਕਾਰੋਬਾਰ ਮਿਲ ਗਿਆ, ਪੈਸੇ ਕਿੰਨੇ ਦੇਣੇ ਆ? ਪ੍ਰੋਫਿਟ ਵੀ ਦੇ। ਜੋ ਮੈਨੂੰ ਚਾਹੀਦਾ ਤੂੰ ਮੈਨੂੰ ਉਹ ਦੇ, ਕਿਉਂਕਿ ਤੈਨੂੰ ਨਹੀਂ ਪਤਾ ਸਾਨੂੰ ਚਾਹੀਦਾ ਕੀ ਹੈ। ਅਸੀਂ ਇੰਝ ਕਹਿੰਦੇ ਆ ਕਿ ਪਰਮੇਸ਼ਵਰ ਨੂੰ ਪਤਾ ਨਹੀਂ ਆ। ਉਹਨੇ ਕਿਹੜਾ ਸਰੀਰ ਧਾਰਿਆ ਆ? ਉਹ ਤੇ ਅਸੀਂ ਧਾਰਿਆ, ਵਕਤ ਤੇ ਸਾਨੂੰ ਪਿਆ ਆ। ਉਹਨੂੰ ਦੱਸਣਾ ਪੈਂਦਾ ਹੈ ਪਰਮਾਤਮਾ ਨੂੰ। ਫਿਰ ਅਸੀਂ ਕਰਦੇ ਹਾਂ, ਮਹਾਰਾਜ ਜੀ ਆ ਤੁਹਾਡੇ ਅੱਗੇ ਆ ਗਏ ਆ, ਹੁਣ ਲਿਸਟ ਚੱਕੋ। ਤੇ ਸਾਡੀ ਲਿਸਟ ਇੰਨੀ ਵੱਡੀ ਹੁੰਦੀ ਆ, ਮਹਾਰਾਜ ਜੀ ਕਹਿੰਦੇ ਨੇ ਪੁਰਾਣੇ ਜਨਮਾਂ 'ਚ ਵੀ ਇਹੀ ਲਿਸਟ ਅੱਗੇ ਰੱਖਦਾ ਰਿਹਾ। ਉਹ ਲਿਸਟ ਨੂੰ ਛੱਡ, ਉਹਦੇ ਚਰਨ ਫੜ, ਜੋ ਤੇਰੀ ਮੰਗ ਹੀ ਖਤਮ ਕਰ ਦੇ। ਕਿਹੜੇ ਪਾਸੇ ਤੁਰਿਆ ਫਿਰਦਾ ਤੂੰ? ਸੰਸਾਰ ਤੋਂ ਇੰਨਾ ਪ੍ਰਭਾਵਿਤ ਹੋ ਗਿਆ, ਸੰਸਾਰ ਦੇ ਵਿੱਚ ਹੀ ਰਚ ਗਿਆ। ਮਹਾਰਾਜ ਜੀ ਕਹਿੰਦੇ ਆਖਿਆ ਹੈ, ਮੰਗਿਆ ਹੈ, ਦੇਹ ਦੇਹ, ਮੰਗੀ ਜਾਂਦਾ ਹੈ, ਇਹ ਵੀ ਦਾਤਾਂ ਦੇ ਦੇ, ਇਹ ਵੀ ਦਾਤਾਂ ਦੇ ਦੇ। ਕਹਿੰਦੇ ਮਾਲਕ ਉਹ ਇੰਨਾ ਪ੍ਰੇਮ ਕਰਦਾ ਹੈ, ਕਹਿੰਦੇ ਹੈ ਤੇ ਮੇਰਾ ਬੱਚਾ ਹੀ, ਚੱਕ, ਆ ਵੀ ਚੱਕ, ਆ ਵੀ ਚੱਕ, ਆ ਵੀ ਚੱਕ, ਜੋ ਚਾਹੀਦਾ ਤੂੰ ਲੈ। ਦਾਤ ਕਰੇ ਦਾਤਾਰ, ਉਹ ਦਾਤਾ ਬਖਸ਼ਿਸ਼ਾਂ ਕਰੀ ਜਾਂਦਾ। ਉਹਦੇ ਭੰਡਾਰੇ ਨੇ ਸੌੜੇ ਨਹੀਂ, ਇੰਨੇ ਭੀੜੇ ਨਹੀਂ, ਇੰਨੇ ਛੋਟੇ ਨਹੀਂ ਕਿ ਸਾਨੂੰ ਕਵੇ ਕਿ ਪਹਿਲਾਂ ਸਵਾਸ ਲੈ ਕੇ ਤੁਸੀਂ ਕੋਈ ਕੰਮ ਤੇ ਚੰਗਾ ਕੀਤਾ ਨਹੀਂ, ਕੰਮ ਤੇ ਨਿਕੰਮਿਆਂ ਵਾਲੇ ਕੀਤੇ ਆ, ਤੇ ਹੁਣ ਅਗਲੇ ਸਵਾਸ ਤੁਹਾਨੂੰ ਨਹੀਂ ਮਿਲਨੇ। 2 ਦਿਨ ਵੇਖ ਲਿਆ ਤੁਸੀਂ ਬੰਦੇ ਅਕਿਰਤ ਖਾਣ ਜੇ, ਹੁਣ ਤੀਜੇ ਦਿਨ ਤੁਹਾਡੀ ਮੌਤ। ਇਸ ਢੰਗ ਨਾਲ ਤੇ ਜਦੋਂ ਬੱਚਾ ਪੈਦਾ ਹੁੰਦਾ ਆ, ਉਹ ਤੇ ਤੀਜੇ ਦਿਨ ਹੀ ਮਰੀ ਜਾਣੇ ਸਾਰੇ ਸੰਸਾਰ ਦੇ ਬੱਚੇ। ਪਰ ਉਹ ਮਾਲਕ ਆ, ਉਹ ਪਿਤਾ ਆ। ਪਿਤਾ ਆਪਣੇ ਬੱਚਿਆਂ ਦੀ ਸਾਰੀਆਂ ਗਲਤੀਆਂ ਮਾਫ਼ ਕਰ ਦਿੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਉਹ ਬੜਾ ਵੱਡਾ ਦਾਤਾ ਆ, ਤੇਰੀ ਮੰਗ ਛੋਟੀ ਆ। ਤੇ ਗੁਰੂ ਨੂੰ ਪੁੱਛ ਕੇ ਮੰਗਣਾ ਕੀ ਆ? ਤੇ ਫਿਰ ਮਹਾਰਾਜ ਜੀ ਕਹਿੰਦੇ ਆ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰੱਖ ਲਾ ਦਾਤਿਆ, ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸਾਨੂੰ ਗੋਲਾ ਬਣਾ ਲਿਆ, ਪਰ ਸਾਡੀ ਬਿਰਤੀ ਦੇ ਵਿੱਚ ਗੋਲਾਪਣ ਹੈ ਨਹੀਂ। ਉਹ ਗੁਰੂ ਕਰ ਸਕਦਾ ਹੈ। ਜਿਵੇਂ ਜਿਵੇਂ ਜਪੀ ਜਾਵਾਂਗੇ ਤਿਵੇਂ ਤਿਵੇਂ ਖੇਡ ਵਰਤਦੀ ਜਾਂਦੀ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਫੇਰ ਕੇ ਅੱਗਾ ਰੱਖੀਐ, ਜਿਤ ਦਿਸਾ ਦਰਬਾਰ। ਜਿਸ ਵੇਲੇ ਅਸੀਂ ਇਹ ਪੰਕਤੀ ਪੜ੍ਹਦੇ ਹਾਂ ਤੇ ਫੇਰ ਦੇ ਉੱਤੇ ਰੁਕਣਾ ਹੈ। ਫੇਰ ਇਹਦਾ ਅਰਥ ਇਹ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹ ਕੰਮ ਕੀਤਾ ਸੀ ਤੇ ਫੇਰ ਆਪਾਂ ਇਹ ਕੰਮ ਕੀਤਾ। ਮਹਾਰਾਜ ਜੀ ਕਹਿ ਰਹੇ ਨੇ ਦਾਤਾਂ ਦੇ ਉਹ ਬਖਸ਼ੀ ਜਾਂਦਾ ਹੈ, ਉਹ ਆਪ ਹੀ ਕਰੀ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਥੈਂਕਸ ਤੇ ਕਰ, ਸ਼ੁਕਰਾਨਾ ਤੇ ਕਰ। ਤੇ ਸ਼ੁਕਰਾਨਾ ਕਿਵੇਂ ਕਰਨਾ? ਆ ਲੈ ਚੱਕ ਤੂੰ 100 ਰੁਪਈਆ, ਆ ਲੈ ਚੱਕ ਪਰਮਾਤਮਾ ਹੀ ਗੁਰੂ 2000 ਰੁਪਈਆ, ਆ ਲੈ ਚੱਕ 2 ਲੱਖ, ਆ ਲੈ ਚੱਕ 20 ਲੱਖ। ਮਹਾਰਾਜ ਜੀ ਕਹਿੰਦੇ ਨਹੀਂ, ਤੈਨੂੰ ਮੈਂ ਦੱਸਦਾ ਤੂੰ ਸ਼ੁਕਰਾਨਾ ਕਿਵੇਂ ਕਰਨਾ ਹੈ। ਵੇਖੋ ਕਮਾਲ ਕੀ ਬਾਤ, ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦਾ ਸਵਾਲ ਰਹਿਣ ਹੀ ਨਹੀਂ ਦਿੱਤਾ। ਕਹਿੰਦੇ ਫੇਰ ਕਿ ਅੱਗੇ ਰੱਖੀ ਹੈ, ਇਹਨੂੰ ਕੇ ਨਹੀਂ ਕਹਿਣਾ, ਇਹਨੂੰ ਕਹਿਣਾ ਕਿ, ਕੱਕੇ ਨੂੰ ਸਿਹਾਰੀ ਕੇ। ਫੇਰ
ਕਿ ਅੱਗੇ ਰੱਖੀਏ। ਕਿਹੜੀ ਚੀਜ਼ ਅਸੀਂ ਅੱਗੇ ਰੱਖੀਏ, ਭੇਟਾ ਕਰੀਏ? ਜਿਤ ਦਿਸੈ ਦਰਬਾਰ, ਜਿਹਦੇ ਨਾਲ ਪਹਿਲਾਂ ਸਾਨੂੰ ਗੁਰੂ ਦਾ ਦਰਬਾਰ ਦਿਸ ਪਵੇ, ਪ੍ਰਕਾਸ਼ ਦਾ, ਸੱਚਖੰਡ ਦਾ ਦਰਬਾਰ ਦਿਸ ਪਵੇ। ਸਭ ਤੋਂ ਪਹਿਲਾਂ ਦਰਬਾਰ ਹੀ ਦਿਸਦਾ ਹੈ ਨਾ, ਦਰਬਾਰ ਦਾ ਮਾਲਕ ਥੋੜ੍ਹਾ ਦਿਸਦਾ ਹੈ। ਪਰ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲਏ ਛਡਾਈ। ਕਹਿਣ ਲੱਗੇ ਕਿ ਉਹ ਗੁਰੂ ਇੰਨਾ ਬੇਅੰਤ ਆ ਕਿ ਉਹ 24 ਘੰਟੇ ਤੇਰੇ ਨਾਲ ਆ, ਤੂੰ ਭਾਵੇਂ ਨਾ ਸਮਝੇ। ਜਦੋਂ ਅੰਮ੍ਰਿਤ ਛਕ ਲਿਆ ਫਿਰ ਤਾਂ ਸਾਰੀਆਂ ਗੱਲਾਂ ਹੀ ਪਾਸੇ ਰਹਿ ਜਾਂਦੀਆਂ। ਅੰਮ੍ਰਿਤ ਛਕਣ ਦਾ ਅਰਥ ਆ ਕਲਗੀਧਰ ਪਾਤਸ਼ਾਹ ਜੀ ਨੇ ਗਾਰੰਟੀ ਲੈ ਲਈ ਆ ਕਿ ਪੁੱਤ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਆ 24 ਘੰਟੇ। ਬਿਨਾਂ ਗੁਰੂ ਵਾਲੇ ਹੋਏ ਇਹ ਖੇਡ ਨਹੀਂ ਵਰਤਦੀ। ਮਹਾਰਾਜ ਜੀ ਕੀ ਕਹਿੰਦੇ ਆ ਕਿ ਦਰਬਾਰ ਜਿਸ ਵੇਲੇ ਤੈਨੂੰ ਦਿਸਿਆ ਤੇ ਸਭ ਤੋਂ ਪਹਿਲਾਂ ਤੇਰਾ ਫਰਜ਼ ਕੀ ਬਣਦਾ ਕਿ ਦਰਬਾਰ ਦੇ ਅੰਦਰ ਜਾਣ ਤੋਂ ਪਹਿਲਾਂ ਤੈਨੂੰ ਇਹ ਤੇ ਪਤਾ ਹੋਵੇ ਨਾ ਕਿ ਤੂੰ ਗੱਲ ਕਿਵੇਂ ਕਰਨੀ ਆ। ਜਾ ਕੇ ਗਾਲੀ ਨਾ ਪੈ ਜੇ ਰੱਬ ਦੇ, ਗੁਰੂ ਦੇ, ਕਿ ਦਿੱਤਾ ਕੀ ਮੈਨੂੰ, ਦੰਦ ਦਿੱਤੇ ਤੇ ਪ੍ਰਸ਼ਾਦਾ ਕਿਹਨੇ ਦੇਣਾ ਸੀ? ਅਸੀਂ ਅੱਗੋਂ ਕਹਿਣਾ ਆ ਕਿ ਸਹੀ ਗੱਲ ਤੇ ਸਹੀ ਕੀਤੀ ਆ, ਦੰਦ ਦਿੱਤੇ 32 ਤੇ ਵਿਚਾਰਾ ਗਰੀਬ ਬੰਦਾ, ਤੇ ਅੱਗੋਂ ਪਰਮੇਸ਼ਵਰ ਨੇ ਕਹਿਣਾ ਆ ਪੁੱਤ ਬਹੁਤ ਕੁਛ ਦਿੱਤਾ ਆ, ਤੂੰ ਰੋਜ਼ ਪ੍ਰਸ਼ਾਦਾ ਤੇ ਛਕਦਾ, ਲੈ ਉਹ ਤੇ ਮੈਂ ਆਪ ਕਮਾਉਂਦਾ, ਤੂੰ ਥੋੜ੍ਹਾ ਦਿੰਦਾ। ਜੇ ਸਵਾਸ ਹੀ ਖਿੱਚ ਲਵੇ, ਦੱਸੋ ਨਾ ਬੰਦਾ ਵਾਹ ਕਰਨ ਜੋਗਾ ਤੇ ਨਾ ਹਾਏ ਕਰਨ ਜੋਗਾ। ਇਸ ਕਰਕੇ ਵਰਤਦਾ ਉਹੀ ਸਾਰਾ ਕੁਛ ਆ, ਪਰ ਸਮਾਂ ਆਉਂਦਾ ਆ ਜਿਸ ਵੇਲੇ ਅਸੀਂ ਸਰੀਰ ਤੋਂ ਅਲੱਗ ਹੋ ਜਾਂਦੇ ਹਾਂ, ਅਲੱਗਾ ਹੋ ਜਾਂਦੇ ਹਾਂ, ਫਿਰ ਜਾ ਕੇ ਪਤਾ ਲੱਗਦਾ ਆ ਕਿ ਸਭ ਕੁਝ ਕਰਦਾ ਹੀ ਉਹ ਪਿਆ ਸੀ, ਵਰਤਦਾ ਹੀ ਉਹ। ਅਸੀਂ ਨਹੀਂ ਵਰਤਦੇ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਪਰ ਸਮਾਂ ਆਉਂਦਾ ਉਦੋਂ ਪਤਾ ਲੱਗਦਾ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮੁਹਾ ਕੇ ਬੋਲਣ ਬੋਲੀਐ, ਚਿਤ ਸੁਣ ਧਰੇ ਪਿਆਰ। ਇੱਥੇ ਮੰਮੀ ਨੂੰ ਔਂਕੜ, ਹਾਹੇ ਨੂੰ ਕਨੋੜਾ, ਮੁਹਾਓ। ਇਹਨੂੰ ਮੁਹਾਓ ਨਹੀਂ ਬੋਲਣਾ, ਮੁਹਾਓ। ਇਹਨੂੰ ਮੂੰਹੋਂ ਵੀ ਨਹੀਂ ਬੋਲਣਾ। ਇਹ ਜਿਹੜੇ ਸ਼ਬਦ ਨੇ ਇਹ ਡੈਪਥ ਵਾਲੇ ਸ਼ਬਦ ਨੇ, ਤੇ ਇਹ ਕਨੋੜਾ ਇਸੇ ਕਰਕੇ ਪਾਇਆ ਤਾਂ ਜੋ ਇਹਦਾ ਜਿਹੜਾ ਅਸਰ ਹੈ ਜਿਹੜਾ ਬੜਾ ਡੂੰਘਾ ਜਾਂਦਾ ਅੰਦਰ। ਬੜੀ ਲੰਬੀ ਚੌੜੀ ਵਿਆਖਿਆ ਆ ਕਿ ਅੱਖਰਾਂ ਦੀ ਬਣਾਵਟ ਦੇ ਨਾਲ ਅੰਦਰ ਦੇ ਸਾਡੇ ਸਰੀਰ ਅੰਦਰ ਜਿਹੜੇ ਸੈਂਟਰ ਨੇ ਰੂਹਾਨੀਅਤ ਦੇ, ਉਹਨਾਂ 'ਤੇ ਅਸਰ ਪੈਂਦਾ। ਇਸ ਕਰਕੇ ਆਖਿਆ ਜਾਂਦਾ ਕਿ ਸੰਥਿਆ ਲੈ ਲੈਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਦਾ ਹੁਕਮ। ਮਹਾਰਾਜ ਜੀ ਕਹਿੰਦੇ ਮੁਹਾਓ ਕੇ ਬੋਲਣ ਬੋਲੀਏ। ਅਸੀਂ ਮੂੰਹ ਤੋਂ ਕਿਹੜੇ ਐਸੇ ਸ਼ਬਦ ਬੋਲੀਏ ਜਿਤ ਸੁਣ ਧਰੇ ਪਿਆਰ, ਜਿਹੜੇ ਸ਼ਬਦਾਂ ਨੂੰ ਸੁਣ ਕੇ ਤੇ ਮੇਰਾ ਮਾਲਕ ਸਾਡੇ ਨਾਲ ਪਿਆਰ ਕਰੇ। ਤੇ ਫਿਰ ਅੱਗੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਹੁਣ ਮੈਂ ਸਾਰੀਆਂ ਚੀਜ਼ਾਂ ਦੱਸਦਾ, ਭੇਟਾਵਾਂ ਦੱਸਦਾ, ਹੁਣ ਤੂੰ ਧਿਆਨ ਨਾਲ ਇਹਨਾਂ ਸ਼ਬਦਾਂ ਨੂੰ ਸੁਣੀ। ਕਿਹੜੇ ਸ਼ਬਦਾਂ ਨੂੰ? ਹਾਂਜੀ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਹਿਣ ਲੱਗੇ ਸਭ ਤੋਂ ਪਵਿੱਤਰ ਵੇਲਾ ਜਿਸ ਵੇਲੇ ਪੂਰਾ ਬ੍ਰਹਿਮੰਡ ਅਗੰਮੀ ਸ਼ਕਤੀਆਂ ਨਾਲ ਭਰਿਆ ਹੁੰਦਾ ਆ, ਉਹ ਹੈ ਅੰਮ੍ਰਿਤ ਵੇਲਾ। ਕਹਿੰਦੇ ਨੇ ਅੰਮ੍ਰਿਤ, ਇਹਨੂੰ ਵੇਲਾ ਨਹੀਂ ਕਹਿਣਾ, ਇਹ ਆ ਵੇਲਾ। ਵੇਲਾ, ਅੰਮ੍ਰਿਤ ਵੇਲਾ, ਠੇਠ ਪੰਜਾਬੀ 'ਚ ਬੋਲਣਾ ਆ ਵੇਲਾ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਤੂੰ ਪਰਮੇਸ਼ਵਰ ਅੱਗੇ ਭੇਟਾ ਸਿਰਫ ਇੱਕ ਰੱਖ, ਤੈਨੂੰ ਦਰਬਾਰ ਵੀ ਦਿਸੇਗਾ, ਦਰਬਾਰ ਅੰਦਰ ਵੀ ਜਾਏਗਾ, ਫਿਰ ਤੂੰ ਪ੍ਰੇਮ ਦੇ ਬੋਲ ਵੀ ਬੋਲੇਗਾ। ਪਰ ਉਹਦੇ ਵਾਸਤੇ ਜ਼ਰੂਰੀ ਆ ਕਿ ਤੂੰ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲਾ ਤੂੰ ਭੇਟਾ ਕਰ ਦੇ। ਅੰਮ੍ਰਿਤ ਵੇਲਾ ਸੱਚ ਨਾਉ, ਤੇ ਅੰਮ੍ਰਿਤ ਵੇਲਾ ਭੇਟਾ ਕਰਕੇ ਤੇ ਕਿਤੇ ਮੂਵੀਜ਼ ਨਾ ਦੇਖਣ ਲੱਗ ਪਈ। ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲੇ ਉੱਠਣਾ ਹੈ, ਆਪਾਂ ਕਰਨਾ ਥੋੜ੍ਹਾ ਕੁਛ ਨਹੀਂ। ਅੰਮ੍ਰਿਤ ਵੇਲੇ ਉੱਠ, ਗੁਰੂ ਦੇ ਹੁਕਮ ਅਨੁਸਾਰ ਤੂੰ ਆਪਣਾ ਨੇਮ ਨਿਭਾ, ਪਰਮੇਸ਼ਵਰ ਦਾ ਨਾਮ ਜਪ ਜੋ ਗੁਰੂ ਨੇ ਕਿਹਾ, ਆਪਣੀ ਮਰਜ਼ੀ ਨਾਲ ਨਹੀਂ। ਕਹਿਣ ਲੱਗੇ ਵਡਿਆਈ ਵਿਚਾਰ। ਇੱਕ ਹੋਰ ਇਹ ਸ਼ਬਦ ਬਹੁਤ ਬਾਰੀਕ ਆ, ਅਸੀਂ ਵਡਿਆਈ ਕਹਿ ਦਿੰਦੇ ਹਾਂ। ਵਡਿਆਈ ਆਪ ਜੀ ਨੂੰ ਲੱਗਦਾ ਹੋਏਗਾ ਕਿ ਸ਼ਬਦ ਠੀਕ ਆ, ਪਰ ਠੀਕ ਨਹੀਂ ਆ। ਇਹ ਢੱਡੇ ਦੀ ਭਾਅ ਪੈਂਦੀ ਆ, ਇਹਨੂੰ ਬੋਲਣਾ ਪਏਗਾ ਵਡਿਆਈ। ਵਡਿਆਈ ਤੇ ਕਿਤੇ ਵਡਿਆਈ ਢੱਡਾ ਪੈ ਗਿਆ ਨਾ, ਇਹਨੂੰ ਪੜ੍ਹਨਾ ਵਾ ਅੰਮ੍ਰਿਤ ਵੇਲਾ, ਤੇ ਇਹਨੂੰ ਅੰਮ੍ਰਿਤ ਵੇਲਾ ਨਹੀਂ ਕਹਿਣਾ, ਮੰਮੀ ਨੂੰ ਸਿਹਾਰੀ ਆ। ਅੰਮ੍ਰਿਤ ਵੇਲਾ, ਤੇ ਇਹਨੂੰ ਅਸੀਂ ਜਾਂ ਅੰਮ੍ਰਿਤ ਵੇਲਾ ਕਹਿ ਦਿੰਦੇ ਆ ਜਾਂ ਅੰਮ੍ਰਿਤ ਵੇਲਾ, ਪਰ ਇਹ ਦੋਵੇਂ ਨਹੀਂ ਆ। ਇਹ ਆ ਅੰਮ੍ਰਿਤ, ਮ੍ਰਿਤ ਕਹਿਣਾ, ਮਿਰਤ ਨਹੀਂ ਕਹਿਣਾ, ਪੈਰ 'ਚ ਅੱਧਾ ਰਾਰਾ। ਅੰਮ੍ਰਿਤ ਵੇਲਾ ਸੱਚ ਨਾਉ,
ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ, ਮਾਲਕ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ, ਆਪਣਾ ਨੇਮ ਨਿਭਾ, ਗੁਰੂ ਦੀ ਵਡਿਆਈ ਕਰ, ਪਰਮੇਸ਼ਵਰ ਦੀ ਵਡਿਆਈ ਕਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸਾਨੂੰ ਇਹ ਸਰੀਰ ਦਾ ਕੱਪੜਾ ਮਿਲਿਆ ਆ। ਇਸ ਕੱਪੜੇ ਦਾ ਲਾਹਾ ਲੈ ਲਈਏ ਕਿ ਜਾਂ ਫਿਰ ਖਾ ਲਿਆ, ਪੀ ਲਿਆ, ਸੌਂ ਲਿਆ, ਕਮਾ ਲਿਆ, ਹੱਸ ਲਿਆ, ਖੇਡ ਲਿਆ, ਰੋ ਲਿਆ, ਫਿਕਰ ਕਰ ਲਈ। ਅਖੀਰ ਤੇ ਇਹ ਬੰਦਾ ਹੁੰਦਾ ਸੀ, ਚੰਗਾ ਹੁੰਦਾ ਸੀ। ਤੇ ਚੰਗਾ ਸਿਰਫ ਬ੍ਰਹਮ ਗਿਆਨੀ ਹੁੰਦਾ ਆ, ਬ੍ਰਹਮ ਗਿਆਨੀ ਤੋਂ ਬਿਨਾਂ ਕੋਈ ਚੰਗਾ ਨਹੀਂ ਹੁੰਦਾ। ਪਰ ਸਾਨੂੰ ਲੱਗਦਾ ਕਿ ਨਹੀਂ, ਬੰਦਾ ਤੇ ਚੰਗਾ ਸੀ, ਭਾਵੇਂ ਉਹ 'ਚ 5 ਵਿਸ਼ੇ ਵਿਕਾਰ ਸੀ। ਤੇ ਗੁਰੂ ਕਹਿੰਦਾ ਹੈ ਤੈਨੂੰ ਧੱਕਾ ਪੈਣਾ ਦਰਗਾਹ ਤੋਂ। ਅਸੀਂ ਤਕਰੀਬਨ 100% ਦੇ ਵਿੱਚੋਂ 102% ਝੂਠ ਹੀ ਬੋਲਦੇ ਹਾਂ। ਅਸੀਂ ਕਹਾਂਗੇ ਇਹ ਕੌਣ ਆ, ਇਹ ਮੇਰੇ ਪਤੀ ਦੇਵ ਆ। ਪਤੀ ਦੇਵ ਕਿੱਥੋਂ ਹੋ ਗਏ? ਪਿਛਲੇ ਜਨਮ ਵਿੱਚ ਤੇ ਤੇਰਾ ਭਰਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਤੋਂ ਪਿਛਲੇ ਜਨਮ ਦੇ ਵਿੱਚ ਹੋ ਸਕਦਾ ਤੇਰੇ ਘਰ ਦਾ ਕੋਈ ਜਾਨਵਰ ਹੋਵੇ। ਸਾਡੀਆਂ ਅੱਖਾਂ ਨਹੀਂ ਹਨ ਜਿਹੜੀਆਂ ਅੱਖਾਂ ਨਾਲ ਅਸੀਂ ਐਕੂਰੇਸੀ ਦੇ ਵਿੱਚ ਦੱਸ ਸਕੀਏ ਕਿ ਇਹ ਜਿਹੜੀ ਗੱਲ ਮੇਰੀ ਐਕੂਰੇਟ ਆ। ਸਾਡਾ ਸਭ ਜੋ ਵੀ ਸੱਚ ਆ ਸਭ ਝੂਠ ਹੀ ਆ। ਇੱਕ ਤਾਂ ਜ਼ੁਬਾਨ 'ਤੇ ਝੂਠ ਬੋਲਣਾ ਹੁੰਦਾ ਨਾ, ਕਿ ਮੈਂ ਚੌਂਕ 'ਚ ਹੀ ਖੜਾ ਆ ਤੇ ਆਰਾਮ ਨਾਲ ਅੰਦਰ ਬਹਿ ਕੌਫੀ ਪੀਂਦਾ ਹੁੰਦਾ ਬੰਦਾ, ਉਹ ਝੂਠ ਆ। ਪਰ ਮਹਾਰਾਜ ਜੀ ਕਹਿੰਦੇ ਜਿਹੜਾ ਤੇਰਾ ਬਾਕੀ ਵੀ ਸਿਸਟਮ ਉਹ ਵੀ ਝੂਠ ਹੀ ਆ। ਕੀ? ਕੋਈ ਪੁੱਛਦਾ ਜੀ ਤੁਸੀਂ ਕੌਣ ਬੋਲਦੇ ਜੀ? ਇਕਬਾਲ ਸਿੰਘ ਬੋਲਦੇ, ਗੁਰਮੰਦਰ ਸਿੰਘ ਬੋਲਦੇ? ਹਾਂਜੀ ਮੈਂ ਗੁਰਮੰਦਰ ਸਿੰਘ। ਗੁਰੂ ਸਹਿਮਤ ਹੀ ਨਹੀਂ ਹੁੰਦਾ। ਗੁਰੂ ਕਹਿੰਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੇਖੋ ਸਾਡਾ ਨਾਂ ਹੀ ਝੂਠ ਆ। ਹਾਂਜੀ, ਸਰੀਰ ਦਾ ਨਾਮ ਆ ਨਾ, ਆਪਣਾ ਤੇ ਨਾਂ ਨਹੀਂ ਹੈਗਾ ਕੋਈ। ਫਿਰ ਅਗਲਾ ਸਵਾਲ ਹੁੰਦਾ ਆ ਤੁਸੀਂ ਕਿੱਥੇ ਖੜੇ ਜੇ, ਕਿੱਥੇ ਬੈਠੇ ਜੇ? ਤੇ ਅਸੀਂ ਕਹਿੰਦੇ ਹਾਂ ਜੀ ਅਸੀਂ ਇਸ ਪੈਲੇਸ ਵਿੱਚ, ਇਸ ਹੋਟਲ ਦੇ ਵਿੱਚ, ਇਸ ਘਰ 'ਚ ਬੈਠੇ ਹੋਏ ਹਾਂ, ਜਦ ਕਿ ਅਸੀਂ ਬੈਠਦੇ ਹੀ ਨਹੀਂ ਹਾਂ। ਇੱਕ ਸਾਹ 'ਚ ਅਸੀਂ 10 ਦਿਸ਼ਾਵਾਂ 'ਚ ਦੌੜਦੇ ਹਾਂ। ਇਹ ਵੀ ਝੂਠ ਹੋ ਗਿਆ। ਸਾਡਾ ਇੱਕ ਸਾਹ ਝੂਠ ਦੇ ਨਾਲ ਲਿਬੜਿਆ ਪਿਆ ਆ, ਪਰ ਅਸੀਂ ਕਹਿੰਦੇ ਅਸੀਂ ਕਦੇ ਝੂਠ ਨਹੀਂ ਬੋਲਿਆ। ਮਹਾਰਾਜ ਜੀ ਕਹਿੰਦੇ ਜੇ ਝੂਠ ਨਾ ਬੋਲਿਆ ਹੁੰਦਾ ਉਹਨੂੰ ਬ੍ਰਹਮ ਗਿਆਨੀ ਹੁੰਦਾ। ਤੇ ਬ੍ਰਹਮ ਗਿਆਨੀ ਜਿਸ ਵੇਲੇ ਕੋਈ ਬੰਦਾ ਹੋ ਜਾਂਦਾ ਹੈ ਤੇ ਫਿਰ ਖੇਡ ਹੋਰ ਵਰਤਦੀ ਹੈ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਤੈਨੂੰ ਸਰੀਰ ਦਾ ਕੱਪੜਾ ਮਿਲਿਆ, ਤੂੰ ਬੰਦਗੀ ਵਿੱਚ ਜੁੜ ਜਾ। ਇਸ ਤੋਂ ਬਿਨਾਂ ਤੇਰੇ ਜੀਵਨ ਦਾ ਲਾਹਾ ਕੋਈ ਨਹੀਂ। ਤੇ ਉਹਦੀ ਬਖਸ਼ਿਸ਼ ਦੇ ਨਾਲ ਤੈਨੂੰ ਸਰੀਰ ਦਾ ਕੱਪੜਾ ਮਿਲਿਆ, ਉਹਦੀ ਬਖਸ਼ਿਸ਼ ਵਰਤੇਗੀ ਤੇ ਪਰਤ ਕੇ ਫਿਰ ਤੈਨੂੰ ਸਿਫਤ ਸਲਾਹ ਦਾ ਕੱਪੜਾ ਮਿਲੇਗਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਫਿਰ ਤੇਰੀ ਇੱਜ਼ਤ ਪਤ ਢੱਕੀ ਜਾਏਗੀ। ਤੇ ਕਰਮੀ ਦਾ ਅਰਥ ਇਹ ਹੈ ਪਰਮੇਸ਼ਵਰ ਦੀ ਕਿਰਪਾ ਦੇ ਨਾਲ। ਤੇ ਜਿਸ ਵੇਲੇ ਤੈਨੂੰ ਇਹ ਮਨੁੱਖਾ ਸਰੀਰ ਦਾ ਕੱਪੜਾ ਮਿਲ ਗਿਆ, ਹੁਣ ਤੈਨੂੰ ਸਿਫਤ ਸਲਾਹ ਦਾ ਕੱਪੜਾ ਮਿਲ ਗਿਆ, ਹੁਣ ਤੂੰ ਬੰਦਗੀ ਵਿੱਚ ਬੈਠ, ਅੰਮ੍ਰਿਤ ਵੇਲਾ ਭੇਟਾ ਕਰ, ਨਦਰੀ ਮੋਖ ਦੁਆਰ। ਤੇ ਕਹਿਣ ਲੱਗੇ ਉਸੇ ਵੇਲੇ ਤੇਰੇ ਸਾਹਮਣੇ ਮੁਕਤੀ ਦਾ ਦਰਵਾਜ਼ਾ ਖੁੱਲ ਜਾਣਾ ਆ। ਝੂਠ ਦੀ ਜਿਹੜੀ ਕੰਧ ਆ ਉਹ ਸਾਰੀ ਦੀ ਸਾਰੀ ਬਿਨਸ ਜਾਣੀ ਆ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਣੀ ਹੈ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਅੰਮ੍ਰਿਤ ਵੇਲਾ ਸਾਂਭ ਕੇ, ਅੰਮ੍ਰਿਤ ਵੇਲੇ ਗੁਰੂ ਦੇ ਹੁਕਮ ਨੂੰ ਮੰਨ ਕੇ ਜਿਸ ਵੇਲੇ ਤੂੰ ਨੇਮ ਨਿਭਾਵੇਂਗਾ, ਉਸ ਵੇਲੇ ਐਸੀ ਖੇਡ ਵਰਤੇਗੀ ਕਿ ਤੈਨੂੰ ਪਰਮੇਸ਼ਵਰ ਸਾਰੇ ਪਾਸੇ ਦਿਸੇਗਾ, ਕਿਉਂਕਿ ਤੂੰ ਸਚਿਆਰ ਹੋ ਗਿਆ, ਤੂੰ ਸੱਚ ਦਾ ਰੂਪ ਹੋ ਗਿਆ। ਤੇ ਸੱਚ ਦਾ ਰੂਪ ਜਿਸ ਵੇਲੇ ਅਸੀਂ ਹੋ ਜਾਂਦੇ ਹਾਂ ਤੇ ਫਿਰ ਚਿੰਤਾ ਖਤਮ ਹੋ ਜਾਂਦੀ ਆ। ਚਿੰਤਾ ਹੋਣੀ ਦੱਸਦੀ ਆ ਕਿ ਇਸ ਪਰਸਨ ਦੇ ਹਿਰਦੇ 'ਚ ਟਿਕਾਊ ਨਹੀਂ ਆ, ਇਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਆ। ਮਹਾਰਾਜ ਜੀ ਨੇ ਵਚਨ ਕੀਤਾ ਨਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਕਿਉਂ ਚਿੰਤਾ ਕਰਦਾ ਹੈ? ਤੇ ਚਿੰਤਾ ਕਰਨਾ ਤੇਰਾ ਦੱਸ ਰਿਹਾ ਕਿ ਤੈਨੂੰ ਕਿੰਨੀ ਭਗਤੀ ਚਾਹੀਦੀ। ਜੇ ਤੂੰ ਇੱਕ ਪਾਠ ਕਰਦਾ ਤੈਨੂੰ ਘੱਟੋ ਘੱਟ 50 ਤੋਂ 100 ਪਾਠ ਕਰਨਾ ਚਾਹੀਦਾ। ਬੇਫਿਕਰੀ ਦੀ ਬਖਸ਼ਿਸ਼ ਉਹ ਗੁਰੂ ਨੇ ਦੇਣੀ ਆ, ਅਚਿੰਤ ਅਵਸਥਾ ਗੁਰੂ ਨੇ ਦੇਣੀ ਆ। ਤੇ ਮਹਾਰਾਜ ਜੀ ਕਹਿੰਦੇ ਨੇ ਇਸ ਢੰਗ ਨਾਲ ਤੂੰ ਸਚਿਆਰ ਹੋ ਜਾਏਗਾ, ਤੂੰ ਉਸ ਮਾਲਕ ਦੇ ਪ੍ਰਕਾਸ਼ ਸਵਰੂਪ ਦੀ ਸਮਝ ਰੱਖ ਕੇ ਉਹਦੇ ਵਿੱਚ ਲੀਨ ਹੋ ਜਾਏਗਾ। ਫਿਰ ਤੈਨੂੰ ਪਤਾ ਲੱਗੇਗਾ ਕਰਦਾ ਹੀ ਸਾਰਾ ਕੁਝ ਉਹੀ ਆ। ਮੈਂ ਤੇ ਐਵੇਂ ਵਿੱਚ ਆਪਣੇ ਆਪ ਨੂੰ ਪਾ ਲਿਆ, ਖੇਡ ਉਹੀ ਵਰਤਾ ਰਿਹਾ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ।
ਥਾਪਿਆ ਨ ਜਾਏ ਕੀਤਾ ਨ ਹੋਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਪਰਮੇਸ਼ਵਰ ਥਾਪਿਆ ਨਾ ਜਾਏ। ਕਹਿੰਦੇ ਨੇ ਉਹ ਕਿਸੇ ਵੱਲੋਂ ਸਥਾਪਿਤ ਕੀਤਾ ਨਹੀਂ ਹੋਇਆ। ਪਰਮੇਸ਼ਵਰ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਕਿਸੇ ਨੇ ਥਾਪਨਾ ਦੇ ਕੇ ਨਹੀਂ ਆਖਿਆ ਕਿ ਅੱਜ ਤੋਂ ਬਾਅਦ ਤੂੰ ਪਰਮੇਸ਼ਵਰ ਆ ਤੇ ਸਾਰਾ ਸ੍ਰਿਸ਼ਟੀ ਦਾ ਕੰਮ ਕਰ ਤੂੰ ਕਰ। ਕਹਿੰਦੇ ਕੀਤਾ ਨਾ ਹੋਏ ਤੇ ਨਾ ਹੀ ਸਾਡਾ ਬਣਾਇਆ ਪਿਆ ਆ ਕਿ ਜੇ ਨਾਮ ਜਪਾਂਗੇ ਤੇ ਜਿਉਂਦਾ ਰਹੂ ਤੇ ਜੇ ਨਾਮ ਨਾ ਜਪੇ ਆਪੇ ਮਰ ਮੁਰ ਜਾਊ। ਕਹਿੰਦੇ ਨੇ ਨਾ ਤੇ ਉਹ ਪੈਦਾ ਕੀਤਾ ਹੋਇਆ ਹੈ ਪਰਮੇਸ਼ਵਰ ਸਹਿਭੰ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਤੇ ਸਾਡੇ ਵਾਹ ਕਰਨ ਦੇ ਨਾਲ ਉਹਨੇ ਵੱਡਾ ਨਹੀਂ ਹੋਣਾ ਤੇ ਸਾਡੇ ਅੱਗੋਂ ਗੁੱਸੇ ਹੋਣ ਨਾਲ ਉਹਨੇ ਨਾਰਾਜ਼ ਹੋ ਕੇ ਛੋਟਾ ਨਹੀਂ ਹੋ ਜਾਣਾ। ਉਹ ਤੇ ਆਪਣੇ ਉਸ ਪ੍ਰਕਾਸ਼ ਸਰੂਪ ਦੇ ਵਿੱਚ ਹਮੇਸ਼ਾ ਹੀ ਅਡੋਲ ਟਿਕਿਆ ਹੋਇਆ ਹੈ। ਤੇ ਕਹਿੰਦੇ ਨੇ ਸਾਰਾ ਕੁਝ ਉਹਨੇ ਬਣਾਇਆ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਸਾਰਾ ਕੁਝ ਉਹਨੇ ਥਾਪਿਆ ਪਰ ਉਹਨੂੰ ਕਿਸੇ ਨੇ ਨਹੀਂ ਥਾਪਿਆ। ਤੇ ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਪੇ ਆਪ ਨਿਰੰਜਨ ਸੋਏ। ਉਸ ਪਰਮੇਸ਼ਵਰ ਨੇ ਆਪਣੇ ਆਪ ਦੇ ਵਿੱਚੋਂ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਨਿਰੰਜਨ ਨਿਰ ਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮਾ ਹੁੰਦਾ ਕਾਲੇ ਰੰਗ ਦਾ ਤੇ ਇੱਥੇ ਕਾਲੇ ਰੰਗ ਦਾ ਅਰਥ ਹੈ ਮਾਇਆ। ਪਰਮੇਸ਼ਵਰ ਮਾਇਆ ਤੋਂ ਰਹਿਤ ਆ ਕਿਉਂਕਿ ਮਾਇਆ ਪਰਮੇਸ਼ਵਰ ਨੇ ਬਣਾਈ ਆ। ਪਰਮੇਸ਼ਵਰ ਮਾਇਆ ਨੇ ਪਰਮੇਸ਼ਵਰ ਨੂੰ ਨਹੀਂ ਬਣਾਇਆ। ਅੱਗੇ ਸਤਿਗੁਰੂ ਕਿਰਪਾ ਕਰਦੇ ਹਨ। ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ। ਇਸ ਪੰਕਤੀ ਦਾ ਜਿਹੜਾ ਅਰਥ ਆ ਉਹ ਤਕਰੀਬਨ ਮੇਰੇ ਵਰਗੇ ਗਲਤੀ ਕਰ ਦਿੰਦੇ ਆ, ਪਰ ਤੇ ਸੇਵਿਆ ਦਾ ਅਰਥ ਇਹ ਹੈ ਜਿਨ੍ਹਾਂ ਨੇ ਪਰਮੇਸ਼ਵਰ ਦਾ ਸਿਮਰਨ ਕੀਤਾ, ਜਿਨ੍ਹਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ, ਉਹਨਾਂ ਨੂੰ ਹੀ ਵਡਿਆਈ ਮਿਲੀ ਮਾਲਕ ਦੀ ਦਰਗਾਹ ਦੇ ਵਿੱਚ। ਤੇ ਕਹਿੰਦੇ ਨੇ ਨਾਨਕ ਇੱਥੇ ਵਿਸ਼ਰਾਮ, ਨਾਨਕ ਗਾਵੀਐ ਗੁਣੀ ਨਿਧਾਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਦੇਖ ਪਰਮੇਸ਼ਵਰ ਸਰਬ ਕਲਾ ਸਮਰੱਥ ਹੈ, ਤੂੰ ਹੁਣ ਤੇ ਭਰੋਸਾ ਕਰ ਲੈ, ਕਰ ਭਰੋਸਾ। ਤੇ ਗਾਵੀਐ ਜੇ ਤੈਨੂੰ ਵਾਕਈ ਭਰੋਸਾ ਹੋ ਗਿਆ ਕਿ ਉਹ ਹੀ ਮਾਲਕ ਆ, ਉਹਦੀ ਹੋਂਦ ਹੈ ਸਦੀਵ ਕਾਲ ਵਾਸਤੇ ਅਟਲ ਆ, ਤੇ ਹੁਣ ਆਪਣੀ ਰਸਨਾ ਤੋਂ ਉਸ ਪਰਮੇਸ਼ਵਰ ਦੀ ਸਿਫਤ ਸਲਾਹ ਗਾਇਨ ਕਰ। ਕਿਉਂਕਿ ਗੁਣੀ ਨਿਧਾਨ ਆ, ਉਹ ਗੁਣਾਂ ਦਾ ਖਜ਼ਾਨਾ ਆ ਤੇ ਸਾਰੇ ਗੁਣ ਜਿਹੜੇ ਤੂੰ ਇਸ ਵੇਲੇ ਯੂਜ਼ ਕਰ ਰਿਹਾ ਆ ਉਹਦੇ ਦਿੱਤੇ ਹੋਏ ਆ। ਅਸੀਂ ਸੁਣ ਰਹੇ ਆ ਇਹ ਗੁਣ ਉਹਨੇ ਦਿੱਤਾ, ਬੋਲ ਰਹੇ ਆ ਗੁਣ ਉਹਨੇ ਦਿੱਤਾ, ਦੇਖ ਰਹੇ ਆ ਗੁਣ ਉਹਨੇ ਦਿੱਤਾ। ਸਾਡੇ ਸਰੀਰ ਦੀ ਫਿਜ਼ੀਕਲ ਜਿੰਨੀ ਵੀ ਐਕਟੀਵਿਟੀ ਆ ਉਹ ਪਰਮੇਸ਼ਵਰ ਨੇ ਖੇਡ ਵਰਤਾਈ ਹੋਈ ਆ, ਪਰ ਸਾਨੂੰ ਆਪਣਾ ਟੈਗ ਲਾਉਣ 'ਚ ਜ਼ਿਆਦਾ ਆਨੰਦ ਆਉਂਦਾ ਹੈ। ਤੇ ਜਿਸ ਵੇਲੇ ਕਿਸੇ ਨੂੰ ਭਰੋਸਾ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਰੰਗ ਦੇ ਵਿੱਚ ਰਹਿੰਦਾ ਹੈ ਕਿ ਆਪਣੇ ਆਪ ਹੀ ਵਰਤਾਰਾ ਵਰਤ ਰਿਹਾ। ਜੇ ਮੈਂ ਕੋਈ ਕਿਰਤ ਵੀ ਕਰ ਰਿਹਾ ਉਹ ਕਰਾ ਰਿਹਾ। ਇੱਕ ਦਿਨ ਕਾਰ ਚਲਾ ਰਹੀ ਸੀ ਤੇ ਮੈਂ ਵੇਖਿਆ ਕਿ ਹੱਥ ਇੱਧਰ ਉੱਧਰ ਜਾ ਰਿਹਾ। ਜੇ ਇੱਥੇ ਹੀ ਇਹ ਸਟਕ ਹੋ ਜਾਏ, ਇੱਥੇ ਹੀ ਅਟੈਕ ਹੋ ਜਾਏ, ਕੀ ਕਰੋਗੇ? ਅਟੈਕ ਹੋ ਜਾਏ ਤੇ ਬ੍ਰੇਕ ਮਾਰਨੀ ਹੋਵੇ ਤੇ ਜੇ ਪੈਰ ਹੀ ਨਾ ਹਿੱਲੇ ਕੀ ਕਰੋਗੇ? ਜੇ ਰੋਡ ਦਿਸ ਰਿਹਾ ਉਹ ਦਿਖਾ ਰਿਹਾ, ਕਾਰ ਉਹ ਚਲਾ ਰਿਹਾ, ਸਾਰਾ ਕੁਝ ਉਹ ਕਰ ਰਿਹਾ ਆ। ਬਸ ਅਸੀਂ ਗੁਰੂ ਦੇ ਹੁਕਮ ਦੀ ਛਤਰ ਛਾਇਆ ਹੇਠ ਆ ਜਾਣਾ ਆ। ਅੱਗੇ ਮਹਾਰਾਜ ਜੀ ਕਹਿੰਦੇ ਨੇ ਨਾਨਕ ਗਾਵੀਐ ਗੁਣੀ ਨਿਧਾਨ। ਪਰ ਕਹਿੰਦੇ ਹੁਣ ਤੈਨੂੰ ਮੈਂ ਦੱਸਦਾ ਆ ਕਿ ਗਾਉਣ ਤੋਂ ਬਾਅਦ ਤੇਰੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ। ਤੂੰ ਗਾਈ ਚੱਲ ਵਾਹਿਗੁਰੂ ਤੂੰ ਜਪੀ ਜਾ, ਤੂੰ ਮੂਲ ਮੰਤਰ ਕਰੀ ਜਾ। ਪਰ ਮਹਾਰਾਜ ਜੀ ਕਹਿੰਦੇ ਨੇ ਇੱਕ ਢੰਗ ਹੋਰ ਸਿੱਖ ਲਵੀਂ। ਕਿਹੜਾ ਢੰਗ? ਹਾਂਜੀ, ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ। ਮਹਾਰਾਜ ਜੀ ਬਚਨ ਕਰਦੇ ਨੇ ਕੱਲਾ ਗਾਵੀ ਹੀ ਨਾ, ਉਹਨੂੰ ਧਿਆਨ ਨਾਲ ਸੁਣੀ ਵੀ। ਤੇ ਜਿਹੜਾ ਸੁਣਨਾ ਇਹ ਕੰਨਾਂ ਨਾਲ ਸੁਣਨਾ ਨਹੀਂ ਹੁੰਦਾ। ਇੱਥੇ ਸੁਣਨ ਦਾ ਅਰਥ ਕੁਝ ਹੋਰ ਆ। ਇੱਥੇ ਸੁਣਨ ਦਾ ਅਰਥ ਇਹ ਹੈ ਸਾਡੀ ਸਰੋਤ ਇੰਨੀ ਕੁ ਪੱਕੀ ਹੋ ਜਾਣੀ ਕਿ ਜੇ ਇੱਕ ਵਾਰੀ ਸੁਣ ਲਿਆ, ਉਹ ਜਦੋਂ ਆਪਣਾ ਧਿਆਨ ਅੰਦਰ ਲੈ ਕੇ ਜਾਣਾ ਤੇ ਭਾਵੇਂ ਆਸੇ-ਪਾਸੇ ਕੋਈ ਪਾਠ ਨਹੀਂ ਹੋ ਰਿਹਾ ਤੇ ਉਹ ਅੰਦਰ ਜੋ ਸਾਡੇ ਰਿਕਾਰਡ ਆ ਉਹ ਚੱਲ ਪੈਂਦਾ। ਜੋ ਅਸੀਂ ਦੇਖਦੇ ਹਾਂ ਅੰਦਰ ਰਿਕਾਰਡਿੰਗ ਹੋ ਰਹੀ ਆ, ਬੜੀ ਬਾਕਮਾਲ ਰਿਕਾਰਡਿੰਗ ਹੁੰਦੀ ਹੈ। ਬਾਹਰ ਦੀ ਰਿਕਾਰਡਿੰਗ ਕਰਨ ਵਾਲਾ ਅਜੇ ਤੱਕ ਕੋਈ ਯੰਤਰ ਪੈਦਾ ਨਹੀਂ ਹੋਇਆ ਜੋ ਪਰਮੇਸ਼ਵਰ ਦੀ ਬਣਾਈ ਹੋਈ ਰਿਕਾਰਡਿੰਗ ਦਾ ਮੁਕਾਬਲਾ ਕਰ ਸਕੇ। ਅੱਜ ਤੁਸੀਂ ਜਪਜੀ ਸਾਹਿਬ ਦਾ ਪਾਠ ਇੱਕ ਕਰ ਲਵੋ
ਅਗਲੇ ਦਿਨ ਅੰਦਰ ਜਾ ਕੇ ਦੇਖੋ, ਉਹ ਇੱਕ ਜਪਜੀ ਸਾਹਿਬ ਦੇ ਪਾਠ ਕਈ ਸੈਂਕੜਿਆਂ ਦੇ ਵਿੱਚ ਅੰਦਰ ਪਏ ਹੋਣਗੇ। ਕਿਉਂਕਿ ਜਿਹੜੀ ਚੀਜ਼ ਅਸੀਂ ਅੱਖਾਂ ਰਾਹੀਂ, ਕੰਨਾਂ ਰਾਹੀਂ ਜਾਂ ਫਿਰ ਰਸਨਾ ਰਾਹੀਂ ਅੰਦਰ ਲੈ ਕੇ ਜਾਂਦੇ ਆ, ਰਿਕਾਰਡਿੰਗ ਕਰਦੇ ਆ, ਉਹ ਦਿਨ ਬ ਦਿਨ ਵੱਧਦੀ ਆ। ਬਾਹਰ ਦੀ ਰਿਕਾਰਡਿੰਗ ਮਸ਼ੀਨ ਖਰਾਬ ਹੋ ਜਾਂਦੀ ਹੈ ਸਮਾਂ ਪਾ ਕੇ, ਪਰ ਅੰਦਰ ਦੀ ਰਿਕਾਰਡਿੰਗ ਮਸ਼ੀਨ ਆ, ਇਹ ਅਰਬਾਂ ਖਰਬਾਂ ਜਨਮ ਹੋ ਗਏ ਆ, ਇਹ ਖਰਾਬ ਹੁੰਦੀ ਨਹੀਂ, ਨਾ ਇਹਨੇ ਹੋਣਾ ਹੈ, ਕਿਉਂਕਿ ਪਰਮੇਸ਼ਵਰ ਨੇ ਬਣਾਈ ਹੋਈ ਚੀਜ਼ ਆ। ਤੇ ਮਹਾਰਾਜ ਜੀ ਕਹਿੰਦੇ ਨੇ, ਤੇਰੀ ਸਰੋਤ ਇਤਨੀ ਕੁ ਪਰਪੱਕ ਹੋ ਜਾਏ, ਤੂੰ ਆਪਣੇ ਸਰੀਰ ਅੰਦਰ ਚੁੱਭੀ ਮਾਰੇ ਤੇ ਤੈਨੂੰ ਅੰਦਰੋਂ ਸੁਣੇ ਪਾਠ। ਤੇ ਅੰਦਰੋਂ ਜਦੋਂ ਸੁਣਦਾ ਆ, ਉਹ ਫਿਰ ਕਿਆ ਬਾਤ ਹੁੰਦੀ ਹੈ। ਉਹ ਅੰਦਰ ਦੀ ਰਿਕਾਰਡਿੰਗ ਜਦੋਂ ਚੱਲਦੀ ਆ, ਉਹਦੇ ਵਿੱਚ ਨਾ ਤੇ ਲਾਈਟ ਜਾਣ ਦੀ ਕੋਈ ਸੰਭਾਵਨਾ ਹੁੰਦੀ ਆ, ਤਾਂ ਨਾ ਉਹਦੇ ਵਿੱਚ ਗਲਾ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਆ। ਉਹ ਬੜੀ ਮਿੱਠੀ ਆਵਾਜ਼ ਹੁੰਦੀ ਆ। ਉਸ ਵੇਲੇ ਉਹ ਗੁਰੂ ਬੋਲਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਗਾਵੀਂ। ਤੇ ਗਾਉਣ ਦਾ ਅਰਥ ਪਤਾ ਕੀ ਹੁੰਦਾ ਹੈ? ਉੱਚੀ ਆਵਾਜ਼ ਦੇ ਵਿੱਚ। ਸਾਨੂੰ ਸ਼ਰਮ ਹੁੰਦੀ ਆ, ਅਸੀਂ ਕਿਵੇਂ ਲੋਕਾਂ 'ਚ ਗਾਈਏ, ਪਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਰੰਗ ਲੱਗ ਜਾਂਦਾ ਉਹ ਗਾਈ ਜਾਂਦੇ ਆ। ਗਾਵੀਐ ਸੁਣੀਐ, ਕੰਨਾਂ ਨਾਲ ਸੁਣਨ ਤੋਂ ਬਾਅਦ ਆਪਣੀ ਸਰੋਤ ਨੂੰ ਹੋਰ ਪਰਪੱਕ ਕਰ, ਹੋਰ ਪਰਪੱਕ ਕਰ। ਮਨ ਰੱਖੀਐ ਭਾਉ, ਫਿਰ ਤੇਰੇ ਅੰਦਰ ਪਰਮੇਸ਼ਵਰ ਦਾ ਜੋ ਨਿਰਮਲ ਭਾਉ, ਨਿਰਮਲ ਪ੍ਰੇਮ ਆ, ਉਹ ਟਿਕ ਜਾਏ। ਤੇ ਨਿਰਮਲ ਭਾਉ ਟਿਕਣਾ ਇਹ ਸੁਣਨ ਜਾਂ ਸਮਝਣ ਨਾਲ ਨਹੀਂ ਟਿਕਣਾ, ਬਾਣੀ ਦਾ ਜਾਪ ਕਰੀ ਜਾਓ, ਬਾਣੀ ਦਾ ਸਿਮਰਨ ਕਰੀ ਜਾਓ। ਉਹ ਅੰਦਰ ਮਹਾਰਾਜ ਜੀ ਨੇ, ਅੰਦਰ ਸਾਰਾ ਕੁਝ ਪਿਆ ਹੋਇਆ, ਬਾਹਰੋਂ ਕੁਝ ਨਹੀਂ ਲੈ ਕੇ ਆਉਣਾ। ਅਸੀਂ ਕਿਸੇ ਦੁਕਾਨ 'ਤੇ ਜਾ ਕੇ ਕਹੀਏ ਪਾਈਆ ਕੋ ਪ੍ਰੇਮ ਦੇ ਦਿਓ ਤੇ 1.5 ਕਿਲੋ ਸੰਤੋਖ ਦੇ ਦਿਓ, ਤੇ ਅੱਗੋਂ ਕਵੇ ਅਗਲਾ ਬੰਦਾ, ਭਾਈ ਹੁਣ ਸੰਤੋਖ ਉਹ ਸਸਤਾ ਹੋ ਗਿਆ ਤੇ ਪ੍ਰੇਮ ਥੋੜ੍ਹਾ ਮਹਿੰਗਾ ਹੋ ਗਿਆ, ਤੂੰ ਵੱਧ ਪੈਸੇ ਦੇ। ਉਹ ਅੰਦਰ ਪਿਆ ਹੋਇਆ ਆ। ਅੰਦਰ ਜੋ ਚੀਜ਼ ਪਈ ਹੋਈ ਆ, ਅਸੀਂ ਆਪਣੀ ਸੁਰਤ ਉੱਥੋਂ ਤੱਕ ਲੈ ਕੇ ਜਾਣੀ, ਤੇ ਲੈ ਕੇ ਸਿਰਫ ਗੁਰੂ ਜਾ ਸਕਦਾ। ਅਕਾਲ ਪੁਰਖ, ਗੁਰੂ ਤੇ ਇੱਕ ਪੂਰਨ ਮਹਾਂਪੁਰਖ, ਚੌਥੀ ਹਸਤੀ ਕੋਈ ਨਹੀਂ ਸ੍ਰਿਸ਼ਟੀ ਵਿੱਚ। ਮਹਾਰਾਜ ਜੀ ਕਹਿੰਦੇ ਨੇ, ਗਾਵੀਐ ਸੁਣੀਐ, ਗਾਵੀਐ ਤੇ ਵੀ ਵਿਸ਼ਰਾਮ, ਸੁਣੀਐ ਤੇ ਵੀ ਵਿਸ਼ਰਾਮ। ਮਨ ਰੱਖੀਐ ਭਾਉ, ਇਹਨੂੰ ਮਨ ਨਹੀਂ ਕਹਿਣਾ, ਮੰਮੀ ਤੇ ਟਿੱਪੀ ਪੈ ਜਾਏਗੀ। ਮਨ ਰੱਖੀਐ ਭਾਉ, ਫਿਰ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਟਿਕਾ ਕੇ ਰੱਖ। ਫਿਰ ਕੀ ਹੋਏਗਾ? ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਫਿਰ ਜੇਕਰ ਕੋਈ ਉਸ ਪਰਮੇਸ਼ਵਰ ਨੂੰ ਅੰਮ੍ਰਿਤ ਵੇਲੇ ਗਾਵੇ, ਪ੍ਰੇਮ ਨਾਲ ਸੁਣੇ, ਅੰਦਰੋਂ ਉਹ ਸ਼ਕਤੀ ਪ੍ਰਗਟ ਹੋ ਜਾਂਦੀ ਆ। ਫਿਰ ਦੁੱਖ ਦੇ ਵਿੱਚ ਵੀ ਦੁੱਖ ਨਹੀਂ ਲੱਗਦਾ। ਸਟੇਬਿਲਿਟੀ ਐਸੀ ਮਿਲ ਜਾਂਦੀ ਆ ਕਿ ਫਿਰ ਬੰਦਾ ਆਪਣੇ ਹਿਰਦੇ ਦੇ ਵਿੱਚ ਜਿਹੜਾ ਦੁੱਖ ਆ ਨਾ, ਉਹ ਸਿਰਫ ਪਰਮੇਸ਼ਵਰ ਨੂੰ ਭੁੱਲਣ ਦਾ ਹੁੰਦਾ ਆ, ਉਹ ਖਤਮ ਹੋ ਜਾਂਦਾ। ਫਿਰ ਪੂਰਨ ਖਿੜਾਓ ਪੈਦਾ ਹੋ ਜਾਂਦਾ। ਉਹ ਖਿੜਾਓ ਕਿਵੇਂ ਪੈਦਾ ਹੁੰਦਾ ਆ? ਬੰਦੇ ਨੂੰ ਪਤਾ ਲੱਗ ਜਾਂਦਾ ਆ ਕਿ ਸਭ ਕੁਝ ਉਹੀ ਵਰਤ ਰਿਹਾ ਵਾ, ਉਹੀ ਵਰਤਾਰਾ ਹੋ ਰਿਹਾ, ਤੇ ਮੈਂ ਕਾਹਦੇ ਲਈ ਟੈਨਸ਼ਨ ਲਈ ਬੈਠਾ। ਗੱਡੀ ਦੇ ਵਿੱਚ ਜਾ ਰਹੇ ਆ ਤੇ ਸਿਰ ਤੇ ਟੈਚੀ ਚੱਕਿਆ ਹੋਇਆ ਆ, ਤੇ ਦੂਜਾ ਕਹਿੰਦਾ ਕੀ ਗੱਲ ਹੋਈ, ਸਿਰ ਤੇ ਟੈਚੀ ਕਿਉਂ ਚੱਕਿਆ? ਤੇ ਅੱਗੋਂ ਕਹਿੰਦੇ ਨੇ ਇਹ ਇਸ ਕਰਕੇ ਚੱਕਿਆ ਤਾਂ ਜੋ ਗੱਡੀ ਨੂੰ ਭਾਰ ਨਾ ਪਵੇ। ਉਹ ਭਾਈ ਉਹ ਤੇ ਪੈ ਰਿਹਾ, ਰੱਖ ਦੇ ਥੱਲੇ, ਆਰਾਮ ਨਾਲ, ਤੂੰ ਲੰਬਾ ਸਫ਼ਰ ਆ, ਸੌਂ ਕੇ ਜਾ। ਗੱਡੀ ਵਿੱਚ ਬੈਠਣਾ ਦੱਸ ਰਿਹਾ, ਹੁਣ ਤੂੰ ਬੇਫਿਕਰਾ ਹੋ ਗਿਆ। ਪਰ ਅਸੀਂ ਗੁਰੂ ਦੀ ਗੱਡੀ 'ਚ, ਗੁਰੂ ਦੇ ਜਹਾਜ਼ 'ਚ ਬਹਿ ਕੇ ਵੀ ਅਸੀਂ ਫਿਕਰ ਕਰਦੇ ਹਾਂ। ਉਹ ਮਹਾਰਾਜ ਨੂੰ ਥੋੜ੍ਹਾ ਪਤਾ ਆ, ਅਸੀਂ ਦੱਸਣਾ ਹੈ ਮਹਾਰਾਜ ਜੀ ਨੂੰ ਵੀ ਸਾਨੂੰ ਚਾਹੀਦਾ ਕੀ ਕੀ ਹੈ। ਜੇ ਮਹਾਰਾਜ ਨੂੰ ਪਤਾ ਹੋਵੇ ਫਿਰ ਦੇ ਨਾ ਦੇਵੇ ਜੋ ਸਾਨੂੰ ਚਾਹੀਦਾ। ਹੁਣ ਸਾਡੀਆਂ ਇੱਛਾਵਾਂ 3 ਗੁਣਾਂ 'ਚ ਪੈਦਾ ਹੁੰਦੀਆਂ, ਤੇ ਉਹ ਇੱਛਾਵਾਂ ਤ੍ਰਿਸ਼ਨਾ ਦਾ ਰੂਪ ਧਾਰਨ ਕਰਦੀਆਂ। ਜਿਵੇਂ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਆ ਖਿਆਲ ਤੋਂ। ਇੱਕ ਸਾਨੂੰ ਥੋਟ ਆਇਆ, ਖਿਆਲ ਆਇਆ, ਫਿਰ ਉਹ ਬਣਦਾ ਮਨਸ਼ਾ। ਮਨਸ਼ਾ ਤੋਂ ਬਾਅਦ ਬਣਦੀ ਲਾਲਸਾ। ਲਾਲਸਾ ਤੋਂ ਬਾਅਦ ਚੀਜ਼ ਪੈਦਾ ਹੁੰਦੀ ਆ ਇੱਛਾ। ਇੱਛਾ ਤੋਂ ਬਾਅਦ ਪੈਦਾ ਹੁੰਦੀ ਹੈ ਤ੍ਰਿਸ਼ਨਾ। ਤ੍ਰਿਸ਼ਨਾ ਤੋਂ ਬਾਅਦ ਵਿਕਾਰ ਪੈਦਾ ਹੁੰਦਾ ਹੈ। ਇੰਝ ਕਹਿ ਲਓ ਕਿ ਵਿਕਾਰ ਦੇ ਹੀ ਬੱਚੇ ਨੇ 5 ਵਿਸ਼ੇ ਵਿਕਾਰ, ਅੱਗੇ ਜਾ ਜਾ ਕੇ 25, 50, 75, ਇਵੇਂ ਇਹਨਾਂ ਦੀ ਗਿਣਤੀ ਵਧੀ ਜਾਂਦੀ ਹੈ। ਸੋ ਸਾਡੀਆਂ ਜੋ ਇੱਛਾਵਾਂ ਆ, ਇਹ ਉਦੋਂ ਹੀ ਮਰਨੀਆਂ ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਵਿੱਚ ਪੂਰਨ ਭਰੋਸਾ ਕਰਕੇ ਅਸੀਂ ਸ਼ਬਦ ਦਾ ਜਾਪ ਕੀਤਾ। ਮਹਾਰਾਜ ਜੀ ਕਹਿੰਦੇ ਦੁੱਖ ਪਰ ਹਰ, ਦੁੱਖ ਖਤਮ ਹੋ ਜਾਏਗਾ ਭਾਈ, ਤੇ ਸੁੱਖ ਕਰ ਲਿਆ ਜਾਏ। ਫਿਰ ਐਸਾ ਮਨੁੱਖ ਹਿਰਦੇ ਦੇ ਵਿੱਚ ਸੁੱਖਾਂ ਦਾ ਘਰ ਪਰਮੇਸ਼ਵਰ ਵਸਾ ਲੈਂਦਾ, ਤੇ ਫਿਰ ਪਰਮੇਸ਼ਵਰ ਨੇ ਹਰਦਮ ਨਾਲ ਰਹਿਣਾ। ਦੇਖੋ
ਕੋਈ ਵੇਟ ਵੀ ਨਹੀਂ ਚੱਕਣਾ ਪੈਂਦਾ। ਕੈਸਾ ਪਰਮੇਸ਼ਵਰ ਦਾ ਨਾਮ ਆ। ਐਵੇਂ ਇੰਜ ਨਹੀਂ ਆ ਕਿ ਅਸੀਂ ਕੋਈ ਪਰਮੇਸ਼ਵਰ ਦਾ ਨਾਮ ਚੁੱਕਦੇ ਚੁੱਕਦੇ ਅਸੀਂ ਥੱਕ ਗਏ ਆ ਤੇ ਚਲੋ ਬਾਂਹ ਥੱਕ ਗਈ ਤੇ ਅਸੀਂ ਰੱਖ ਦਈਏ। ਉਹਦੇ ਨਾਮ ਦੀ ਤਾਕਤ ਵਿੱਚੋਂ ਅਸੀਂ ਪੈਦਾ ਹੋਏ ਹਾਂ। ਅਸੀਂ ਉਹਦੇ ਨਾਮ ਦੇ ਵਿੱਚ ਆ, ਨਾਮ ਸਾਡੇ ਵਿੱਚ ਆ। ਜਿਸ ਵੇਲੇ ਪ੍ਰਗਟ ਹੁੰਦਾ ਪਤਾ ਉਦੋਂ ਲੱਗਦਾ, ਹਾਸਾ ਵੀ ਹੁੰਦਾ, ਲੈ ਇਹ ਤਾਂ ਬੜੀ ਸੌਖੀ ਗੱਲ ਸੀ, ਐਵੇਂ ਟੈਨਸ਼ਨ ਪਾਈ ਰੱਖੀ ਆ। ਜਦੋਂ ਵਰਤਦੀ ਹੈ ਖੇਡ ਉਦੋਂ ਤੇ ਪਹਿਲਾਂ ਫਿਕਰ ਹੁੰਦਾ ਹਰ ਚੀਜ਼ ਦਾ। ਬਾਅਦ ਚੋਂ ਫਿਰ ਮਹਾਰਾਜ ਜੀ ਬੜੀ ਬਖਸ਼ਿਸ਼ ਕਰਦੇ ਆ। ਮਹਾਰਾਜ ਜੀ ਕਹਿੰਦੇ ਆਹ ਦੇਖ ਤੇਰਾ ਪਿਓ ਸਾਹਮਣੇ ਖੜਾ ਆ, ਸਿਰ ਉੱਪਰ ਠਾਡਾ ਗੁਰਸੂਰ, ਨਾਨਕ ਤਾਕੇ ਕਾਰਜ ਪੂਰਾ। ਮਹਾਰਾਜ ਜੀ ਕਹਿੰਦੇ ਨੇ ਕਿ ਉਹਨਾਂ ਦੇ ਕਾਰਜ ਰਾਜ ਸੁਣਦੇ ਨੇ। ਭਰੋਸਾ ਕਰ ਮਨਾ, ਭਰੋਸਾ ਕਰ। ਤੂੰ ਭਰੋਸਾ ਕਿਉਂ ਨਹੀਂ ਕਰਦਾ? ਤੇ ਸੱਚੇ ਪਾਤਸ਼ਾਹ ਦੀ ਅਰਦਾਸ ਕਰੀਏ ਤੇ ਭਰੋਸਾ ਵੀ ਗੁਰੂ ਆਪ ਹੀ ਬਖਸ਼ਦਾ ਹੈ। ਹਾਂਜੀ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਮਹਾਰਾਜ ਜੀ ਫਰਮਾਉਂਦੇ ਨੇ ਗੁਰਮੁਖ ਨਾਦੰ, ਗੁਰੂ ਦੇ ਰਾਹੀ ਹੀ ਪਰਮੇਸ਼ਵਰ ਆਪਣਾ ਨਾਮ ਬਖਸ਼ਦਾ ਹੈ। ਤੇ ਉਹਦਾ ਜਿਹੜਾ ਨਾਮ ਆ, ਉਹ ਨਾਮ ਹੀ ਸਰੀਰ ਦੇ ਵਿੱਚ ਇੱਕ ਪੂਰਨ ਖਿੜਾਓ ਵਾਲੀ ਅਵਸਥਾ ਪੈਦਾ ਕਰਦਾ ਹੈ। ਉਹ ਹੀ ਪਰਮ ਪ੍ਰਕਾਸ਼ ਬਣਦਾ ਹੈ। ਉਹ ਹੀ ਸਾਡਾ ਆਤਮਿਕ ਗਿਆਨ ਕਰਾਉਂਦਾ ਹੈ। ਗੁਰਮੁਖ ਨਾਦੰ, ਗੁਰੂ ਦੇ ਰਾਹੀਂ ਹੀ ਸਾਨੂੰ ਅੰਦਰ ਦਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਗੁਰਮੁਖ ਵੇਦੰ, ਤੇ ਬ੍ਰਹਮ ਗਿਆਨ ਦੀ ਅਵਸਥਾ ਵੀ ਗੁਰੂ ਦੇ ਰਾਹੀਂ ਹੀ ਮਿਲਦੀ ਹੈ। ਗੁਰਮੁਖ ਰਿਹਾ ਸਮਾਈ, ਫਿਰ ਗੁਰੂ ਕਿਰਪਾ ਵਰਤਾਉਂਦਾ, ਸਾਨੂੰ ਸਾਰਿਆਂ ਦੇ ਵਿੱਚ ਵਿਆਪਕ ਦਿਸਦਾ ਹੈ। ਸਾਰਿਆਂ ਦੇ ਵਿੱਚ ਵਿਆਪਕ ਦਿਸਦਾ ਹੈ। ਉਹ ਤਾਂ ਸਾਰੇ ਪਾਸੇ ਹੈ, ਸਮਾਇਆ ਹੋਇਆ ਹੈ। ਤੇ ਮੈਂ ਲੱਭਦਾ ਕਿੱਥੇ ਪਿਆ ਸੀ, ਹੈ ਕਿੱਥੇ? ਜਦ ਹੈ ਉਹ ਕਣ ਕਣ 'ਚ, ਫਿਕਰ ਕਾਹਦਾ? ਜਦੋਂ ਇਹ ਅਵਸਥਾ ਮਿਲ ਜਾਂਦੀ ਹੈ, ਫਿਰ ਬੰਦਾ ਇੱਕ ਵਾਰੀ ਆਵਾਜ਼ ਮਾਰਦਾ ਹੈ ਤੇ ਉਹਨੂੰ ਗਰੁੜ ਤੇ ਚੜ੍ਹ ਕੇ ਆਉਣਾ ਪੈਂਦਾ ਹੈ। ਉਹਨੂੰ ਮੰਦਿਰ ਵਿੱਚ ਪ੍ਰਗਟ ਹੋ ਕੇ ਤੇ ਮੰਦਿਰ ਘੁਮਾਉਣਾ ਪੈਂਦਾ ਹੈ। ਉਹ ਖੇਡ ਹੀ ਕੁਝ ਹੋਰ ਹੁੰਦੀ ਆ। ਉਦੋਂ ਤੇ ਜੀਅ ਨਹੀਂ ਕਰਦਾ ਭਾਈ ਤੂੰ ਮੰਦਿਰ ਘੁਮਾ ਦੇ। ਕਹਿਣ ਦਾ ਅਰਥ ਇਹ ਹੈ, ਇਹ ਭਰੋਸੇ ਤੇ ਪ੍ਰੇਮ ਵਿੱਚੋਂ ਨਿਕਲੇ ਹੋਏ ਭਾਵ ਆ। ਜਦੋਂ ਅਸੀਂ ਇਹ ਸੁਣਦੇ ਹਾਂ, ਭਗਤ ਨਾਮਦੇਵ ਜੀ ਨੇ ਪਾਵੋ ਬੇੜੀ ਹੱਥੋ ਤਾਲ, ਨਾਮਾ ਗਾਵੇ ਗੁਣ ਗੋਪਾਲ, ਸਾਤ ਘੜੀ ਜਬ ਬੀਤੀ ਸੁਣੀ ਅਜ ਹੋ ਨਾ ਆਇਓ ਤੇਰੇ ਪਵਨ ਧਣੀ। ਕਹਿੰਦੇ ਉਹ ਦੇਖੋ ਖੰਭਾਂ ਦੀ ਆਵਾਜ਼ ਆਈ, ਪਾ ਖੰਤਣ ਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਹੁਣ ਬੱਚਾ ਆਵਾਜ਼ ਮਾਰੇ ਤੇ ਮਾਂ ਤੇ ਦੌੜੀ ਜਾਏਗੀ ਨਾ, ਪਰ ਭਰੋਸਾ ਹੋ ਜਾਣਾ ਚਾਹੀਦਾ। ਅਸੀਂ ਇਹ ਜੇ ਬੱਚੇ ਬਣੇ ਨਹੀਂ, ਤੇ ਬੱਚਾ ਬਣਨਾ ਵੇਖੋ ਕਿੰਨਾ ਸੌਖਾ ਹੈ। ਨਿਤਨੇਮ ਮਾਰੇ ਕਹਿੰਦੇ ਜਿਹੜਾ ਨਿਤਨੇਮ ਕਰ ਲੇਗਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪੇਗਾ, ਮੇਰਾ ਬੱਚਾ ਆ। ਜਦੋਂ ਅਸੀਂ ਬੱਚੇ ਬਣ ਗਏ ਤੇ ਗੁਰੂ ਤੇ ਹਰ ਦਮ ਪ੍ਰਗਟ ਹੀ ਰਹਿੰਦਾ ਆ। ਸਾਨੂੰ ਬਾਅਦ 'ਚ ਦਿਸਦਾ ਕਿ ਲੈ ਅੱਛਾ ਮਹਾਰਾਜ ਤੁਸੀਂ ਇੱਥੇ ਹੀ ਸੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਤੇ ਫਿਰ ਮਹਾਰਾਜ ਜੀ ਨੇ ਕਹਿਣਾ ਤੂੰ ਅੰਨਾ ਸੀਗਾ, ਮੈਂ ਤੇ 24 ਘੰਟੇ ਤੇਰੇ ਕੋਲ ਸੀ, ਨਹੀਂ ਤੇ ਤੂੰ ਬਚ ਹੀ ਨਹੀਂ ਸਕਦਾ। ਮਹਾਰਾਜ ਤੁਹਾਡੀ ਨਿਸ਼ਾਨੀ ਕੀ ਆ ਵੀ ਤੁਸੀਂ ਸਾਡੇ ਕੋਲ ਹੁੰਦੇ ਹੋ? ਤੇ ਗੁਰੂ ਮਹਾਰਾਜ ਨੇ ਬਚਨ ਕੀਤਾ, ਜਦੋਂ ਕੋਈ ਵਾਹਿਗੁਰੂ ਕਹਿੰਦਾ ਆ ਪਹਿਲਾਂ ਮੈਂ ਵਸਦਾ ਆ ਉਹਦੇ ਅੰਦਰ, ਫੇਰ ਕੋਈ ਵਾਹਿਗੁਰੂ ਕਹਿੰਦਾ, ਕੋਈ ਕਹਿ ਨਹੀਂ ਸਕਦਾ। ਕੋਈ ਬਾਣੀ ਦੇ ਦਰਸ਼ਨ ਕਰ ਰਿਹਾ, ਬਾਣੀ ਪੜ੍ਹ ਰਿਹਾ ਦਾ ਮਤਲਬ ਉਹ ਬਹੁਤ ਖੁਸ਼ ਆ, ਪ੍ਰਸੰਨਤਾ ਦੇ ਘਰ ਦੇ ਵਿੱਚ ਆ। ਔਰ ਪਰਮੇਸ਼ਵਰ ਨੇ ਕੋਈ WhatsApp ਤੇ ਮੈਸੇਜ ਥੋੜ੍ਹਾ ਕਰਨਾ ਕਿ ਆਈ ਐਮ ਔਨਲਾਈਨ, ਮੈਂ ਔਨਲਾਈਨ ਹਾਂ ਹੁਣ ਤੂੰ ਮੇਰੇ ਨਾਲ ਗੱਲਾਂ ਕਰ ਲਾ। ਤੇ ਸਾਡਾ ਹਾਲ ਇਹੋ ਜਿਹਾ, ਅਸੀਂ ਕਹਿੰਦੇ ਵੀ ਹੇ ਪਰਮੇਸ਼ਵਰ ਤੂੰ ਪਹਿਲਾਂ ਸਾਨੂੰ ਨਾ ਐਡ ਕਰ, ਪਹਿਲਾਂ ਤੂੰ ਗਰੁੱਪ 'ਚ ਆ, ਪਹਿਲਾਂ ਅਸੀਂ ਦੇਖੀਏ ਵੀ ਤੂੰ ਵਾਕਈ ਐਡ ਕਰਨ ਯੋਗ ਹੈ ਵੀ ਹੈ ਕਿ ਨਹੀਂ। ਲੋਕੀ ਜੋ ਤੈਨੂੰ ਕਹਿੰਦੇ ਆ, ਮਤਲਬ ਅਸੀਂ ਮਟੀਰੀਅਲਿਸਟਿਕ ਸਿਸਟਮ ਨਾਲ ਚੱਲਦੇ ਹਾਂ। ਗੁਰੂ ਹਮੇਸ਼ਾ ਹੀ ਨਾਲ ਰਹਿੰਦਾ ਆ। ਅੱਗੇ ਬਚਨ ਕੀਤਾ ਗੁਰ ਈਸਰ, ਕੋਈ ਸ਼ਿਵ ਜੀ ਭਗਵਾਨ ਨੂੰ ਪੂਜ ਰਿਹਾ ਆ, ਕਹਿੰਦੇ ਸਾਡੇ ਵਾਸਤੇ ਗੁਰੂ ਹੀ ਸ਼ਿਵ ਜੀ ਆ। ਗੁਰ ਗੋਰਖ, ਤੇ ਕੋਈ ਜੋਗੀ ਗੋਰਖਨਾਥ ਨੂੰ ਪੂਜਦਾ, ਤੇ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਲਈ ਤੇ ਜਿਹੜਾ ਗੁਰੂ ਉਹੀ ਗੋਰਖ ਆ। ਬਰਮਾ ਗੁਰ ਕਹਿੰਦੇ ਨੇ ਕਿ ਲੋਕੀ ਬ੍ਰਹਮਾ ਜੀ ਨੂੰ ਪੂਜਦੇ, ਵੈਸੇ ਬਹੁਤ ਘੱਟ ਲੋਕ ਪੂਜਦੇ ਬ੍ਰਹਮਾ ਜੀ ਨੂੰ, ਬਹੁਤ ਘੱਟ ਕਰੋੜਾਂ ਵਿੱਚੋਂ ਕੋਈ ਮੇਰੇ ਹਿਸਾਬ ਨਾਲ, ਕਿਉਂਕਿ ਮੰਦਿਰ ਹੀ ਸਾਰੇ ਦੋ ਆ ਪੂਰੇ ਵਰਲਡ ਦੇ ਵਿੱਚ, ਵੱਧ ਤੋਂ ਵੱਧ 100-200 ਕੁ ਬੰਦੇ ਤੋਂ ਵੱਧ ਨਹੀਂ ਕੋਈ ਪੂਜਦਾ ਹੋਣਾ। ਡਰ ਹੀ ਲੱਗਦਾ ਸਾਰਿਆਂ ਨੂੰ, ਕਿਉਂਕਿ ਸ਼ਿਵ ਜੀ ਭਗਵਾਨ ਨੇ ਸ਼ਰਾਪ ਦਿੱਤਾ ਸੀ। ਤੇ ਹੁਣ ਸ਼ਿਵ ਜੀ ਭਗਵਾਨ ਤੋਂ ਜਿੰਨਾ ਲੋਕ ਡਰਦੇ, ਇਹਨਾਂ ਤੋਂ ਕਿਸੇ ਤੋਂ ਨਹੀਂ ਡਰਦੇ। ਇਸ ਕਰਕੇ ਕਹਿੰਦੇ ਨੇ
ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਇੱਥੇ ਵਿਸ਼ਰਾਮ। ਪਾਰਵਤੀ ਮਾਈ, ਤੇ ਕਈ ਮਾਤਾ ਪਾਰਵਤੀ ਜੀ ਨੂੰ ਪੂਜਦੇ ਆ। ਉਹ ਕਿਵੇਂ? ਇਸ ਇੱਕੋ ਹੀ ਸਵਰੂਪ ਵਿੱਚੋਂ ਪੈਦਾ ਹੋਏ ਸਵਰੂਪ ਆ ਮਾਤਾ ਦੁਰਗਾ ਜੀ, ਮਾਤਾ ਵੈਸ਼ਨੋ ਜੀ, ਮਾਤਾ ਕਾਲੀ ਜੀ, ਚਾਮੁੰਡਾ ਦੇਵੀ, ਜਿੰਨੀਆਂ ਵੀ ਮਾਤਾਵਾਂ, ਬਗਲਾ ਮੁਖੀ, ਕਹਿੰਦੇ ਨੇ ਮਾਤਾ ਪਾਰਵਤੀ ਦੇ ਵਿੱਚੋਂ ਹੀ ਨਿਕਲੇ ਹੋਏ ਪ੍ਰਗਟ ਸਵਰੂਪ ਆ, ਤੇ ਲੋਕ ਉਹਨਾਂ ਨੂੰ ਮੰਨਦੇ ਆ। ਤੇ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਲਈ ਤਾਂ ਗੁਰੂ ਹੀ ਪਾਰਵਤੀ ਮਾਤਾ ਆ, ਮੈਂ ਆਪਣੇ ਗੁਰੂ ਨੂੰ ਛੱਡ ਕੇ ਮੈਂ ਦੂਜੇ ਪਾਸੇ ਨਹੀਂ ਜਾਣਾ। ਕਿਉਂ? ਇੰਨੇ ਹੀ ਤੇ ਆਤਮਿਕ ਗਿਆਨ ਦਿੱਤਾ ਹੈ, ਇੰਨੇ ਹੀ ਆਤਮਿਕ ਪ੍ਰਕਾਸ਼ ਦਿੱਤਾ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੇ ਮੈਂ ਸਮਝ ਵੀ ਲਵਾਂ, ਜੇ ਮੈਂ ਉਸ ਪਰਮ ਪ੍ਰਕਾਸ਼ ਨੂੰ ਦੇਖ ਵੀ ਲਵਾਂ, ਜੇ ਮੈਂ ਸੱਚਖੰਡ ਦੇ ਵਿੱਚ ਲਾਈਵ ਸਾਰਾ ਕੁਝ ਦੇਖ ਲਵਾਂ ਵੀ ਉੱਥੇ ਕੀ ਕੀ ਹੁੰਦਾ ਆ, ਇੱਕ ਵੱਡਾ ਸਿੰਘਾਸਨ ਸਜਿਆ ਹੋਇਆ ਆ, ਉੱਥੇ ਇੱਕ ਪ੍ਰਕਾਸ਼ਮਾਨ ਕੋਈ ਮਹਾਨ ਸੂਰਤ, ਬਲੀ ਸੂਰਤ ਉੱਥੇ ਬਿਰਾਜਮਾਨ ਆ, ਜੋ ਮਨ ਨੂੰ ਮੋਹਦੀ ਆ, ਉਹਨੂੰ ਦੇਖਣ ਦੀ ਬਸ ਦੇਰ ਆ, ਉਸੇ ਵੇਲੇ ਸਾਡੀ ਇੱਛਾ ਬਿਨਾਂ ਅਸੀਂ ਸਮਾ ਜਾਂਦੇ ਹਾਂ ਉਹਦੇ ਵਿੱਚ। ਜੇ ਹੋ ਜਾਣਾ, ਜੇ ਮੈਂ ਸਭ ਕੁਝ ਦੇਖ ਵੀ ਲਿਆ, ਆਖਾ ਨਹੀਂ, ਮੈਂ ਕਥਨ ਨਹੀਂ ਕਰ ਸਕਦਾ, ਮੈਂ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਵਿਆਖਿਆ ਵਿੱਚ ਆਉਂਦਾ ਹੀ ਨਹੀਂ। ਐਗਜ਼ਾਮਪਲ ਹੈ ਹੀ ਨਹੀਂ ਕੋਈ ਸੰਸਾਰ ਦੇ ਉੱਤੇ ਕਿ ਅਸੀਂ ਐਗਜ਼ਾਮਪਲ ਸੈੱਟ ਕਰੀਏ ਉਹ ਐਸਾ ਹੈ, ਐਸਾ ਹੈ। ਕਿਉਂ ਬੋਲਾਂਗੇ ਅਸੀਂ ਜੀਭ ਨਾਲ, ਤੇ ਜੀਭ ਦੇ ਉੱਤੇ ਅੱਖ ਤੇ ਹੈ ਨਹੀਂ, ਜੀਭ ਨੇ ਦੇਖਿਆ ਨਹੀਂ। ਹੁਣ ਜੀਭ ਦੇ ਉੱਤੇ ਅੱਖ ਨਹੀਂ, ਜੀਭ ਨੇ ਦੇਖਿਆ ਨਹੀਂ, ਤੇ ਹੁਣ ਜੀਭ ਬਿਆਨ ਕਰੇ ਤਾਂ ਕਹਿ ਸਕਦਾ ਜਿਹੜੀ ਜੀਭ ਦੇਖ ਕਹਿ ਰਹੀ ਆ ਇਹਨੇ ਦੇਖਿਆ। ਮਹਾਰਾਜ ਜੀ ਕਹਿੰਦੇ ਨੇ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਕਹਿੰਦੇ ਮੈਂ ਜਿੰਨਾ ਮਰਜ਼ੀ ਵਿਆਖਿਆ ਕਰ ਲਵਾਂ, ਫੇਰ ਵੀ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਪਰਮੇਸ਼ਵਰ ਦਾ ਰੰਚਕ ਮਾਤਰ, ਕਣ ਮਾਤਰ ਵੀ ਮੈਂ ਧੰਨਵਾਦ ਨਹੀਂ ਕਰ ਸਕਦਾ, ਕਣ ਮਾਤਰ ਵੀ ਉਹਦੀ ਵਿਆਖਿਆ ਨਹੀਂ ਕਰ ਸਕਦਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਥੇ ਗੁਰਾ ਦੇ ਉੱਤੇ ਰੁਕਣਾ ਪਏਗਾ। ਗੁਰਾ ਇਹ ਅਰਦਾਸ ਰੂਪ ਆ। ਜਦੋਂ ਆਪ ਜੀ ਇਹਨਾਂ ਪੰਕਤੀਆਂ ਨੂੰ ਪੜ੍ਹੋ, ਇਸ ਬਾਣੀ ਨੂੰ ਜਪੋ, ਇਹ ਅਰਦਾਸ ਵਜੋਂ, ਜਿਵੇਂ ਆਪਾਂ ਕਹਿੰਦੇ ਆ ਤੂੰ ਠਾਕੁਰ ਤੁਮ ਪਹਿ ਅਰਦਾਸ, ਇਹ ਅਰਦਾਸ ਸਵਰੂਪ ਪੰਕਤੀਆਂ ਨੇ। ਗੁਰਾ ਹੇ ਸੱਚੇ ਪਾਤਸ਼ਾਹ, ਇਹਨੂੰ ਗੁਰਾ ਨਹੀਂ ਕਹਿਣਾ। ਜੇ ਗੁਰਾ ਕਹਿਤਾ ਨਾ, ਇਹਦਾ ਮਤਲਬ ਵੀ ਜੋਤ ਬੜੇ ਰੰਗਾਂ ਦੀ ਆ ਤੇ ਅਸੀਂ ਉਹਨਾਂ ਨੂੰ ਮੰਨਦੇ ਹਾਂ। ਗੁਰਾ ਦਾ ਅਰਥ ਇੱਕ ਗੁਰੂ। ਗੁਰਾ ਇੱਕ ਦੇਹ ਬੁਝਾਈ, ਇਹਨੂੰ ਬੁਝਾਈ ਨਹੀਂ ਕਹਿਣਾ, ਬੁਝਾਈ। ਹੇ ਗੁਰੂ, ਮੇਰੀ ਇੱਕੋ ਹੀ ਅਰਦਾਸ ਆ, ਇਹਨੂੰ ਇੱਕ ਨਹੀਂ ਕਹਿਣਾ। ਕਈ ਇੱਕ ਕਹਿੰਦੇ ਆ, ਕਈ ਕਹਿੰਦੇ ਗੁਰਾ ਇੱਕ ਦੇਹ ਬੁਝਾਈ, ਇਹਨੂੰ ਆਪਾਂ ਇੱਕ ਕਹਿਣਾ। ਇੱਕ ਗੁਰਾ ਇੱਕ ਦੇਹ ਬੁਝਾਈ, ਹੇ ਸੱਚੇ ਪਾਤਸ਼ਾਹ ਮੈਨੂੰ ਇੱਕ ਸੋਝੀ ਬਖਸ਼, ਮੈਨੂੰ ਇੱਕ ਗਿਆਨ ਬਖਸ਼, ਮੈਨੂੰ ਇੱਕ ਪ੍ਰੇਰਨਾ ਬਖਸ਼। ਕਿ ਇੱਥੇ ਨਾ ਬੁਝਾਈ, ਬੁਝਾਈ ਦਾ ਅਰਥ ਬੁਝਾਰਤ, ਬੁਝਾਈ ਦਾ ਅਰਥ ਸਮਝਾ ਦੇ। ਜੇ ਬੁਝਾਈ ਕਰਤਾ ਤੇ ਫਿਰ ਇਹਦਾ ਅਰਥ ਪਤਾ ਕੀ ਬਣ ਜਾਣਾ? ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਮੇਰੀ ਸਮਝ ਜਿਹੜੀ ਹੈ ਨਾ ਉਹ ਖਤਮ ਹੀ ਕਰ ਦੇ, ਵੀ ਮੈਨੂੰ ਸਮਝ ਚਾਹੀਦੀ ਨਹੀਂ ਆ, ਮੈਨੂੰ ਆਤਮਿਕ ਗਿਆਨ ਚਾਹੀਦਾ ਹੀ ਨਹੀਂ ਆ, ਮੈਨੂੰ ਬ੍ਰਹਮ ਗਿਆਨ ਚਾਹੀਦਾ ਹੀ ਨਹੀਂ ਆ। ਤੇ ਤਕਰੀਬਨ ਮੋਸਟਲੀ ਪਾਠ ਇੱਦਾਂ ਹੀ ਕਰਦੇ ਕਹਿੰਦੇ, ਪਰ ਸਹੀ ਪਾਠ ਗੁਰਾ ਹੇ ਗੁਰੂ ਇੱਕ ਦੇਹ ਬੁਝਾਈ। ਤੇਰੇ ਅੱਗੇ ਅਰਦਾਸ ਆ ਦਾਤਿਆ, ਹੇ ਮਾਲਕ ਜੀ ਮੈਨੂੰ ਇੱਕ ਸਮਝ ਬਖਸ਼, ਆਤਮਿਕ ਸਮਝ, ਇਹ ਬੁੱਧੀ ਵਾਲੀ ਸਮਝ ਨਹੀਂ। ਤੇ ਇੱਕ ਪਰਮੇਸ਼ਵਰ ਜੀ ਨੇ ਪੁੱਛਿਆ, ਦੱਸ ਨਾਨਕ ਕਿਹੜੀ ਤੈਨੂੰ ਸਮਝ ਚਾਹੀਦੀ ਆ? ਤੇ ਫਿਰ ਕੀ ਕਹਿੰਦੇ ਨੇ? ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਮੇਰਿਆ ਦਾਤਿਆ, ਤੂੰ ਖੰਡਾਂ ਬ੍ਰਹਿਮੰਡਾਂ ਨੂੰ, ਤੂੰ 84 ਲੱਖ ਜੂਨਾਂ ਨੂੰ, ਤੂੰ ਉਹਨਾਂ ਦਾ ਭੋਜਨ ਅਖਤਿਆਰ ਕਰਦਾ, ਉਹਨਾਂ ਦੀ ਸਾਂਭ ਸੰਭਾਲ ਕਰਦਾ, ਤੂੰ ਬੜਾ ਧਿਆਨ ਰੱਖਦਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਆ। ਤੇ ਇੱਕ ਕਿਰਪਾ ਕਰ, ਕਿਤੇ ਇੰਜ ਨਾ ਹੋਵੇ ਸਮਾਂ ਐਸਾ ਆਵੇ ਜਦੋਂ ਮੈਂ ਤੈਨੂੰ ਭੁੱਲ ਜਾਵਾਂ, ਜਦ ਤੈਨੂੰ ਵਿਸਰ ਜਾਵਾਂ। ਇਹ ਅਰਦਾਸ ਆ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਦਾਤਿਆ ਐਸਾ ਸਮਾਂ ਨਾ ਆਵੇ ਜਿਸ ਵੇਲੇ ਮੈਂ ਤੈਨੂੰ ਭੁੱਲ ਜਾਵਾਂ। ਤੇ ਜਦੋਂ ਆਪ ਜੀ ਕਿਤੇ ਪਾਠ ਕਰੋਗੇ, ਜਦੋਂ ਇੰਜ ਕਹੋਗੇ, ਇੰਜ ਲੱਗੇਗਾ ਗੁਰੂ ਮਹਾਰਾਜ ਜੀ ਪ੍ਰਗਟ।
ਤੇ ਉਹਨੂੰ ਯਾਦ ਕਰਨਾ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ, ਤੈਨੂੰ ਭੁੱਲ ਜਾਣਾ ਸਭ ਤੋਂ ਵੱਡਾ ਦੁੱਖ ਹੈ। ਹਾਂਜੀ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਤੀਰਥਾਂ ਦੇ ਉੱਤੇ ਇਸ਼ਨਾਨ ਜਦੋਂ ਮੈਂ ਵੇਖਦਾ ਕਿ ਲੋਕੀ ਕਰਦੇ ਨੇ ਤੇ ਫਿਰ ਜੀ ਕਰਦਾ ਮੈਂ ਵੀ ਜਾਵਾਂ, ਤੇ ਜੇਕਰ ਮੈਂ ਜਾਵਾਂ ਤੇ ਜਾਣਾ ਕਿਉਂ ਆ? ਮਾਲਕ ਜੀ ਤੇਰੀ ਖੁਸ਼ੀ ਵਾਸਤੇ, ਤੂੰ ਖੁਸ਼ ਹੋ ਜਾਏ। ਖੁਸ਼ ਹੋਣ ਦਾ ਅਰਥ ਤੂੰ ਮੈਨੂੰ ਆਪਣੇ 'ਚ ਮਿਲਾ ਲਵੇਂ। ਤੇ ਤੀਰਥ ਨਹਾਵਾ, ਮੈਂ ਤੀਰਥਾਂ ਤੇ ਜਾ ਕੇ ਤਾਂ ਨਹਾਵਾਂ ਜੇ ਤਿਸ ਭਾਵਾ, ਜੇ ਤੈਨੂੰ ਭਾ ਜਾਵਾਂ, ਜੇ ਤੈਨੂੰ ਚੰਗਾ ਲੱਗਾ। ਵਿਣ ਭਾਣੇ ਕੇ ਨਹਾਏ ਕਰੀ, ਤੇ ਜੇਕਰ ਮੈਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਵੀ ਕਰ ਲਿਆ ਸਰਦੀ ਦੇ ਵਿੱਚ, ਤੇ ਮੈਂ ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕੀਤੇ, 68 ਤੀਰਥਾਂ ਦੇ ਇਸ਼ਨਾਨ ਕੀਤਾ, ਤੇ ਜੇਕਰ ਤੇਰੀ ਖੁਸ਼ੀ ਨਾ ਮਿਲੀ ਤੇ ਫਿਰ ਉਸ ਨਹਾਉਣ ਦਾ ਲਾਭ ਕੀ? ਸੱਚੇ ਪਾਤਸ਼ਾਹ ਜੀ ਸਾਨੂੰ ਉਹ ਕਰਮ ਦੱਸ ਰਹੇ ਆ ਕਿ ਸਾਡਾ ਮੂਲ ਮੰਤਵ, ਮੂਲ ਮਕਸਦ ਪਰਮੇਸ਼ਵਰ ਦੀ ਖੁਸ਼ੀ ਲੈਣੀ ਹੈ, ਪਰਮੇਸ਼ਵਰ ਦਾ ਤਰਸ ਲੈਣਾ ਹੈ। ਤੇ ਜਿਹੜੇ ਕਰਮ ਦੇ ਵਿੱਚ ਉਹਦੀ ਖੁਸ਼ੀ ਨਹੀਂ, ਉਹਦਾ ਤਰਸ ਨਹੀਂ, ਉਹਦੀ ਬਖਸ਼ਿਸ਼ ਨਹੀਂ, ਸਾਨੂੰ ਕਰਮ ਨਹੀਂ ਕਰਨਾ ਚਾਹੀਦਾ। ਅੱਗੇ ਬਚਨ ਕੀਤਾ, ਜੇਤੀ ਸਿਰਠ, ਜਿੰਨੀ ਵੀ ਸ੍ਰਿਸ਼ਟੀ, ਜੇਤੀ ਸਿਰਠ ਉਪਾਈ ਵੇਖਾਂ। ਇਹ ਮੇਰੇ ਮਾਲਕ ਜੀ ਜਿੰਨਾ ਵੀ ਮੈਂ ਸੰਸਾਰ ਦੇ ਵਿੱਚ ਵਿਚਰਿਆ, ਸ੍ਰਿਸ਼ਟੀ ਦੇਖੀ ਆ, ਉਹਦੇ ਵਿੱਚ ਮੈਂ ਇੱਕ ਚੀਜ਼ ਦੇਖੀ, ਵਿਣ ਕਰਮਾਂ, ਬਿਨਾਂ ਬਖਸ਼ਿਸ਼ ਤੋਂ, ਬਿਨਾਂ ਤੇਰੀ ਨਜ਼ਰ ਇਨਾਇਤ ਤੋਂ ਕਿ ਮਿਲਿਆ ਲਈ ਕੋਈ ਤੈਨੂੰ ਮਿਲ ਨਹੀਂ ਸਕਦਾ। ਕਿਸੇ ਨੂੰ ਵੀ ਤੇਰੀ ਕਿਰਪਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਚਿਰ ਕੋਈ ਤੇਰੇ ਵਰਗਾ ਹੋਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪਰਮੇਸ਼ਵਰ ਨੂੰ ਸਾਰੇ ਚੰਗੇ ਲੱਗਦੇ ਆ। ਜੇ ਅਸੀਂ ਕਹੀਏ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਚੰਗੇ ਲੱਗੇ ਤੇ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਤਾ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ ਬ੍ਰਹਮ ਗਿਆਨੀ ਬਣਾਤਾ, ਤੇ ਅਸੀਂ ਭਰਮ ਗਿਆਨੀ ਬਣੇ ਬੈਠੇ ਆ। ਰੱਬਾ ਗੱਲ ਗਲਤ ਆ ਤੇਰੇ ਲਈ, ਗੁਰੂ ਤੂੰ ਚੰਗਾ ਨਹੀਂ ਕੀਤਾ। ਜੇ ਉਹ ਬ੍ਰਹਮ ਗਿਆਨੀ ਹੋ ਸਕਦੇ ਆ ਤੇ ਤੈਨੂੰ ਅਸੀਂ ਨਹੀਂ ਦੱਸੇ ਪਾਰਸ਼ੈਲਿਟੀ। ਉਹ ਕਹਿੰਦੇ ਵੀ ਜਿਹੜਾ ਪਰਮੇਸ਼ਵਰ ਨੂੰ ਭਾ ਜਾਏ, ਇਸ ਤੋਂ ਪਹਿਲਾਂ ਜਿਹੜਾ ਭਾਉਣਾ ਆ ਉਹਦਾ ਜੀਵਨ ਇੰਨਾ ਪਵਿੱਤਰ ਹੋਵੇ, ਇੰਨਾ ਜ਼ਿਆਦਾ ਚੰਗਾ ਹੋਵੇ ਕਿ ਉਹਦੇ ਅੰਦਰ ਉਹਨੂੰ ਨਾਮ ਜਪਣ ਦੀ ਲਾਲਸਾ ਲੱਗੀ ਰਵੇ, ਪਰਮਾਤਮਾ ਨੂੰ ਮਿਲਣ ਦੀ ਇੱਛਾ ਹੋਵੇ, ਪਰਮਾਤਮਾ ਫੇਰ ਹੀ ਮਿਲੇਗਾ। ਜਿੰਨਾ ਚਿਰ ਤੁਸੀਂ ਇਨਵਾਈਟ ਨਾ ਕਰੋ ਕਿੱਥੋਂ ਆ ਜਾਏਗਾ ਕੋਈ? ਤੇ ਜੇਕਰ ਕੋਈ ਬਿਨਾਂ ਇਨਵੀਟੇਸ਼ਨ ਤੋਂ ਆ ਗਿਆ ਤੇ ਆਪਾਂ ਕਹਿੰਦੇ ਭਾਈ ਕੌਣ ਤੂੰ, ਕਿਉਂ ਆ ਗਿਆ? ਇਸ ਕਰਕੇ ਜਿੰਨਾ ਚਿਰ ਅੰਦਰ ਇੱਛਾ ਨਾ ਪੈਦਾ ਹੋਵੇ ਕਿ ਰੱਬਾ ਤੂੰ ਮਿਲਣਾ ਆ, ਸਾਡਾ ਮਕਸਦ ਹੀ ਤੂੰ ਆ, ਉਹਨਾਂ ਚਿਰ ਦੱਸੋ ਕਿਵੇਂ ਆ ਜਾਏਗਾ, ਕਿਵੇਂ ਮਿਲੇਗਾ? ਕਹਿੰਦੇ ਨੇ ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ। ਤੇ ਜਦੋਂ ਗੁਰੂ ਮਿਲ ਗਿਆ ਨਾ, ਇਹਦਾ ਅਰਥ ਇਹ ਆ ਕੋਈ ਕਰਮ ਨਹੀਂ, ਕੋਈ ਕਰਮ ਨਹੀਂ, ਕਿਸੇ ਪ੍ਰਕਾਰ ਦੀ ਬੰਦਿਸ਼ ਨਹੀਂ। ਅੰਮ੍ਰਿਤ ਦੀ ਪ੍ਰਾਪਤੀ, ਫਿਰ ਅੰਮ੍ਰਿਤ ਵੇਲੇ ਦੀ ਪ੍ਰਾਪਤੀ, ਅੰਮ੍ਰਿਤਮਈ ਬਾਣੀ ਦੀ ਪ੍ਰਾਪਤੀ, ਤੇ ਜੀਵਨ ਅੰਮ੍ਰਿਤਮਈ ਹੋ ਗਿਆ। ਫਿਰ ਗੁਰੂ ਖੇਡ ਐਂ ਹੀ ਵਰਤਾ ਦਿੰਦਾ ਹੈ। ਗੁਰੂ ਵਾਲੇ ਹੋਣ ਤੋਂ ਬਾਅਦ ਬਖਸ਼ਿਸ਼ ਇੰਝ ਹੀ ਵਰਤੀ ਜਾਂਦੀ ਹੈ। ਹਾਂਜੀ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਜੀ ਕਹਿੰਦੇ ਨੇ ਕਿ ਤੈਨੂੰ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਕੀਮਤੀ ਲੱਗਦੀਆਂ ਨੇ ਨਾ, ਤੇ ਤੇਰਾ ਧਿਆਨ ਬਾਹਰ ਆ। ਜਿਸ ਦਿਨ ਤੂੰ ਅੰਦਰ ਦਾ ਰੰਗ ਮੰਨਣਾ ਸ਼ੁਰੂ ਕੀਤਾ ਤੇ ਤੈਨੂੰ ਇੰਜ ਲੱਗਣਾ ਬਾਹਰ ਸਭ ਹੀ ਝੂਠ ਆ, ਖੇਡ ਹੀ ਸਾਰੀ ਅੰਦਰ, ਸੁੱਖ ਹੀ ਅੰਦਰ ਆ। ਤੇ ਮਹਾਰਾਜ ਜੀ ਕਹਿੰਦੇ ਨੇ ਇੱਕ ਵਾਰੀ ਤੂੰ ਗੁਰੂ ਦੀ ਸਿੱਖਿਆ ਸੁਣ ਲੈ। ਜੇ ਇੱਕ ਸਿੱਖਿਆ ਸੁਣ ਲਈ, ਤੇਰੇ ਅੰਦਰ ਕੀਮਤੀ ਗੁਣ ਪ੍ਰਗਟ ਹੋ ਜਾਣੇ ਆ। ਤੇ ਜਦੋਂ ਕੀਮਤੀ ਗੁਣ ਪ੍ਰਗਟ ਹੋ ਗਏ ਤੇ ਫਿਰ ਤੈਨੂੰ ਪਤਾ ਲੱਗਣਾ ਆ ਕਿ ਮੈਂ ਪਰਮਾਤਮਾ ਦੇ ਵਿੱਚ ਸਾਂ ਤੇ ਪਰਮਾਤਮਾ ਮੇਰੇ ਵਿੱਚ ਸੀ। ਮੈਂ ਝੂਠੀ ਜਿਹੀ ਜ਼ਿੰਦਗੀ ਜਿਉਂਦਾ ਰਿਹਾ, ਖੇਡ ਤੇ ਅਸਲ 'ਚ ਕੁਝ ਹੋਰ ਸੀ। ਫਿਰ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਤੂੰ ਸਿੱਖਿਆ ਸੁਣ ਲਈ, ਹੁਣ ਤੂੰ ਅਰਦਾਸ ਕਰ ਕਿ ਗੁਰਾ ਹੇ ਸੱਚੇ ਪਾਤਸ਼ਾਹ, ਹੇ ਮਹਾਰਾਜ ਜੀ, ਇੱਕ ਦੇਹ ਬੁਝਾਈ, ਮੈਨੂੰ ਇੱਕ ਸਮਝ ਬਖਸ਼ੋ, ਆਤਮਿਕ ਗਿਆਨ ਬਖਸ਼ੋ। ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇਹੀ ਬੇਨਤੀ ਆ ਕਿ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦਾਤਿਆ ਕਦੀ ਮੈਨੂੰ ਭੁੱਲ ਨਾ ਜਾਵੀਂ, ਸੋ ਮੈਂ ਵਿਸਰ ਨਾ ਜਾਈ, ਕਿਤੇ ਤੂੰ ਮੈਨੂੰ ਭੁੱਲ ਨਾ ਜਾਈ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸਭ ਤੋਂ ਕੀਮਤੀ ਤੇਰਾ ਨਾਮ ਹੈ।
ਤੇਰੀ ਯਾਦ ਆ, ਤੇਰਾ ਸਿਮਰਨ ਆ। ਹਾਂਜੀ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ। ਮਹਾਰਾਜ ਜੀ ਕਹਿੰਦੇ ਨੇ ਕਿ ਇਸ ਵੇਲੇ ਉਮਰ ਕਿਸੇ ਦੀ 100 ਸਾਲ 150 ਸਾਲ ਆ, ਚਲੋ ਮੰਨ ਲਓ ਸਤਯੁਗ, ਤ੍ਰੇਤਾ ਯੁਗ, ਦੁਆਪਰ ਯੁਗ ਤੇ ਕਲ ਯੁਗ ਦੀ ਉਮਰ ਇਕੱਠੀ ਕਰ ਲਓ। ਕਿਸੇ ਬੰਦੇ ਦੀ ਇੰਨੀ ਉਮਰ ਹੋਵੇ, ਬੰਦੇ ਦੀ ਸਭ ਤੋਂ ਵੱਧ ਇੱਛਾ ਪਤਾ ਕੀ ਹੁੰਦੀ ਆ? ਮੈਂ ਮਰਾਂ ਨਾ। ਸਭ ਤੋਂ ਵੱਧ ਡਰਦਾ ਮੌਤ ਤੋਂ, ਤੇ ਸਭ ਤੋਂ ਵੱਧ ਇੱਛਾ ਆ ਜ਼ਿੰਦਗੀ ਦੀ। ਮਹਾਰਾਜ ਜੀ ਕਹਿਣ ਲੱਗੇ ਚੱਲ ਤੈਨੂੰ ਉਮਰ ਵੀ 4 ਯੁਗ ਦੀ ਮਿਲ ਜੇ ਜੁਗ ਚਾਰੇ ਆਰਜ, ਇਹਨੂੰ ਯੁਗ ਨਹੀਂ ਕਹਿਣਾ, ਯੁਗ ਨਹੀਂ, ਇਹ ਯੁੱਗ ਆ, ਯੁੱਗ ਭਰ ਕੇ ਬੋਲਣਾ। ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਫਿਰ 4 ਯੁੱਗਾਂ ਦੀ ਜਿੰਨੀ ਉਮਰ ਆ ਉਹਨੂੰ 10 ਗੁਣਾ ਕਰ ਲਓ, ਹੋਰ ਵੀ ਉਮਰ ਲੰਬੀ ਹੋ ਜੇ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਿਆ ਸਭ ਕੋਏ, ਤੇ ਸਾਰੇ ਸੰਸਾਰ ਦੇ ਵਿੱਚ ਉਸ ਬੰਦੇ ਦੀ ਸਿਫਤ ਸਲਾਹ ਹੋਵੇ, ਤੇ ਜੇ ਉਹ ਇਸ਼ਾਰਾ ਕਰੇ ਤੇ ਸਾਰੇ ਉਹਦੇ ਪਿੱਛੇ ਹੋ ਕੇ ਉਹਨੂੰ ਆਪਣਾ ਆਪ ਸਮਰਪਿਤ ਕਰਕੇ ਚੱਲਣ। ਤੇ ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ। ਜੇ ਉਸ ਬੰਦੇ ਦਾ ਨਾਮ ਸਾਰੇ ਸੰਸਾਰ ਵਿੱਚ ਚੱਲਦਾ ਹੋਵੇ, ਸਰਕਾਰੀ ਦਰਬਾਰੇ ਚੱਲਦਾ ਹੋਵੇ, ਸਾਰੇ ਸਤਿਕਾਰ ਨਾਲ ਹਿਰਦੇ 'ਚ ਪ੍ਰੇਮ ਧਾਰ ਕੇ ਤੇ ਮੱਥਾ ਟੇਕਦੇ ਹੋਣ, ਤੇ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਸ਼ੋਭਾ ਵੀ ਪ੍ਰਾਪਤ ਕਰ ਲਵੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ, ਜੇ ਉਸ ਮਾਲਕ ਦੀ ਨਦਰੇ ਇਨਾਇਤ ਨਾ ਹੋਈ ਤਾਂ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਨਿਆਸਰਾ ਹੀ ਸਮਝੋ, ਉਹਦੇ ਪੱਲੇ ਹੈ ਕੁਝ ਨਹੀਂ। ਜਿਹਦੀ ਦਰਗਾਹ ਦੇ ਵਿੱਚ ਇੱਜ਼ਤ ਨਹੀਂ, ਉਹਦੀ ਕਿਤੇ ਵੀ ਇੱਜ਼ਤ ਨਹੀਂ। ਤੇ ਨਦਰੇ ਇਨਾਇਤ ਕੀ ਆ? ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ, ਨਦਰੇ ਇਨਾਇਤ ਆ ਗੁਰੂ ਦਾ ਸ਼ਬਦ, ਨਦਰ ਹੋਏ ਤਾਂ ਸਿਮਰਿਆ ਜਾਏ। ਮਹਾਰਾਜ ਜੀ ਤੁਸੀਂ ਕਿਹੋ ਜਿਹੀ ਗੱਲ ਕਰਤੀ? ਅਸੀਂ ਤਾਂ ਸੋਚਦੇ ਹੀ ਇਹ ਆ ਕਿ ਸਾਡੇ ਕੋਲ ਪੈਸਾ ਬਹੁਤ ਹੋਵੇ, ਸਾਡੀ ਸਿਫਤ ਸਲਾਹ ਬਹੁਤ ਹੋਵੇ, ਸਾਰੇ ਸਾਡੇ ਪਿੱਛੇ ਹੋ ਕੇ ਚੱਲਣ, ਸਾਨੂੰ ਲੋਕੀ ਜਾਣਨ ਬਹੁਤ ਵੱਖ-ਵੱਖ ਢੰਗਾਂ ਦੇ ਨਾਲ। ਇਹ ਕੋ ਪੈਸਾ ਬਹੁਤ ਹੈ, ਇਹ ਕੋ ਰੂਪ ਬਹੁਤ ਚੰਗਾ, ਇਹ ਸਿਆਣਾ ਬਹੁਤ ਆ, ਇਹ ਵਕਤਾ ਬੜਾ ਚੰਗਾ, ਇਹ ਪੜ੍ਹਿਆ ਲਿਖਿਆ ਬੜਾ ਚੰਗਾ, ਇਹਦੀ ਜ਼ਮੀਨ ਜਾਇਦਾਦ ਬਹੁਤ ਆ, ਇਹਦੇ ਜਹਾਜ਼ ਚੱਲਦੇ ਆ, ਤੇ ਉਮਰ ਵੀ ਰੱਜ ਕੇ ਹਰ ਬੰਦਾ ਚਾਹੁੰਦਾ ਕਿ ਜ਼ਿਆਦਾ ਹੀ ਹੋਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਮ੍ਰਿਤ ਮੰਡਲ ਦੀਆਂ ਬਾਤਾਂ ਨੇ, ਇਹ ਮੌਤ ਦਾ ਦੇਸ਼ ਹੈ, ਤੇ ਸਭ ਜੋ ਵੀ ਪੈਦਾ ਹੋਇਆ ਬਿਨਸ ਜਾਣਾ ਹੈ। ਤੇ ਸਭ ਤੋਂ ਵੱਡੀ ਬਖਸ਼ਿਸ਼ ਪਰਮੇਸ਼ਵਰ ਦਾ ਨਾਮ, ਤੇ ਜੋ ਦਾਸ ਬੇਨਤੀ ਕਰਦਾ ਪਿਆ ਨਹੀਂ ਸਮਝ ਲੱਗਣੀ। ਕਿਉਂ? ਇਹ ਆਤਮਿਕ ਮੰਡਲ ਦੇ ਵਿੱਚੋਂ, ਇਹ ਸੱਚਖੰਡ ਦੇ ਵਿੱਚੋਂ, ਅਨਾਮੀ ਦੇਸ਼ ਦੇ ਵਿੱਚੋਂ ਆਏ ਹੋਏ ਸ਼ਬਦ ਨੇ, ਇਹ ਮਾਣੇ ਹੋਏ ਸ਼ਬਦ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਅਵਸਥਾਵਾਂ ਨੂੰ ਮਾਨਣ ਤੋਂ ਬਾਅਦ ਫਿਰ ਉਚਾਰਨ ਕੀਤਾ ਕਿ ਇੰਜ ਹੁੰਦਾ ਹੈ। ਸਾਡੀ ਇੰਨੀ ਦ੍ਰਿਸ਼ਟੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ, ਜੇ ਇਹ ਪੰਕਤੀ ਸਾਡੇ ਹਿਰਦੇ ਨੂੰ ਨਹੀਂ ਨਾ ਭਾ ਰਹੀ, ਮਤਲਬ ਇਹ ਜੇ ਰੱਬ ਦੇ ਨਾਮ ਤੋਂ ਬਿਨਾਂ ਸਾਨੂੰ ਕੋਈ ਹੋਰ ਚੀਜ਼ ਅਟਰੈਕਟ ਕਰਦੀ ਆ, ਅਟਰੈਕਸ਼ਨ ਬਣੀ ਪਈ ਆ, ਤੇ ਇਹਦਾ ਮਤਲਬ ਇਹੀ ਆ ਕਿ ਸਾਨੂੰ ਅਜੇ ਭਰੋਸਾ ਨਹੀਂ ਹੋਇਆ। ਤੇ ਭਰੋਸਾ ਅਰਦਾਸ ਕਰੀਏ ਤਾਂ ਹੀ ਮੰਗਦੇ ਨਾ ਆਪਾਂ। ਵਿਸਾਹ ਦਾਨ, ਭਰੋਸਾ ਦਾਨ ਮਹਾਰਾਜ ਜੀ ਬਖਸ਼ ਦਿਓ ਜੀ, ਬਖਸ਼ ਦਿਓ ਮਹਾਰਾਜ ਜੀ। ਭਰੋਸਾ ਦਾਨ ਹੈ ਨਹੀਂ ਸਾਡੇ ਕੋਲ, ਫਿਰ ਮਹਾਰਾਜ ਜੀ ਕਿਰਪਾ ਕਰ ਦਿੰਦੇ ਆ। ਹਾਂਜੀ। ਕੀਤਾ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਬੰਦੇ ਕੋਲ ਸਾਰਾ ਕੁਝ ਹੀ ਹੈ, ਤੇ ਜੇ ਉਸ ਬੰਦੇ ਦੇ ਕੋਲ ਰੱਬ ਦਾ ਨਾਂ ਨਹੀਂ ਨਾ, ਕਹਿਣ ਲੱਗੇ ਉਹ ਜਿਵੇਂ ਕੀੜੇ ਦੇ ਅੰਦਰ, ਕਿਸੇ ਨਖਿੱਧ ਜੂਨ ਦੇ ਅੰਦਰ ਕੀੜੇ ਪਏ ਹੁੰਦੇ ਨੇ ਨਾ, ਕਹਿੰਦੇ ਉਹ ਬੰਦਾ ਉਹੋ ਜਿਹਾ, ਜਿਵੇਂ ਮੰਨ ਲਓ ਵੀ ਕੂਕਰ ਆ, 4 ਪਾਇਆ ਜਾਨਵਰ ਆ, ਜਿਹਨੂੰ ਆਪਾਂ ਕੁੱਤਾ ਕਹਿ ਦਿੰਦੇ ਆ, ਉਹ ਕੂਕਰ ਦੇ ਸਿਰ ਦੇ ਵਿੱਚ ਕੀੜੇ ਪਏ ਹੋਣ। ਮਹਾਰਾਜ ਜੀ ਕਹਿੰਦੇ ਨੇ ਲੋਕ ਤੇ ਵਾਹ ਕਰਨਗੇ, ਬੜਾ ਪੈਸਾ ਬੜਾ ਪੈਸਾ। ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਆਵਾਜ਼ ਆਏਗੀ, ਇਹ ਕੀੜਿਆਂ ਦਾ ਵੀ ਕੀੜਾ ਹੈ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ਼ ਧਰੇ। ਉਹਦੇ ਮਸਤਕ ਦੇ ਉੱਤੇ ਦੋਸ਼ ਮੜਿਆ ਗਿਆ ਕਿ ਇਹ ਬੰਦਾ ਰੱਬ ਨੂੰ ਭੁਲਾ ਕੇ ਜੀਵਨ ਬਤੀਤ ਕਰਦਾ ਰਿਹਾ, ਵੀ ਉਹ ਬੰਦਾ ਦੋਸ਼ੀ ਮੰਨਿਆ ਜਾਏਗਾ। ਦੋਸ਼ ਕਾਹਦਾ? ਰੱਬ ਨੂੰ ਭੁੱਲਣ ਦਾ। ਤੇ ਤਕਰੀਬਨ ਸਾਨੂੰ ਸਾਰਾ ਕੁਝ ਹੀ ਯਾਦ ਹੁੰਦਾ ਹੈ, ਖਾਣਾ ਹੈ, ਪੀਣਾ ਹੈ, ਕੱਪੜੇ ਪਾਉਣੇ ਨੇ, ਸਰਦੀ ਆ। ਅਸੀਂ ਸਿਆਣੇ ਆ,
ਜਿਸ ਬੰਦੇ ਨੂੰ ਸਾਇੰਸ ਕਹਿੰਦੀ ਹੈ, ਜਿਸ ਬੰਦੇ ਨੂੰ ਇੰਨਾ ਪਤਾ ਲੱਗ ਰਿਹਾ ਨਾ ਕਿ ਮੇਰੇ ਸੱਟ ਲੱਗੀ ਤੇ ਮੇਰੇ ਦਰਦ ਹੋਈ, ਕਹਿਣ ਲੱਗੇ ਉਹ ਕੌਨਸ਼ੀਅਸ ਆ, ਉਹ ਸਿਆਣਾ ਹੈ। ਭੁੱਖ ਲੱਗੇ ਤੇ ਉਹਦੀਆਂ ਲੱਤਾਂ ਤੁਰ ਪੈਣ ਆਪਣੇ ਆਪ ਖਾਣ ਵਾਲੇ ਪਾਸੇ, ਰਸੋਈ ਵਾਲੇ ਪਾਸੇ, ਲੰਗਰ ਵਾਲੇ ਪਾਸੇ, ਜਾਂ ਫਿਰ ਕਿਸੇ ਹੋਟਲ ਦੇ ਸਾਹਮਣੇ। ਦਾ ਮਤਲਬ ਬਹੁਤ ਸਿਆਣਾ ਹੈ ਬੰਦਾ, ਸਾਰੇ ਪਾਸੇ ਸਿਆਣਾ। ਬਸ ਰੱਬ ਦੇ ਨਾਮ ਵੇਲੇ ਕਹਿੰਦਾ ਆਪੇ ਹੀ ਮਹਾਰਾਜ ਜੀ ਕਰਨਗੇ। ਲੋੜ ਕਿਹਨੂੰ? ਲੋੜ ਸਾਨੂੰ। ਤੇ ਮਹਾਰਾਜ ਕਿਉਂ ਕਰਨਗੇ? ਮਹਾਰਾਜ ਨੇ ਤਾਂ ਕਰਤਾ। ਜਦੋਂ ਘਰੇ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਾਂ ਨਿਤਨੇਮ ਕਰਦੇ ਆ, ਤੇ ਮਹਾਰਾਜ ਕਹਿ ਰਹੇ ਆ ਭਾਈ ਜਿਨ ਸੇਵਿਆ ਤੈਨੂੰ ਪਾਇਆ ਮਾਨ, ਮਾਨ ਦੀ ਪ੍ਰਾਪਤੀ ਕਰ, ਦਰਗਾਹ ਤੈਨੂੰ ਮਾਨ ਪ੍ਰਾਪਤ ਹੋਏਗਾ ਤੇ ਇਸ ਧਰਤੀ ਉੱਤੇ ਵੀ ਮਾਨ ਦੀ ਪ੍ਰਾਪਤੀ ਹੋਏਗੀ। ਸਾਰੋ ਦਿਨ ਮਜ਼ਦੂਰੀ ਕਰੈ ਬੰਦਾ, 24 ਘੰਟੇ ਸਾਰਾ ਦਿਨ ਮਜ਼ਦੂਰੀ ਕਰ ਸਕਦਾ ਹੈ। ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਸਿਰ ਸੁੱਟ ਕੇ ਉਦੋਂ ਕਹਿੰਦਾ ਥੱਕ ਗਿਆ ਮੈਂ, ਇੰਨੀਆਂ ਸ਼ਿਫਟਾਂ ਲਾਈਆਂ। ਚਲੋ ਇੰਡੀਆ ਦੇ ਵਿੱਚ ਲਾ ਲਓ ਵੀ 8-10 ਘੰਟੇ, ਤੇ ਮੈਂ ਉੱਥੇ ਜਾ ਕੇ ਦੇਖਿਆ ਕੈਨੇਡਾ, ਉੱਥੇ ਲੋਕੀ 20-20 ਘੰਟੇ ਵਾਲੇ ਵੀ ਬੈਠੇ ਹੋਏ ਆ, ਏਡੇ ਏਡੇ ਯੋਧੇ ਬੰਦੇ ਬੈਠੇ ਹੋਏ, 21 ਘੰਟੇ ਵਾਲੇ ਵੀ ਬੈਠੇ ਹੋਏ ਆ। ਤੇ ਗੁਰਦੁਆਰੇ ਸਾਹਿਬ ਆ ਕੇ ਤੇ ਜਿਸ ਵੇਲੇ ਆਉਂਦੇ ਆ ਤੇ ਉਹ ਬੈਠਦੇ ਆ, ਪ੍ਰਸ਼ਾਦਾ ਛਕਦੇ ਆ, ਦਰਬਾਰ ਹਾਲ 'ਚ ਬੈਠਦਿਆਂ ਸਾਰੀ ਨੀਂਦ। ਫਿਰ 28 ਦਾ ਵੀ ਭਾਈ ਕੀ ਹੋਇਆ, ਕਹਿੰਦਾ ਜੀ 20 ਘੰਟੇ ਦੀ ਸ਼ਿਫਟ ਸੀ, 4-5 ਪਾਰਟਸ ਦੇ ਵਿੱਚ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਜੇ ਆਪਾਂ ਸਿਰਫ 1 ਘੰਟਾ 19 ਘੰਟੇ 20 ਘੰਟਿਆਂ 'ਚੋਂ ਦੇ ਦਈਏ, ਮੈਨੂੰ ਭਰੋਸਾ ਆ ਵੀ ਗੁਰੂ ਮਹਾਰਾਜ ਬੜੀ ਬਖਸ਼ਿਸ਼ ਕਰਨਗੇ। ਅੱਗੋਂ ਜਵਾਬ ਇਹ ਹੁੰਦਾ ਆ ਨਹੀਂ, ਆਪੇ ਕਰਨਾ ਪੈਣਾ, ਜਿਹੜਾ ਕਰਾਂਗੇ ਉਹੀ ਪ੍ਰਾਪਤ ਹੋਏਗਾ। ਮਤਲਬ ਆਪਣੇ ਕੀਤੇ ਤੇ ਭਰੋਸਾ ਹੈ, ਰੱਬ ਦੇ ਕੀਤੇ ਤੇ ਨੂੰ ਕੋਈ ਭਰੋਸਾ ਨਹੀਂ। ਰੱਬ ਦੇ ਕੀਤੇ ਨੂੰ ਇੰਝ ਹੀ ਜਾਣਦਾ ਆ, ਰੱਬ ਦੇ ਕੀਤੇ ਨੂੰ ਜਾਣਦਾ ਕਿ ਇੱਕ ਆਖੀਏ ਜਿਹੜਾ ਮੈਂ ਕੀਤਾ ਤੇ ਉਹ ਪਹਾੜ ਆ। ਮਹਾਰਾਜ ਕਹਿੰਦੇ ਨੇ ਕਿ ਬੰਦਾ ਸਿਆਣਾ ਇਹ ਜਾਣ ਬੁੱਝ ਕੇ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਜਾਣ ਕੇ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂ ਐ ਪਰੇ, ਹੱਥ ਦੇ ਦੀਵਾ ਫੜਿਆ ਤੇ ਖੂਹ ਜਾ ਕੇ ਡਿੱਗਿਆ ਤੇ ਕਹਿੰਦਾ ਰੱਬ ਨੇ ਸੁੱਟਣਾ ਹੀ ਸੀ। ਉਹ ਭਰਾਵਾ ਤੈਨੂੰ ਅੱਖਾਂ ਦਿੱਤੀਆਂ, ਤੈਨੂੰ ਦੀਵਾ ਪ੍ਰਕਾਸ਼ ਦਾ ਸਰੋਤ ਦਿੱਤਾ ਆ। ਗੁਰਬਾਣੀ ਸੀ ਜਗ ਮੈਂ ਚਾਨਣ ਕਰਮ ਵਸੈ ਮਨ, ਅੱਜ ਤੂੰ ਜਾਣ ਕੇ ਡਿੱਗਦਾ। ਪਤਾ ਵੀ ਹੈ ਕਿ BP ਵੱਧ ਜਾਂਦਾ ਆ, ਤੇ ਫਿਰ ਪਕੌੜੇ ਖਾਣੇ, ਤੇ ਫਿਰ ਤਲੀਆਂ ਚੀਜ਼ਾਂ ਖਾਣੀਆਂ, ਤੇ ਕਹਿਣਾ ਕੀ ਹੋਇਆ ਸੀ, ਪਤਾ ਹੀ ਨਹੀਂ ਰੱਬ ਨੇ ਕੀ ਕਰਤਾ। ਪਕੌੜੇ ਤੈਂ ਖਾਦੇ, ਜ਼ਬਾਨ ਦਾ ਸਵਾਦ ਤੂੰ ਪੂਰਾ ਕੀਤਾ, ਤੇ ਰੱਬ ਦਾ ਕੀ ਕਸੂਰ? ਜਿਹੜਾ ਮਾੜਾ ਕੰਮ ਰੱਬ ਦੇ ਸਿਰ ਮੜ ਦੋ, ਜਿਹੜਾ ਚੰਗਾ ਕੰਮ ਆ ਨਲਕਾ ਲਵਾਇਆ ਉਹ ਮੈਂ ਹੀ ਲਵਾਇਆ, ਰੱਬ ਕੌਣ ਹੁੰਦਾ? ਸੋ ਕਹਿਣ ਦਾ ਅਰਥ ਇਹ ਆ, ਬੰਦੇ ਦਾ ਸੁਭਾਅ ਇਹ ਪੱਕ ਗਿਆ ਕਿ ਜਿੰਨਾ ਦੋਸ਼ ਰੱਬ ਨੂੰ ਦੇ ਦਿਓ ਤੇ ਉਹ ਦਿੰਦਾ। ਪਤਾ ਕਿਉਂ? ਇਹਨੂੰ ਪਤਾ ਉਹਨੇ ਕਿਹੜਾ ਸਾਹਮਣੇ ਹੋਣਾ। ਜੇ ਸਾਹਮਣੇ ਆ ਕੇ ਅਗਲਾ ਪੁੱਛ ਲੈ ਇੱਧਰ ਆ, ਤੂੰ ਮੇਰੇ ਸਿਰ ਤੇ ਇਲਜ਼ਾਮ ਕਿਵੇਂ ਲਾਇਆ, ਪਤਾ ਉਹਨੇ ਹੋਣਾ ਹੀ ਨਹੀਂ, ਕਿਉਂਕਿ ਮੰਨੀ ਬੈਠਾ ਹੈ ਹੀ ਨਹੀਂ। ਜੇ ਮੰਨੀ ਬੈਠਾ ਹੈ ਹੀ ਨਹੀਂ ਤਾਂ ਹੀ ਇਲਜ਼ਾਮ ਲਾਉਂਦਾ। ਗਹਿਰੇ ਵਿੱਚ ਭਰੋਸਾ ਨਹੀਂ ਰੱਬ ਤੇ। ਗਹਿਰੇ ਦੀ ਗੱਲ ਕਰੀਏ, ਅੱਗੇ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਆ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਐਸਾ ਬੰਦਾ ਕੀੜਿਆਂ ਦਾ ਵੀ ਕੀੜਾ ਆ ਤੇ ਉਹਦੇ ਮਸਤਕ ਉਤੇ ਦੋਸ਼ ਲੱਗਾ ਹੈ ਰੱਬ ਨੂੰ ਭੁੱਲਣ ਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇ ਕਹਿਣ ਲੱਗੇ ਪਰਮੇਸ਼ਵਰ ਦਾ ਸੁਭਾਅ ਐਸਾ ਆ, ਉਹ ਪਾਪੀਆਂ ਨੂੰ ਵੀ ਸਵਾਸ ਦਿੰਦਾ ਆ, ਉਹ ਪਾਪੀਆਂ ਨੂੰ ਵੀ ਪ੍ਰਸ਼ਾਦਾ ਦਿੰਦਾ ਆ, ਪਾਪੀਆਂ ਨੂੰ ਵੀ ਧਰਤੀ ਦਿੰਦਾ ਆ ਰਹਿਣ ਵਾਸਤੇ, ਪਾਪੀਆਂ ਨੂੰ ਵੀ ਸਾਰਾ ਕੁਝ ਦਿੰਦਾ ਹੈ, ਤੇ ਪੁੰਨੀਆਂ ਨੂੰ ਵੀ ਦਿੰਦਾ ਹੈ, ਸਾਧੂਆਂ ਨੂੰ ਵੀ ਦਿੰਦਾ, ਚੋਰਾਂ ਨੂੰ ਵੀ ਦਿੰਦਾ, ਚੰਗਿਆਂ ਨੂੰ ਵੀ ਦਿੰਦਾ, ਮੰਦਿਆਂ ਨੂੰ ਵੀ ਦਿੰਦਾ, ਕਿਉਂਕਿ ਸਾਰੇ ਉਹਦੇ ਪੁੱਤਰ ਨੇ, ਬੱਚੇ ਨੇ। ਜਿਨ੍ਹਾਂ ਕੋਲ ਗੁਣ ਕੋਈ ਨਹੀਂ ਉਹਨਾਂ ਨੂੰ ਵੀ ਗੁਣ ਦਿੰਦਾ। ਹੁਣ ਸਾਡੇ ਵਿੱਚ ਕੋਈ ਗੁਣ ਹੈ? ਪਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ, ਬਾਣੀ ਜਪਾ ਰਹੇ ਆ, ਇਹਦਾ ਮਤਲਬ ਸਾਡੇ ਵਰਗੇ ਨਿਰਗੁਣਿਆਰਿਆਂ ਨੂੰ ਗੁਣ ਦੇ ਰਿਹਾ। ਤੇ ਗੁਣਵੰਤਿਆ ਗੁਣ ਦੇ, ਤੇ ਜਿਹੜੇ ਗੁਣੀ ਬੰਦੇ ਬ੍ਰਹਮ ਗਿਆਨੀ ਆ ਉਹਨਾਂ ਉੱਤੇ ਹੋਰ ਬਖਸ਼ਿਸ਼ ਕਰੀ ਜਾਂਦਾ ਹੈ। ਹਾਂਜੀ। ਤੇਹਾ ਕੋਇ ਨ ਸੁਝਈ, ਚਿਤਿ ਗੁਣ ਕੋਇ ਕਰੇ। ਪਰਮੇਸ਼ਵਰ ਵਰਗਾ ਕੋਈ ਵੀ ਦੂਜਾ ਹੋ ਨਹੀਂ ਸਕਦਾ ਜਿਹੜਾ ਨਿਰਗੁਣਿਆਰਿਆਂ ਉੱਤੇ ਗੁਣ ਕਰੇ। ਤੇ ਕਹਿੰਦੇ ਨੇ ਜੇਕਰ ਇਹ ਸਾਨੂੰ ਭਰੋਸਾ ਹੋ ਜਾਏ ਕਿ ਉਹ ਵਾਕਈ ਦਾ ਬਲਵਾਨ ਆ, ਤੇ ਫਿਰ ਕਰਨਾ ਕੀ ਚਾਹੀਦਾ? ਭਰੋਸੇ ਦੀ ਨਿਸ਼ਾਨੀ ਫਿਰ ਬੰਦਾ ਬਹਿ ਜਾਂਦਾ ਹੈ ਕਿ ਤੇਰੀ ਬਾਣੀ ਕਹਿੰਦੀ ਆ, ਤੂੰ ਹੀ ਕਹਿੰਦਾ ਆ ਕਿ ਸਰਬ ਕਲਾ ਸਮਰੱਥ ਆ ਮੈਂ ਸੋਧਿਆ ਅਰਦਾਸਾ। ਅੱਜ ਤੋਂ ਬਾਅਦ ਗੁਰੂ ਦਾ ਸ਼ਬਦ ਦਾ ਜਾਪ ਸ਼ੁਰੂ। ਤੇ ਮਹਾਰਾਜ ਬਖਸ਼ਿਸ਼ ਕਰਦੇ ਆ। ਹਾਂਜੀ।
ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਇੱਥੇ ਜੋ ਸੁਣਿਆ ਸ਼ਬਦ ਹੈ ਇਹਦੇ ਇੱਥੇ ਵੱਡਾ ਵਿਸ਼ਰਾਮ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਇੱਥੇ ਜੋ ਸੁਣਨ ਦਾ ਅਰਥ ਹੈ ਇਹ ਹੈ ਅਸੀਂ ਆਪਣੇ ਇਹਨਾਂ ਚਮੜੇ ਦੇ ਕੰਨਾਂ ਦੇ ਰਾਹੀਂ, ਇਹ ਤੇ ਇੱਕ ਦਰਵਾਜ਼ੇ ਦੀ ਤਰ੍ਹਾਂ ਨੇ ਨਾ, ਬੰਦਾ ਮਰ ਜਾਂਦਾ ਹੈ, ਆਤਮਾ ਨਿਕਲ ਜਾਂਦੀ ਤੇ ਫਿਰ ਕੰਨ ਤੇ ਉਹਦੇ ਚੰਗੇ ਭਲੇ ਸਾਬਤ ਆ, ਉੱਥੇ ਬੰਦਾ ਕਹੀ ਜਾਵੇ ਕਿ ਉਦੋਂ ਤੇ ਤੂੰ ਕੁਝ ਸੁਣਿਆ ਨਹੀਂ, ਹੁਣ ਹੀ ਚੰਗਾ ਸੁਣ ਲਿਆ। ਸੁਣਨ ਵਾਲਾ ਕੋਈ ਹੋਰ ਆ। ਇਹ ਕੰਨ ਤੇ ਇੱਕ ਦਰਵਾਜ਼ੇ ਖਿੜਕੀਆਂ ਦੀ ਤਰ੍ਹਾਂ ਆ। ਮਹਾਰਾਜ ਜੀ ਕਹਿੰਦੇ ਨੇ ਕੰਨਾਂ ਰਾਹੀਂ ਸੁਣ ਕੇ ਤੂੰ ਗੁਰੂ ਦੇ ਸ਼ਬਦ ਵਿੱਚ ਸੁਰਤ ਨੂੰ ਜੋੜ। ਸੁਰਤ ਨੂੰ ਜੋੜਨ ਤੋਂ ਬਾਅਦ ਭਰੋਸਾ ਪੈਦਾ ਹੁੰਦਾ ਹੈ, ਭਰੋਸੇ ਦੇ ਵਿੱਚੋਂ ਪ੍ਰਤੀਤ ਪੈਦਾ ਹੁੰਦੀ ਆ, ਤੇ ਪ੍ਰਤੀਤ ਤੋਂ ਬਾਅਦ ਫਿਰ ਪ੍ਰੀਤ ਪੈਦਾ ਹੁੰਦੀ ਹੈ। ਪ੍ਰੀਤ, ਤੇ ਕਹਿੰਦੇ ਨੇ ਜਿਸ ਵੇਲੇ ਪ੍ਰੀਤ ਪੈਦਾ ਹੋਈ ਉਸ ਅਵਸਥਾ ਨੂੰ ਕਹਿੰਦੇ ਨੇ ਸੁਣਿਆ। ਇਹ ਅਵਸਥਾ ਆ, ਇਹ ਇਕੱਲਾ ਕੰਨਾਂ ਨਾਲ ਸੁਣਨ ਦੀ ਗੱਲ ਨਹੀਂ ਹੈ। ਸੁਣਿਆ ਸਿੱਧ, ਇਹਨੂੰ ਸਿੱਧ ਕਹਿਣਾ, ਸਿੱਧ ਨਹੀਂ ਕਹਿਣਾ। ਸੁਣਿਆ ਸਿੱਧ ਪੀਰ ਸੁਰਨਾਥ, ਜਿਸ ਵੇਲੇ ਗੁਰੂ ਬਖਸ਼ਿਸ਼ ਕਰਦਾ ਹੈ ਤੇ ਫਿਰ ਐਸਾ ਮਨੁੱਖ ਸਿੱਧ ਬਣ ਜਾਂਦਾ ਹੈ। ਸਿੱਧ ਦਾ ਅਰਥ ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਇੱਕ ਹੁੰਦਾ ਸੰਸਾਰੀ ਬੰਦਾ, ਸੰਸਾਰੀ ਫਿਰ ਜਗਿਆਸੂ ਬਣਦਾ, ਜਗਿਆਸੂ ਤੋਂ ਬਾਅਦ ਫਿਰ ਉਹ ਸਿੱਖ ਬਣਦਾ, ਸਿੱਖ ਤੋਂ ਬਾਅਦ ਫਿਰ ਉਹ ਗੁਰਸਿੱਖ ਬਣਦਾ। ਗੁਰਸਿੱਖ ਕੀ ਆ? ਲਾਸਟ ਸਟੇਜ। ਗੁਰਸਿੱਖ ਬਣ ਗਿਆ ਮਤਲਬ ਉਹਦੀ ਘਾਲਣਾ ਥਾਏ ਪੈ ਗਈ। ਕਲਗੀਧਰ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਫਿਰ ਦੂਜੇ ਢੰਗ ਦੇ ਨਾਲ ਨਿਰੂਪਣ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਗੁਰਸਿੱਖ, ਸਿੱਖ ਤੋਂ ਬਾਅਦ ਫਿਰ ਸਿੰਘ, ਸਿੰਘ ਤੋਂ ਬਾਅਦ ਫਿਰ ਖਾਲਸਾ। ਖਾਲਸਾ ਬਣਨ ਦਾ ਅਰਥ ਕੀ ਆ? ਹੁਣ ਇਹਦੀ ਘਾਲਣਾ ਥਾਏ ਪੈ ਗਈ ਹੈ, ਜੋ ਇਹਨੇ ਜਪ ਤਪ ਕੀਤਾ ਨੂੰ ਫਰੂਟ ਮਿਲ ਗਿਆ ਆ। ਕਹਿੰਦੇ ਤੂੰ ਗੁਰੂ ਦੇ ਸ਼ਬਦ ਨੂੰ ਪ੍ਰੇਮ ਪ੍ਰਤੀਤ ਸ਼ਰਧਾ ਦੇ ਨਾਲ ਸੁਣ। ਜਦੋਂ ਤੈਨੂੰ ਅਵਸਥਾ ਪ੍ਰਾਪਤ ਹੋ ਗਈ, ਅੰਦਰੋਂ ਹੀ ਗੁਰੂ ਦੀ ਉਹ ਸ਼ਕਤੀ ਪ੍ਰਗਟ ਹੁੰਦੀ ਹੈ, ਉਹ ਸਾਨੂੰ ਅੰਦਰੋਂ ਸੁਣਦੀ ਹੈ। ਅਸੀਂ ਰਿਕਾਰਡਿੰਗ ਬਹੁਤ ਕੀਤੀ ਹੋਈ ਆ, ਜੇ ਮਾੜੀਆਂ ਗਲਤ ਚੀਜ਼ਾਂ ਦੇਖੀਆਂ ਉਹ ਰਿਕਾਰਡਿੰਗ ਪਈ ਹੈ ਅੰਦਰ, ਤੇ ਉਹ ਡਿਲੀਟ ਹੋਣੀ ਤਾਂ ਜੇ ਅਸੀਂ ਐਂਟੀਵਾਇਰਸ ਪਾਵਾਂਗੇ, ਭਾਵ ਕਿ ਗੁਰੂ ਦਾ ਸ਼ਬਦ ਐਂਟੀਵਾਇਰਸ ਦਾ ਕੰਮ ਕਰਦਾ। ਸਿੱਧ ਬਣਨ ਵਾਸਤੇ ਤੈਨੂੰ ਸਿੱਧਾਂ 'ਚ ਜਾ ਕੇ ਕੰਨ ਪੜਵਾਉਣੇ ਨਹੀਂ ਪੈਣੇ, ਫਿਰ ਧੂਣੀਆਂ ਤਪਾਉਣੀਆਂ ਨਹੀਂ ਪੈਣੀਆਂ, ਭੁੱਖਾ ਰਹਿਣਾ ਨਹੀਂ ਪੈਣਾ, ਫਿਰ ਤੈਨੂੰ ਗਰਮੀ ਸਰਦੀ ਝੱਲਣ ਵਾਸਤੇ ਨੰਗਾ ਨਹੀਂ ਰਹਿਣਾ ਪੈਣਾ। ਕਹਿਣ ਲੱਗੇ ਤੂੰ ਸਿਰਫ ਆਪਣੇ ਗੁਰੂ ਦੇ ਸ਼ਬਦ ਨੂੰ ਪ੍ਰੇਮ ਨਾਲ ਸੁਣ, ਤੂੰ ਸਿੱਧ ਬਣ ਜਾਏਗਾ। ਸਿੱਧ ਦਾ ਅਰਥ ਜੋ ਬੋਲਤਾ ਪੂਰਾ ਹੋ ਗਿਆ। ਪੀਰ, ਪੀਰ ਦਾ ਅਰਥ ਜੋ ਦੂਜੇ ਦੀ ਪੀੜ ਨੂੰ ਹਰਨ ਦੀ ਸ਼ਕਤੀ ਰੱਖਦਾ ਹੋਵੇ, ਤੂੰ ਪੀਰ ਬਣ ਜਾਏਗਾ। ਅੱਗੇ ਸੁਰ, ਸੁਰ ਕਹਿੰਦੇ ਨੇ ਦੇਵਤੇ ਨੂੰ, ਕਹਿੰਦੇ ਫਿਰ ਤੂੰ ਦੇਵਤਾ ਬਣ ਜਾਏਗਾ। ਦੇਵਤੇ ਦਾ ਅਰਥ ਜੋ ਵੀ ਖਿਆਲ ਆਇਆ ਪੂਰਾ ਹੋ ਗਿਆ, ਦੂਜੇ ਨੂੰ ਕੁਝ ਨਾ ਕੁਝ ਦੇਣਾ। ਫਿਰ ਨਾਥ, ਨਾਥ ਇਹ ਬੜੀ ਵੱਡੀ ਹਾਈ ਡਿਗਰੀ ਆ। ਹਾਇਰ ਐਜੂਕੇਸ਼ਨ ਨੂੰ ਜਿਹੜਾ ਬੰਦਾ ਪ੍ਰਾਪਤ ਹੋ ਜਾਂਦਾ ਆ, ਉਸ ਬੰਦੇ ਨੂੰ ਨਾਥ ਕਹਿੰਦੇ ਨੇ। ਇਹ ਜੋਗੀਆਂ ਦੇ ਵਿੱਚ ਇੱਕ ਡਿਗਰੀ ਆ। ਕਹਿੰਦੇ ਨੇ ਫਿਰ ਤੂੰ ਨਾਥ ਬਣ ਜਾਏਗਾ ਤੇ ਕਰਨਾ ਕੀ ਪੈਣਾ? ਧਿਆਨ ਨਾਲ ਗੁਰੂ ਦਾ ਸ਼ਬਦ ਸੁਣਨਾ ਪੈਣਾ। ਸੁਣਿਆ ਧਰਤ ਧਵਲ ਆਕਾਸ, ਤੂੰ ਆਪਣੇ ਗੁਰੂ ਦੀ ਬਾਣੀ ਸੁਣ, ਪ੍ਰੇਮ ਨਾਲ ਸੁਣ, ਗੁਰੂ ਮੰਤਰ ਸੁਣ, ਮੂਲ ਮੰਤਰ ਸੁਣ, ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣ, ਤੇ ਇਹ ਸੁਣ ਗੁਰੂ ਬੋਲਦਾ ਪਿਆ ਤੇ ਮੇਰੇ ਵਿੱਚ ਹੁਣ ਵਰਤ ਰਿਹਾ ਤੇ ਤਾਂ ਸੁਣ ਰਿਹਾ ਮੈਂ, ਨਹੀਂ ਤੇ ਮੈਂ ਸੁਣ ਨਹੀਂ ਸਕਦਾ। ਬੜੀ ਬਖਸ਼ਿਸ਼ ਆ ਮਹਾਰਾਜ ਜੀ ਦੀ। ਕਹਿੰਦੇ ਸਿਰਫ ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਧਰਤੀ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ, ਆਕਾਸ਼ ਵਿੱਚ ਤੇ ਪਤਾਲ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ, ਤੇ ਧਰਤੀ ਦਾ ਆਸਰਾ ਕੌਣ ਆ? ਕਹਿਣ ਲੱਗੇ ਇਹ ਸਾਰਾ ਕੁਝ ਪ੍ਰਗਟ ਹੋ ਜਾਂਦਾ, ਕਿਉਂਕਿ ਸਾਰਾ ਗਿਆਨ ਹੋ ਗਿਆ, ਸਾਰੇ ਬ੍ਰਹਿਮੰਡਾਂ ਦਾ ਗਿਆਨ ਹੋ ਗਿਆ, ਫਿਰ ਇਹ ਬੰਦਾ ਬ੍ਰਹਮ ਗਿਆਨੀ ਹੋ ਗਿਆ। ਸੁਣਿਆ ਦੀਪ ਲੋ ਪਾਤਾਲ, ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸਾਰੇ ਆਸੇ-ਪਾਸੇ ਚੌਗਿਰਦੇ ਦਾ ਪਤਾ ਲੱਗ ਜਾਂਦਾ ਹੈ ਕਿ ਦੀਪਾਂ ਦੇ ਵਿੱਚ ਕੀ ਹੋ ਰਿਹਾ ਹੈ। ਕਈ ਅਰਬਾਂ ਲੋਕ ਨੇ, ਕਹਿੰਦੇ ਨੇ ਕਿ ਲੋਕਾਂ 'ਚ ਕੀ ਵਰਤ ਰਿਹਾ ਹੈ, ਤੇ ਪਤਾਲ ਵੀ ਲੱਖਾਂ ਹੀ ਪਤਾਲ ਨੇ, ਕੋਈ ਗਿਣਤੀ ਨਹੀਂ। ਤੇ ਫਿਰ ਪਤਾ ਲੱਗਦਾ ਹੈ ਕਿ ਉਹ ਮੇਰਾ ਮਾਲਕ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ। ਮੰਦਾ ਕਿਸ ਨੂੰ ਕਹੀ ਹੈ ਜੇ ਸਭਨਾ ਸਾਹਿਬ ਏਕ, ਸਾਰਿਆਂ ਵਿੱਚ ਇੱਕ ਵਸ ਰਿਹਾ। ਹਾਂਜੀ, ਸੁਣਿਆ ਹੋਇ ਨ ਸਕਾ ਕਾਲ, ਕਹਿਣ ਲੱਗੇ ਤੂੰ ਇੱਕ ਵਾਰੀ ਗੁਰੂ ਦੇ ਸ਼ਬਦ ਨੂੰ ਸੁਣ ਕੇ ਰਿਕਾਰਡਿੰਗ ਅੰਦਰ ਕਰੀ ਜਾ, ਅੰਦਰ ਖੇਡ ਵਰਤ ਜਾਣੀ ਆ। ਪ੍ਰਕਾਸ਼ ਇੱਕਦਮ ਪ੍ਰਗਟ ਹੋਣਾ, ਇੱਕ ਜਵਾਲਾਮੁਖੀ ਤਰ੍ਹਾਂ ਅੰਦਰੋਂ ਨਾਮ ਦਾ ਚਸ਼ਮਾ ਪ੍ਰਗਟ ਹੋਣਾ ਆ। ਜਿਵੇਂ ਜਵਾਲਾਮੁਖੀ ਫਟਦਾ ਆ
ਤੇ ਅੰਦਰੋਂ ਲਾਵਾ ਨਿਕਲਦਾ ਆ ਤੇ ਜਿਹੜੀ ਚੀਜ਼ ਆ ਜੇ ਤੇ ਉਹਨੂੰ ਤਹਿਸ ਨਹਿਸ ਕਰ ਦਿੰਦਾ ਆ। ਭਾਵੇਂ ਲੋਹਾ ਮਿਲੇ ਉਹ ਲੋਹੇ ਨੂੰ ਪਿਘਲਾ ਦਿੰਦਾ ਆ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਪ੍ਰਗਟ ਹੁੰਦਾ, ਸਾਰੀਆਂ ਵਾਸ਼ਨਾਵਾਂ, ਸਾਰੇ ਪੁਰਾਣੇ ਜਨਮਾਂ ਦੇ ਕਰਮ ਸਾਰੇ ਖਤਮ ਹੋ ਜਾਂਦੇ ਨੇ। ਫਿਰ ਬੰਦੇ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਅਸਲ ਵਿੱਚ ਮੌਤ ਹੈ ਹੀ ਨਹੀਂ। ਇਹ ਸਿਰਫ ਸਾਨੂੰ ਸਮਝਾਉਣ ਵਾਸਤੇ ਇੱਕ ਸੱਚੇ ਪਾਤਸ਼ਾਹ ਨੇ ਸੰਸਾਰੀ ਲੋਕਾਂ ਦੇ ਵਿੱਚ ਵਿਚਰ ਕੇ ਦੇਖਿਆ ਨਾ, ਲੋਕੀ ਮੌਤ ਤੋਂ ਡਰਦੇ ਆ ਤੇ ਮਹਾਰਾਜ ਜੀ ਨੇ ਫਿਰ ਆਖਿਆ ਇਹਨਾਂ ਨੂੰ ਸਮਝੀ ਤਾਂ ਲੱਗਣੀ ਆ, ਇਹਨਾਂ ਦੇ ਹਿਸਾਬ ਨਾਲ ਹੀ ਸਮਝਾਉਣਾ ਪੈਣਾ। ਫਿਰ ਪਤਾ ਲੱਗਦਾ ਕਿ ਕਾਲ ਜੋ ਹੈ ਨਾ, ਮੌਤ ਹੈ, ਇਹਦਾ ਤੇ ਮੇਰੇ ਤੇ ਪ੍ਰਭਾਵ ਹੀ ਕੋਈ ਨਹੀਂ। ਸਰੀਰ ਤੇ ਪ੍ਰਭਾਵ ਆ, ਆਤਮਾ ਤੇ ਕੋਈ ਪ੍ਰਭਾਵ ਨਹੀਂ ਹੈ। ਆਤਮਾ ਤੇ ਤਾਂ ਕੋਈ ਪ੍ਰਭਾਵ ਨਹੀਂ ਹੈ। ਇਸ ਕਰਕੇ ਫਿਰ ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਬੰਦੇ ਨੂੰ ਕਾਲ ਛੂਹ ਨਹੀਂ ਸਕਦਾ, ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਹਰ ਦਮ ਖੁਸ਼ੀਆਂ ਖੇੜੇ ਵਰਤਦੇ ਰਹਿੰਦੇ ਨੇ, ਕਿਉਂਕਿ ਸਾਰੀਆਂ ਖੁਸ਼ੀਆਂ ਸਾਰੇ ਖੇੜੇ ਪਰਮੇਸ਼ਵਰ ਦੇ ਨਾਮ ਵਿੱਚ। ਭਗਤੀ ਵਾਲੇ ਨੂੰ ਭਰੋਸਾ ਇੰਨਾ ਵੱਜ ਗਿਆ ਕਿ ਉਹ ਨਾਮ ਹੀ ਜਪੀ ਜਾਂਦਾ ਹੈ। ਸੁਣਿਆ ਦੁਖ ਪਾਪ ਕਾ ਨਾਸ, ਪਰਮੇਸ਼ਵਰ ਦਾ ਨਾਮ ਸੁਣਦਿਆਂ ਸਾਰ ਸਾਰੇ ਦੁੱਖਾਂ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ। ਪਰ ਉਹ ਸੁਣਨ ਵਾਸਤੇ ਸਾਨੂੰ ਗੁਰੂ ਦੀ ਬਾਣੀ ਬਾਰ-ਬਾਰ ਜਪਣੀ ਪਏਗੀ, ਬਾਰ-ਬਾਰ ਸਿਮਰਨ ਕਰਨਾ ਪੈਣਾ। ਹੁਣ ਜੇਕਰ ਵਿਦੇਸ਼ਾਂ ਵਿੱਚ ਕਿਤੇ ਘਰ ਲੈਣਾ ਪਵੇ ਨਾ, 12 ਮਿਲੀਅਨ ਦਾ ਘਰ, ਆਖੇ ਜੀ ਕਰ ਲਓ 35 ਸਾਲ ਦੀਆਂ ਕਿਸ਼ਤਾਂ, 40 ਸਾਲ ਦੀਆਂ ਕਿਸ਼ਤਾਂ। ਫਿਰ ਬੰਦੇ ਦਾ ਧਿਆਨ ਹੁੰਦਾ ਹੈ ਕਿ ਕਿਸ਼ਤਾਂ ਤੇ ਘਰ ਲਿਆ, ਕਿਸ਼ਤਾਂ ਤੇ ਕਾਰ ਲਈ ਆ, ਇਹਦੀ ਇੰਸ਼ੋਰੈਂਸ ਹੀ ਬੜੀ ਮਹਿੰਗੀ ਆ, 12-12 14-14 ਹਜ਼ਾਰ। ਫਿਰ ਬੰਦਾ ਪਤਾ ਕਰਦਾ, ਬੰਦਾ ਫਿਰ ਐਫਰਟ ਕਰਦਾ, ਮਿਹਨਤ ਕਰਦਾ। ਜੇ ਕੁਝ ਕਰਾਂਗੇ ਕਮਾਵਾਂਗੇ ਉਹੀ ਖਾਵਾਂਗੇ, ਫਿਰ ਉਹੀ ਅਸੀਂ ਅੱਗੇ ਲਾਵਾਂਗੇ ਆਪਣੀ ਇੰਸਟਾਲਮੈਂਟਸ ਜਿੰਨੀਆਂ ਵੀ। ਬੰਦੇ ਨੂੰ ਇੰਨੀ ਸਮਝ ਹੈ ਵੀ ਘਰ ਲਿਆਇਆ, ਕਾਰ ਲਈ ਆ, ਇਹਨਾਂ ਨੇ ਕਾਰ ਨੇ ਮੈਨੂੰ ਸੁੱਖ ਦਿੱਤਾ ਤੇ ਮੈਂ ਹੁਣ ਨਾ ਇਹਦਾ ਮੁਆਵਜ਼ਾ ਵਾਪਸ ਕਰਨਾ ਆ। ਤੇ ਬੰਦਾ ਵੇਖੋ ਕਿੰਨਾ ਐਫਰਟ ਕਰਦਾ, ਤੇ ਰੱਬ ਤੱਕ ਪਹੁੰਚਣਾ ਨੂੰ ਫਿਕਰ ਹੀ ਕੋਈ ਨਹੀਂ, ਆਪੇ ਹੀ ਕਰ ਦੂ, ਕੋਈ ਗੱਲ ਨਹੀਂ। ਉਹਨੂੰ ਚਾਹੀਦਾ ਆ, ਉਹ ਜਦ ਸਾਨੂੰ ਲੋੜ ਹੀ ਨਹੀਂ ਰੱਬ ਦੀ, ਉਹਨੂੰ ਲੋੜ ਆ। ਸ਼ਾਇਦ ਉਹਦਾ ਕੋਈ ਕੰਮ ਅਟਕਿਆ ਹੋਵੇ, ਹੋ ਸਕਦਾ ਨਾ ਉਹਦਾ ਕੋਈ ਕੰਮ ਅੜਿਆ ਹੋਵੇ, ਤੇ ਉਹ ਮੈਨੂੰ ਆ ਕੇ ਮਿਲੇ, ਉਹ ਮੈਨੂੰ ਆ ਕੇ ਦਰਸ਼ਨ ਦੇਵੇ, ਉਹੀ ਕਵੇ ਹਾਂ ਬਈ ਕਾਕਾ ਮੈਨੂੰ ਤੇਰੀ ਬੜੀ ਲੋੜ ਸੀ, ਆ ਜਾ। ਉਹਨੂੰ ਕੋਈ ਲੋੜ ਨਹੀਂ ਆ, ਪਰ ਫਿਕਰ ਬਹੁਤ ਕਰਦਾ ਪਰਮੇਸ਼ਵਰ, ਹਰਦਮ ਸਾਡਾ ਫਿਕਰ ਕਰਦਾ। ਸੰਸਾਰੀ ਚੀਜ਼ਾਂ ਵਾਸਤੇ ਬੰਦਾ ਇੰਨੀ ਮਿਹਨਤ ਕਰਦਾ, ਇੰਨੀ ਮਿਹਨਤ ਕਰਦਾ। ਇੱਥੇ 2-3 ਇੱਕ ਬੰਦੇ ਹੈ ਅਮਰੀਕਾ 'ਚ, ਟਰੱਕ ਚਲਾਏ ਉਹਨਾਂ ਨੇ, 10 ਸਾਲਾਂ ਬਾਅਦ ਮੈਂਟਲੀ ਅਪਸੈਟ ਹੋ ਗਏ। ਇੱਥੇ ਨਾਲ ਹੀ ਪਿੰਡ ਬਡਿਆਣੇ ਪਿੰਡ ਆ, ਉਹ ਮੈਂਟਲੀ ਅਪਸੈਟ ਹੋ ਗਏ। ਮਤਲਬ 50% ਠੀਕ ਆ, 50% ਉਹ ਆਪ ਹੀ ਕਹਿੰਦੇ ਕਿ ਅਸੀਂ ਅਪਸੈਟ ਹੋ ਗਏ। ਕਿਉਂ? ਦਿਨੇ ਵੀ ਲੋਡ ਲੈ ਕੇ ਜਾ ਰਹੇ ਆ, ਫਿਰ ਬਾਅਦ 'ਚੋਂ ਪਹਿਲਾਂ ਚੱਲਦੀਆਂ ਸੀ ਉਹ ਹੱਥਾਂ ਦੇ ਨਾਲ ਸਾਰੀ ਫਾਈਲ ਫਿਲ ਕਰਦੇ ਸੀ, ਹੁਣ ਤਾਂ ਸਿਸਟਮ ਹੋਰ ਚੱਲ ਪਿਆ। ਅਤੇ ਉਹ ਕਹਿੰਦੇ ਵੀ ਆਪਾਂ ਇੱਦਾਂ ਹੀ ਸਾਰੀ ਰਾਤ ਚੱਲਦੇ ਰਹਿਣਾ, ਸਾਰਾ ਦਿਨ ਚੱਲਦੇ ਰਹਿਣਾ, ਵੀ ਛੇਤੀ ਲੋਡ ਲੈ ਕੇ ਛੇਤੀ ਵਾਪਸ ਆ ਜਾਈਏ। ਕਹਿੰਦੇ ਪੈਸਾ ਬਹੁਤ ਕਮਾਇਆ, ਦਿਮਾਗ 'ਤੇ ਅਸਰ ਹੋ ਗਿਆ। ਉਹ ਡਰਿੰਕ ਪੀਂਦੇ ਰਹੇ, ਐਨਰਜੀ ਡਰਿੰਕ, ਅਤੇ ਉਹ ਚੰਗੇ ਥੋੜ੍ਹਾ ਹੁੰਦੇ ਆ। ਅਤੇ ਜੇਕਰ ਨੀਂਦ ਨੂੰ ਖਤਮ ਕਰਨਾ ਹੋਵੇ ਤਾਂ ਸਾਰਿਆਂ ਨਾਲ ਵਧੀਆ ਹੈ ਪਾਣੀ, ਜਲ ਛਕੀ ਜਾਓ, ਨੀਂਦ ਨਹੀਂ ਹੁੰਦੀ। ਆਕਸੀਜਨ ਜਦੋਂ ਸਾਡੇ ਬ੍ਰੇਨ 'ਚ ਘੱਟ ਜਾਂਦੀ ਹੈ, ਉਸ ਵੇਲੇ ਬੰਦੇ ਨੂੰ ਸੁਸਤੀ ਆਉਂਦੀ ਹੈ। ਜਲ ਛਕੀ ਜਾਓ, ਨਹੀਂ ਹੁੰਦੀ ਨੀਂਦ। ਪਰ ਤੁਹਾਨੂੰ ਭਰੋਸਾ ਕਰਨਾ ਪੈਣਾ ਕਿ ਜਲ ਛਕਣ ਨਾਲ ਨਹੀਂ ਹੁੰਦੀ। ਐਨਰਜੀ ਡਰਿੰਕ ਦੇ ਉੱਤੇ ਭਰੋਸਾ ਕਰ ਲੈਣਾ, ਇਹ ਪੀਣ ਦੇ ਨਾਲ ਬੰਦੇ ਨੂੰ ਨੀਂਦ ਨਹੀਂ ਆਉਂਦੀ, ਤਲਾਸਾ ਹੀ ਆ, ਅਤੇ ਉਹ 'ਚ ਕੈਫੀਨ ਆ। 2 ਦਿਨ ਜਗਾ ਕੇ ਉਹਨੇ ਘੱਟੋ ਘੱਟ 100 ਦਿਨ ਉਹਨੂੰ ਰੋਗੀ ਕਰਨਾ। ਕਿੱਡੀ ਮਾੜੀ ਚੀਜ਼ ਆ। ਕਹਿਣ ਦਾ ਅਰਥ ਇਹ ਆ ਕਿ ਬੰਦਾ ਸੰਸਾਰੀ ਤੌਰ 'ਤੇ ਇੰਨਾ ਸਿਆਣਾ ਆ, ਕਹਿੰਦਾ ਬਾਕੀ ਸਾਰੀ ਦੁਨੀਆ ਮੂਰਖ ਆ। ਅਤੇ ਜਦੋਂ ਰੱਬੀ ਘਰ ਦੀ ਗੱਲ ਆਵੇ, ਰੱਬ ਦੇ ਪਹੁੰਚਣ ਦੀ ਗੱਲ ਆਵੇ, ਉਦੋਂ ਕਹਿੰਦਾ ਆਪੇ ਹੀ ਹੋ ਜੂ, ਆਪੇ ਹੀ ਕਰ ਲੂ। ਫਿਰ ਬੰਦਾ ਇਹ ਕਿਉਂ ਨਹੀਂ ਕਹਿੰਦਾ ਕਿ ਮੇਰੀ ਕਾਰ ਖੜੀ ਆ, ਮੈਂ ਪਹੁੰਚਣਾ ਉੱਥੇ ਆ, ਮੈਂ ਰੂਮ 'ਚ ਬੈਠਾ, ਆਪੇ ਹੀ ਕਾਰ ਆਊ, ਆਪੇ ਹੀ ਦਰਵਾਜ਼ਾ ਖੁੱਲੂ, ਆਪੇ ਹੀ ਮੈਨੂੰ ਚੁੱਕ ਕੇ ਅੰਦਰ ਸੁੱਟੂ, ਆਪੇ ਹੀ ਤੁਰੂ। ਉਹਨੂੰ ਪਤਾ ਨਹੀਂ ਹੋਣਾ, ਇੱਦਾਂ ਮਿਹਨਤ ਕਰਨੀ ਪੈਣੀ। ਆਟਾ ਪਿਆ ਸਾਹਮਣੇ, ਆਪੇ ਹੀ ਰੱਬ ਆਊ, ਆਪੇ ਪਾਣੀ ਪਾਊ, ਆਪੇ ਘਸੁੰਨ ਮੁੱਕੀਆਂ ਦਊ, ਆਪੇ ਤਵਾ ਰੱਖੂ, ਆਪੇ ਗੈਸ ਬਾਲੂ,
ਆਪੇ ਹੀ ਪ੍ਰਸ਼ਾਦ, ਆਪੇ ਹੀ ਚਕਲਾ ਵੇਲਣਾ ਲਿਆ ਕੇ ਘੁਮਾਊ, ਆਪੇ ਹੀ ਫਿਰ ਪ੍ਰਸ਼ਾਦਾ ਤਿਆਰ, ਆਪੇ ਹੀ ਪਲੇਟ ਫੜੂ, ਆਪੇ ਹੀ ਫਿਰ ਕੋਲੀਆਂ ਸਜਾ ਕੇ ਆਪੇ ਹੀ ਸਬਜ਼ੀ ਬਣਾਊ, ਆਪੇ ਹੀ ਪਾਊ, ਫਿਰ ਆ ਕੇ ਮੇਰੇ ਮੂੰਹ 'ਚ ਬੁਰਕੀਆਂ ਪਾਊ। ਬੰਦੇ ਨੂੰ ਇਹ ਪਤਾ ਆ ਕਿ ਇਦਾਂ ਦਾ ਕੁਛ ਨਹੀਂ ਹੋਣਾ। ਬ੍ਰਹਮ ਗਿਆਨੀਆਂ ਦੇ ਤੇ ਹੋ ਜਾਂਦਾ ਹੈ, ਬ੍ਰਹਮ ਗਿਆਨੀਆਂ ਦੇ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨੀ ਨੂੰ ਜੇ ਪਤਾ ਲੱਗ ਜਾਂਦਾ ਵੀ ਇਦਾਂ ਹੁੰਦਾ ਆ, ਫਿਰ ਉਹ ਰੱਬ ਨੂੰ ਕਸ਼ਟ ਹੀ ਨਹੀਂ ਦਿੰਦਾ। ਉਹ ਕਹਿੰਦਾ ਕੋਈ ਗੱਲ ਨਹੀਂ। ਪਰ ਬੰਦਾ ਜਿਹੜਾ, ਅਸੀਂ ਚਲਾਕ ਹਾਂ, ਅਸੀਂ ਬਹੁਤ ਜ਼ਿਆਦਾ ਚਲਾਕ ਹਾਂ। ਅਸੀਂ ਰੱਬ ਨੂੰ ਐਵੇਂ ਸਮਝ ਲਿਆ, ਅੱਛਾ ਧੰਨੇ ਦੀਆਂ ਗਾਵਾਂ ਮੱਝਾਂ ਚਾ ਰਹੀਆਂ ਸੀ ਅਤੇ ਅਸੀਂ ਮਾੜੇ ਹਾਂ, ਅਸੀਂ ਕਿਹੜੀ ਗਾਵਾਂ ਮੱਝਾਂ ਚਰਾਉਣੀਆਂ ਆ। ਆਪਾਂ ਤਾਂ ਬਸ ਮਾਇਆ ਤਾਂ ਆਈ, ਅਸੀਂ ਮੰਗਣੀ ਆ, ਹੋਰ ਤਾਂ ਕੁਛ ਨਹੀਂ ਮੰਗਣਾ। ਵੀ ਜੇ ਉਹ ਦੇਖੋ, ਜੇ ਰੱਬ ਪੱਥਰ 'ਚ ਪ੍ਰਗਟ ਹੋ ਗਿਆ, ਉਹ ਮਿਲ ਜਾਂਦਾ ਹੁੰਦਾ, ਰੱਬ ਆਪ ਹੀ ਮਿਲ ਜਾਂਦਾ। ਉਹਨੂੰ ਪੱਥਰ 'ਚ ਮਿਲ ਗਿਆ, ਆਪਾਂ ਨੂੰ ਵੀ ਮਿਲ ਜਾਣਾ। ਉਹਦੀ ਪੁਰਾਣੀ ਭਗਤੀ ਕਿੰਨੀ ਸੀ। ਬਾਅਦ 'ਚ ਵੀ ਅਗਲੇ ਨੇ 10 ਦਿਨ ਪ੍ਰਸ਼ਾਦਾ ਨਹੀਂ ਛਕਿਆ, ਤੂੰ ਆਏਗਾ ਠਾਕਰਾ ਅਤੇ ਫਿਰ ਛਕਾਂਗੇ। ਅਤੇ ਅਸੀਂ ਕਹਿੰਦੇ ਹਾਂ ਇਹ ਠੰਡ ਬੜੀ ਆ, ਰਜਾਈ 'ਚ ਬੈਠੇ ਹੋਏ ਆ ਅਤੇ ਗਰਮ ਗਰਮ ਦੁੱਧ ਫੜਿਆ ਆ ਅਤੇ ਪੀ ਜਾਂਦੇ ਹਾਂ। ਅਤੇ ਫਿਰ ਅਸੀਂ ਕਹਿੰਦੇ ਹਾਂ ਸੌਣ ਲੱਗੇ ਹਾਂ, ਰੱਬਾ ਜੇ ਤੈਨੂੰ ਲੋੜ ਹੋਈ ਤੇ ਆ ਜੀ, ਨੇ ਤਾਂ ਕੋਈ ਗੱਲ ਨਹੀਂ ਜੀ, ਯਾਰ ਨਹੀਂ ਸੁੱਤੇ ਹੀ। ਸੋ ਕਹਿਣ ਦਾ ਅਰਥ ਇਹ ਆ, ਬੰਦਾ ਰੱਬ ਨੂੰ ਮਿਲਣ ਵਾਸਤੇ ਸੋਚਦਾ ਵੀ ਨਹੀਂ। ਸੋਚਣ ਤੋਂ ਬਾਅਦ ਹੁੰਦਾ ਆ ਹੱਥ ਪੈਰ ਹਿਲਾਉਣੇ, ਫੇਰ ਹੁੰਦਾ ਆ ਉਹਦੇ ਵਾਸਤੇ ਕਦਮ ਪੁੱਟਣਾ, ਫੇਰ ਹੁੰਦਾ ਆ ਰਸਤੇ ਵਾਸਤੇ ਸਮਾਨ ਇਕੱਠਾ ਕਰਨਾ, ਫਿਰ ਹੁੰਦਾ ਚੱਲਣਾ, ਫਿਰ ਹੁੰਦਾ ਪੜਾਅ, ਫਿਰ ਹੁੰਦਾ ਉੱਥੇ ਜਾ ਕੇ ਆਸੇ ਪਾਸੇ ਦੇ ਮੌਸਮ ਨੂੰ ਦੇਖ ਕੇ ਰੁਕਾਵਟਾਂ ਨੂੰ ਹੱਲ ਕਰਨਾ। ਫਿਰ ਅਖੀਰ ਤੇ ਕਰਮਖੰਡ ਤੱਕ ਜਾਂਦਿਆਂ ਫਿਰ ਬਾਹਾਂ ਖੜੀਆਂ ਹੋ ਜਾਂਦੀਆਂ। ਉਹਦੇ ਅੱਗੇ ਫਿਰ ਭਗਤੀ ਨਹੀਂ ਜਾਂਦੀ, ਉੱਥੇ ਫਿਰ ਗੁਰੂ ਨੂੰ ਫਿਰ ਆਵਾਜ਼ਾਂ ਵੱਜਦੀਆਂ। ਸਿਰਫ ਬੰਦੇ ਨੇ ਤਾਂ ਖਿਆਲ ਵੀ ਨਹੀਂ ਕੀਤਾ, ਸੋਚਿਆ ਵੀ ਨਹੀਂ, ਤੇ ਕਹਿੰਦਾ ਆਪੇ ਹੀ ਮਿਲ ਜੂ, ਕੋਈ ਗੱਲ ਨਹੀਂ, ਹੋਏਗੀ ਲੋੜ ਤੇ ਆ ਜਾਏਗਾ, ਨਹੀਂ ਤੇ ਆਪਾਂ ਨੂੰ ਕਾਹਦੀ ਲੋੜ ਆ। ਤੇ ਸ਼ਿਕਵੇ ਬਾਅਦ ਸਭ ਤੋਂ ਰੱਬ ਨੂੰ ਹੀ ਦੇਣੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਵੇਲੇ ਤੈਨੂੰ ਸੁਣਨ ਦੀ ਕਲਾ ਆ ਗਈ, ਅੰਦਰੋਂ ਤੈਨੂੰ ਪਤਾ ਲੱਗ ਗਿਆ, ਫਿਰ ਤੇਰੇ ਅੰਦਰ ਖੁਸ਼ੀਆਂ ਰਹਿਣੀਆਂ, ਖੇੜੇ ਰਹਿਣੇ ਆ। ਉਹ ਤੇ ਹਰਦਮ ਖਿੜਿਆ ਹੋਇਆ ਆ। ਮੌਤ ਸਾਡੀ ਹੁੰਦੀ ਨਹੀਂ, ਸਾਨੂੰ ਕੋਈ ਵੀ ਸ਼ਬਦ ਹਾਨੀ ਨਹੀਂ ਪਹੁੰਚਾ ਸਕਦਾ। ਕਿਸੇ ਨੇ ਸਾਨੂੰ ਗਲਤ ਸ਼ਬਦ ਕਹਿ ਵੀ ਦਿੱਤਾ, ਗੁੱਸੇ 'ਚ ਕਹਿ ਤਾ, ਅਤੇ ਜੇ ਤਾਂ ਬੰਦਾ ਕੱਚਾ ਹੋਏਗਾ ਉਹਨੂੰ ਗੁੱਸਾ ਆਏਗਾ। ਜਿਹੜਾ ਬੰਦਾ ਸ਼ਾਂਤ ਆ, ਉਹਨੇ ਵੇਖਣਾ ਕਿ ਇਹਨੇ ਮਨ ਮੱਤ ਦੇ ਵਿੱਚੋਂ ਇਹ ਮੈਨੂੰ ਗਾਲ ਕੱਢੀ, ਕਿਹਨੂੰ ਕੱਢੀ? ਸਰੀਰ ਨੂੰ। ਮੈਨੂੰ ਤਾਂ ਪਹੁੰਚੀ ਨਹੀਂ ਗਾਲ, ਅਸੀਂ ਕੈਚ ਹੀ ਨਹੀਂ ਕੀਤੀ ਗਾਲ, ਹੈ ਨਾ, ਕੈਚ ਹੀ ਨਹੀਂ ਕੀਤੀ। ਪਰ ਇਹ ਗੱਲ ਇਹ ਵੀ ਆ, ਸਾਨੂੰ ਕੋਈ ਗਾਲ ਕੱਢਦੇ ਨਾ, ਅਸੀਂ ਅਗਲੇ ਨੂੰ ਮਾਰਨ ਤੱਕ ਜਾਂਦੇ ਹਾਂ, ਕਿਉਂਕਿ ਅੰਦਰ ਗਾਲਾਂ ਭਰੀਆਂ ਪਈਆਂ। ਅਤੇ ਅਸੀਂ ਦੇਖੋ ਅਸਰ ਕਿੰਨੀ ਛੇਤੀ ਹੋਇਆ, ਗਾਲ ਸੁਣੀ ਅਤੇ ਨਾਲ ਹੀ ਇੰਸਟੈਂਟ ਜਿਵੇਂ ਐਨਰਜੀ ਆ ਜਾਂਦੀ ਹੈ ਨਾ, ਉਹ ਉਸੇ ਤਰ੍ਹਾਂ ਇੰਸਟੈਂਟ ਰਿਐਕਸ਼ਨ, ਐਕਸ਼ਨ ਦਾ ਰਿਐਕਸ਼ਨ। ਅਤੇ ਇਹਦਾ ਮਤਲਬ ਬਾਹਰ ਦੀ ਗਾਲ ਬੜੀ ਕੀਮਤੀ ਹੈ, ਜਿਹਨੇ ਅੰਦਰ ਇੰਨਾ ਅਸਰ ਕੀਤਾ। ਅਤੇ ਮਹਾਰਾਜ ਦੀ ਬਾਣੀ ਅੰਦਰ ਅਸਰ ਹੀ ਨਹੀਂ ਕਰ ਰਹੀ। ਇਹਦਾ ਮਤਲਬ ਇਹ ਆ ਕਿ ਅੰਦਰ ਬਾਣੀ ਘੱਟ ਹੈ। ਅੰਦਰ ਬਾਣੀ ਜੇ ਹੁੰਦੀ, ਇੱਕ ਪੰਕਤੀ ਅਸੀਂ ਸੁਣਨੀ ਸੀ ਅਤੇ ਅੰਦਰ ਬਾਣੀ ਦਾ ਦਰਿਆ ਹੀ ਵਗਣਾ ਸ਼ੁਰੂ ਹੋ ਜਾਣਾ, ਪ੍ਰਵਾਹ ਵਗਣਾ ਸ਼ੁਰੂ ਹੋ ਜਾਣਾ। ਮਹਾਰਾਜ ਜੀ ਕਹਿੰਦੇ ਨੇ ਅੰਦਰ ਐਨ ਖੁਸ਼ੀਆਂ ਖੇੜੇ ਰਹਿੰਦੇ। ਉਸ ਭਗਤ ਦੇ ਅੰਦਰ, ਜਿਹੜਾ ਭਗਤੀ ਦੇ ਵਿੱਚ ਜੁੜਿਆ ਹੋਇਆ, ਬੜੀ ਖੇੜ ਵਰਤੀ ਜਾਂਦੀ ਆ, ਕਿਸੇ ਪ੍ਰਕਾਰ ਦਾ ਕੋਈ ਦੁੱਖ, ਕਿਉਂਕਿ ਸਰੀਰ ਨਾਲ ਜੁੜੇ ਹੋਣ ਦੇ ਨਾਲ ਹੀ ਸਾਰੇ ਦੁੱਖ ਵਿਆਪਦੇ ਆ। ਸਰੀਰ ਨਾਲੋਂ ਜਦ ਅਲੱਗਾ ਹੋ ਗਏ ਫਿਰ ਕੁਝ ਨਹੀਂ ਵਿਆਪਦਾ। ਹੁਣ ਆਹ ਕੰਧਾਂ ਦੇ ਉੱਤੇ ਕੋਈ ਥੋੜਾ ਮਾਰੀ ਜਾਏ, ਅਸੀਂ ਕਮਰੇ 'ਚ ਬੈਠੇ ਹੋਏ ਹਾਂ, ਅਤੇ ਅਸੀਂ ਕਹੀਏ ਉਹ ਤੋੜਦੀ ਮੇਰੀ ਕੂਹਣੀ, ਉਹ ਤੋੜਦਾ ਮੇਰਾ ਗੋਡਾ, ਉਹਨੇ ਕਹਿਣਾ ਤੇ ਭਾਈ ਤੇਰੀ ਕੰਧ ਨੂੰ ਮਾਰੀ ਸੀ ਥੋੜੀ, ਇਹ ਕੰਧਾਂ ਨੂੰ ਥੋੜੀ ਮਾਰੀ, ਤੈਨੂੰ ਫੜਾ ਮਾਰੀ। ਇਸੇ ਤਰ੍ਹਾਂ ਸਰੀਰ ਇੱਕ ਕਮਰਾ ਹੀ ਆ, ਅਸੀਂ ਅੰਦਰ ਬੈਠੇ, ਸਾਨੂੰ ਕੁਝ ਨਹੀਂ ਹੁੰਦਾ, ਪਰ ਅਸੀਂ ਉੱਥੇ ਤੱਕ ਪਹੁੰਚੇ ਨਹੀਂ। ਇਸ ਕਰਕੇ ਸਾਨੂੰ ਲੱਗਦਾ ਇਹ ਜਿਹੜਾ ਕਮਰਾ ਆ ਨਾ, ਹੁਣ ਕੋਈ ਕਵੇ ਜੀ ਤੁਸੀਂ ਕਿੱਥੇ ਹੋ, ਅਸੀਂ ਕਹਿਣਾ ਵੀ ਅਸੀਂ ਇੱਥੇ ਹਾਂ। ਤੁਹਾਡਾ ਨਾਂ ਕੀ? ਕਮਰਾ। ਕਮਰਾ ਕਮਰਾ ਸਾਨੂੰ ਇੰਨੀ ਸਮਝ ਆ ਵੀ ਕਮਰਾ ਅਸੀਂ ਨਹੀਂ ਆ, ਅਸੀਂ ਕਮਰੇ ਦੇ ਵਿੱਚ ਹਾਂ। ਪਰ ਅਸੀਂ ਦੁਨਿਆਵੀ ਪੱਧਰ ਦੇ ਉੱਤੇ ਬੜੇ ਸਿਆਣੇ ਆ, ਅਤੇ ਦੂਸਰੇ ਰੂਹਾਨੀ ਪੱਧਰ ਜਾਣ ਕੇ ਅਸੀਂ ਮੂਰਖ ਬਣਦੇ ਹਾਂ। ਬਾਣੀ ਕਹਿੰਦੀ ਜਾਣ ਅਜਾਨ ਭਏ ਹਮ ਬਾਵਰ, ਜਾਣ ਬੁੱਝ ਕੇ ਅਸੀਂ ਬਾਵਰੇ ਬਣਦੇ ਹੈ ਨਹੀਂ, ਹੈ ਚਲਾਕ ਆ। ਚਤਰਾਈ ਨਾਲ ਚਤਰ ਭੁੱਜ ਪਾਈਏ, ਮਹਾਰਾਜ ਕਹਿੰਦੇ ਨਹੀਂ, ਚਤਰਾਈਆਂ ਨਾਲ ਨਹੀਂ ਮਿਲਦਾ। ਅੱਗੇ ਮਹਾਰਾਜ ਜੀ ਦੀ ਆਪਾਂ ਪੌੜੀ ਕਰਕੇ ਫਿਰ ਸਮਾਪਤੀ ਕਰੀਏ। ਹਾਂਜੀ। ਸੁਣਿਆ ਈਸਰ ਬਰਮਾ ਇੰਦ
ਸੁਣਿਆ ਮੁਖ ਸਾਲਾਹਣ ਮੰਦ। ਪਰਮੇਸ਼ਵਰ ਵੱਖ-ਵੱਖ ਰੂਪਾਂ ਦੇ ਵਿੱਚ, ਜਿਵੇਂ ਲੋਕ ਜਾਣਦੇ ਸੀ ਕਿ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਰੂਪ ਵਿੱਚ ਬਿਰਾਜਮਾਨ ਆ, ਉਹੀ ਸਾਰਾ ਕੁਝ ਕਰਦੇ ਆ, ਪਰ ਮਹਾਰਾਜ ਜੀ ਨੇ ਕਿਹਾ ਇੱਕ ਓੰਕਾਰ, ਉਹ ਇੱਕ ਆ, ਬਾਕੀ ਸਾਰੇ ਇੰਪਲੋਈ ਆ, ਉਹਦੇ ਡਿਊਟੀਆਂ ਦਿੱਤੀਆਂ ਹੋਈਆਂ, ਚੱਲ ਕਾਕਾ ਤੂੰ ਇਹ ਕਰ ਲਾ, ਚੱਲ ਤੂੰ ਇਹ ਕਰ ਲਾ। ਮਹਾਰਾਜ ਜੀ ਕਹਿੰਦੇ ਨੇ ਜਦੋਂ ਤੈਨੂੰ ਅੰਦਰੋਂ ਪਰਮੇਸ਼ਵਰ ਦਾ ਨਾਮ ਸੁਣਿਆ ਤੇ ਫਿਰ ਕਹਿੰਦੇ ਨੇ ਕਿ ਜੋ ਸ਼ਿਵਜੀ ਭਗਵਾਨ ਨੇ ਕਲਪਾਂ ਤੱਕ ਸਮਾਧੀ ਲਾ ਕੇ ਸ਼ਕਤੀ ਅਰਜਿਤ ਕੀਤੀ, ਤੈਨੂੰ ਸੁਤੇ ਸਿੱਧ ਮਿਲ ਜਾਣੀ ਹੈ। ਜੋ ਬ੍ਰਹਮਾ ਦੇ ਕੋਲ ਤਾਕਤ ਆ, ਬ੍ਰਹਮ ਅਸਤਰ ਦਾ ਕਹਿੰਦੇ ਤੋੜ ਕੋਈ ਨਹੀਂ, ਬ੍ਰਹਮ ਅਸਤਰ ਸਾਰੀ ਸ਼ਕਤੀ ਤੇਰੇ ਕੋਲ ਆ ਜਾਣੀ ਹੈ ਬ੍ਰਹਮਾ ਦੀ। ਇੰਦਰ ਦੇਵਤੇ ਦੇ ਕੋਲ ਕਹਿੰਦੇ ਨੇ ਇੰਦਰ ਦਾ ਰਾਜ ਭਾਗ ਆ, ਕਹਿੰਦੇ ਨੇ ਤੈਨੂੰ ਉਹ ਸਾਰੀਆਂ ਸ਼ਕਤੀਆਂ ਸੁਤੇ ਸਿੱਧ ਮਿਲ ਜਾਣੀਆਂ, ਪਰ ਤੈਨੂੰ ਸੁਣਨਾ ਪੈਣਾ, ਤੇ ਸੁਣਨ ਵਾਸਤੇ ਇਕਾਗਰਤਾ ਬਹੁਤ ਚਾਹੀਦੀ ਹੈ। ਫਿਰ ਕਹਿੰਦੇ ਨੇ ਜਦੋਂ ਬਖਸ਼ਿਸ਼ ਹੁੰਦੀ ਹੈ ਨਾ, ਸੁਣਿਆ ਮੁਖ ਸਾਲਾਹਣ ਮੰਦ, ਇਹਨੂੰ ਮੰਦ ਕਹਿਣਾ, ਮੰਦ, ਜੇ ਮੰਦ ਕਵਾਂਗੇ ਨਾ ਤੱਦਾ ਪੈ ਜਾਏਗਾ, ਉਹਦਾ ਅਰਥ ਹੋਰ, ਇਹਦਾ ਅਰਥ ਹੋਰ। ਕਹਿੰਦੇ ਜਦੋਂ ਪਰਮੇਸ਼ਵਰ ਦਾ ਨਾਮ ਅੰਦਰੋਂ ਪ੍ਰਗਟ ਹੁੰਦਾ, ਫਿਰ ਜਿਹੜਾ ਬੰਦਾ ਮੰਦਾ ਹੈ ਨਾ, ਭੈੜਾ ਬੰਦਾ, ਗਲਤ ਬੰਦਾ, ਉਹਦੇ ਜੀਵਨ 'ਚ ਪਲਟਾ ਆ ਜਾਂਦਾ, ਉਹ ਵੀ ਪਰਮੇਸ਼ਵਰ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੰਦਾ। ਹਾਂਜੀ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਮ੍ਰਿਤ ਵੇਦ। ਫਿਰ ਐਸੀ ਖੇਡ ਵਰਤਦੀ, ਮਹਾਰਾਜ ਜੀ ਕਹਿੰਦੇ ਨੇ ਵੀ ਜਿੰਨੀਆਂ ਵੀ ਗੁੱਜੀਆਂ ਸਾਡੇ ਸਰੀਰ ਦੇ ਵਿੱਚ ਵੱਖ-ਵੱਖ ਅਵਸਥਾਵਾਂ ਆ, ਉਹ ਸਾਨੂੰ ਸਾਰੀਆਂ ਸਮਝ ਲੱਗ ਜਾਂਦੀਆਂ। ਜੋ ਜੋਗੀਆਂ ਨੇ ਹਜ਼ਾਰਾਂ ਸਾਲ ਤਪੱਸਿਆ ਕਰਕੇ ਪ੍ਰਾਪਤ ਕੀਤੀਆਂ, ਤੇ ਅਸੀਂ ਸਿਰਫ ਪਰਮੇਸ਼ਵਰ ਦਾ ਨਾਮ ਸੁਣਨਾ, ਸਾਨੂੰ ਉਹ ਸਾਰੀਆਂ ਸ਼ਕਤੀਆਂ ਦਾ ਪਤਾ ਲੱਗ ਜਾਣਾ ਕਿ ਸਾਡੀਆਂ ਅੱਖਾਂ ਦੌੜਦੀਆਂ ਆ, ਸਾਡੇ ਕੰਨ ਦੌੜਦੇ ਆ, ਸਾਡੀਆਂ ਇੰਦਰੀਆਂ ਦੌੜਦੀਆਂ ਆ, ਸਾਡੀ ਨਾਸਿਕਾ ਦੌੜਦੀ ਆ। ਫੋਰ ਐਗਜ਼ਾਮਪਲ, ਜਿਸ ਤਰ੍ਹਾਂ ਕਿਸੇ ਨੇ ਉੱਥੇ ਸੈਂਟ ਛਿੜਕਿਆ ਹੋਵੇ, ਪਰਫਿਊਮ ਛਿੜਕਿਆ ਹੋਵੇ, ਨੱਕ ਨੇ ਸੁੰਘ ਲਿਆ ਨਾ, ਤੇ ਨੱਕ ਨੇ ਯਾਤਰਾ ਕੀਤੀ, ਨੱਕ ਦੀ ਸ਼ਕਤੀ ਨੇ ਯਾਤਰਾ ਕੀਤੀ ਦੂਰ ਤੱਕ, ਫਿਰ ਉਹ ਸੈਂਟ ਪਰਫਿਊਮ ਦੀ ਜਿਹੜੀ ਫ੍ਰੈਗਰੈਂਸ ਲੈ ਕੇ ਤੇ ਫਿਰ ਇਹਨੇ ਕਿਹਾ ਅੱਛਾ ਇਹ ਗੁਲਾਬ ਦੀ ਹੈ। ਹੁਣ ਅਸੀਂ ਦੇਖ ਰਹੇ ਹਾਂ ਸਾਹਮਣੇ ਦੀਵਾਰ ਆ, ਕੰਧ ਆ, ਯਾਤਰਾ ਕਰ ਲਈ, ਤੇ ਅੱਖਾਂ ਸਭ ਤੋਂ ਸਪੀਡ ਨਾਲ ਯਾਤਰਾ ਕਰਦੀਆਂ। ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਬਣੀ, ਨਾ ਕੋਈ ਕਾਰ ਬਣੀ ਤੇ ਨਾ ਕੋਈ ਜਹਾਜ਼, ਨਾ ਕੋਈ ਮਿਜ਼ਾਈਲ ਬਣੀ ਆ ਜੋ ਅੱਖਾਂ ਦੀ ਸਪੀਡ ਦੀ ਰੀਸ ਕਰ ਸਕੇ, ਅੱਖਾਂ ਦੀ ਸਪੀਡ ਦੀ। ਤੇ ਮਨ ਦੀ ਸਪੀਡ ਦੀ ਤਾਂ ਗੱਲ ਹੀ ਹੋਰ ਆ। ਤੁਸੀਂ 1 ਸੈਕਿੰਡ ਵਿੱਚ ਨਾ ਆ ਸਾਰੇ ਹਾਲ ਨੂੰ ਦੇਖ ਸਕਦੇ, ਐਂ ਕਰਕੇ ਆ ਦੇਖੋ, ਦੇਖ ਸਕਦੇ ਆ। ਤੇ ਮਹਾਰਾਜ ਕਹਿੰਦੇ ਨੇ ਕਿ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਦੌੜਦੇ ਆ, ਸਾਡੀ ਕੱਲੀ ਕੱਲੀ ਇੰਦਰੀ ਦੌੜਦੀ ਆ, ਤੇ ਇਹ ਸਾਰੀ ਦੌੜ ਭੱਜ ਕਿਵੇਂ ਹੁੰਦੀ? ਵਿਕਾਰਾਂ ਦੇ ਨਾਲ। ਕਹਿੰਦੇ ਫਿਰ ਸਾਰੀਆਂ ਯੋਗ ਦੀਆਂ ਜੁਗਤੀਆਂ, ਸਰੀਰ ਦੇ ਭੇਦਾਂ ਦਾ ਪਤਾ ਲੱਗ ਜਾਂਦਾ। ਸੁਣਿਆ ਸਾਸਤ ਸਿਮਰਿਤ ਵੇਦ, ਇਹਨੂੰ ਸਿਮਰਿਤ ਨਹੀਂ ਕਹਿਣਾ, ਸਿਮਰਿਤ, ਮ੍ਰਿਤ, ਇਹਨੂੰ ਮਿਰਤ ਵੀ ਨਹੀਂ ਕਹਿਣਾ, ਸਿਮਰਿਤ ਵੀ ਨਹੀਂ ਕਹਿਣਾ, ਸਿਮਰਿਤ, ਮੰਮੇ ਦੇ ਪੈਰ 'ਚ ਰਾਰਾ ਅੱਧਾ। ਸ਼ਾਸਤਰਾਂ ਦੇ ਵਿੱਚ ਕਿਹੜਾ ਗਿਆਨ ਆ, ਸਿਮਰਤੀਆਂ ਦੇ ਵਿੱਚ ਕਿਹੜਾ ਗਿਆਨ ਆ, ਵੇਦਾਂ ਦੇ ਵਿੱਚ ਕਿਹੜਾ ਗਿਆਨ ਆ, ਭਾਵੇਂ ਕੋਈ ਬੰਦਾ ਅਨਪੜ੍ਹ ਹੀ ਹੋਵੇ, ਪੜ੍ਹਿਆ ਲਿਖਿਆ ਨਾ ਵੀ ਹੋਵੇ, ਭਾਸ਼ਾ ਆਉਂਦੀ ਵੀ ਨਾ ਹੋਵੇ, ਤੇ ਜਦੋਂ ਅੰਦਰੋਂ ਨਾਮ ਦੀ ਸਰੋਤ ਪ੍ਰਗਟ ਹੋ ਜਾਂਦੀ ਆ, ਨਾਮ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ, ਉਹਨੂੰ ਸਾਰੀਆਂ ਭਾਸ਼ਾਵਾਂ ਆ ਜਾਂਦੀਆਂ। ਵੇਦਾਂ, ਸ਼ਾਸਤਰਾਂ, ਸਿਮਰਤੀਆਂ ਦਾ ਸਾਰਾ ਗਿਆਨ ਉਹਨੂੰ ਅੰਦਰੋਂ ਹੀ ਪ੍ਰਗਟ ਹੋ ਜਾਂਦਾ, ਜਿਹਦੀ ਮਰਜ਼ੀ ਵਿਆਖਿਆ ਕਰ ਸਕਦਾ। ਹਾਂਜੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਕਹਿਣ ਲੱਗੇ ਨਾਨਕ ਭਗਤਾ ਸਦਾ ਵਿਗਾਸ, ਇਸ ਕਰਕੇ ਭਗਤਾਂ ਦੇ ਅੰਦਰ ਹਮੇਸ਼ਾ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਆ, ਹਮੇਸ਼ਾ ਖਿੜਾਓ ਬਣਿਆ ਰਹਿੰਦਾ। ਸੁਣਿਆ ਦੁੱਖ ਪਾਪ ਕਾ ਨਾਸ, ਪਰਮੇਸ਼ਵਰ ਦੀ ਸਿਫਤ ਸਲਾਹ ਸੁਣਦਿਆਂ ਸਾਰ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਹੁਣ ਪਰਮੇਸ਼ਵਰ ਦਾ ਨਾਮ ਜਦੋਂ ਅਸੀਂ ਲੈਂਦੇ ਹਾਂ ਤੇ ਲੈਂਦਿਆਂ ਸਾਰੀ ਕੀ ਹੁੰਦਾ ਆ, ਅਸੀਂ ਪਰਮੇਸ਼ਵਰ ਨਾਲ ਜੁੜ ਗਏ, ਤੇ ਪਰਮੇਸ਼ਵਰ ਕੋਲ ਜਿੰਨੀ ਤਾਕਤ ਉਹ ਸਾਰੀ ਸਾਡੇ ਅੰਦਰ ਪ੍ਰਗਟ ਹੋ ਜਾਂਦੀ। ਤੇ ਪਰਮੇਸ਼ਵਰ ਦੀ ਤਾਕਤ ਅੱਗੇ ਮਾਇਆ ਦੀ ਕੋਈ ਤਾਕਤ ਨਹੀਂ। ਤੇ ਮਾਇਆ ਵਿੱਚੋਂ ਹੀ 3 ਗੁਣ ਪੈਦਾ ਹੋਏ, 3 ਗੁਣਾਂ ਵਿੱਚੋਂ ਵਿਕਾਰ ਪੈਦਾ ਹੋਏ। ਜਦ ਮਾਇਆ ਹੀ ਖਤਮ ਹੋ ਗਈ ਤੇ ਫਿਰ ਬਾਕੀ ਰਹਿ ਕੀ ਗਿਆ? ਬਾਕੀ ਦੀ ਆਪਾਂ ਵਿਚਾਰ ਕੱਲ ਕਰਾਂਗੇ। ਅੱਜ ਜ਼ਿਆਦਾ ਵਿਸਥਾਰ 'ਚ ਚਲੇ ਗਏ, ਕੱਲ੍ਹ ਤੋਂ ਆਪਾਂ ਇੰਨੇ ਵਿਸਥਾਰ ਵਿੱਚ ਨਹੀਂ ਜਾਵਾਂਗੇ। ਇਹ ਗੁਰੂ ਮਹਾਰਾਜ ਜੀ ਆਪ ਹੀ ਵਰਤਦੇ ਆ। ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਮਹਾਰਾਜ ਜੀ ਕਿਰਪਾ ਵਰਤਾ ਰਹੇ ਆ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।